ਅੱਜ ਅਸੀਂ ਵੀਡੀਓ 'ਚ ਡਿਸਕਸ ਕਰਾਂਗੇ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਯਾਨੀ ਕਿ ਸਾਡੇ ਮੌਲਿਕ ਅਧਿਕਾਰ, ਸਾਡੇ ਕਿਹੜੇ-ਕਿਹੜੇ ਮੌਲਿਕ ਅਧਿਕਾਰ ਨੇ ਤੇ ਉਹਦੇ ਲਈ ਸੰਵਿਧਾਨ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਵੀਜ਼ਨਸ ਨੇ ਤੇ ਫੰਡਾਮੈਂਟਲ ਰਾਈਟਸ ਨੇ ਇਹ ਕਿਹਨੂੰ-ਕਿਹਨੂੰ ਮਿਲੇ ਹੋਏ ਨੇ ਤੇ ਇਹਦੇ ਉੱਪਰ ਕਿਹੜੀਆਂ-ਕਿਹੜੀਆਂ ਲਿਮਿਟੇਸ਼ਨਸ ਨੇ ਆਪਾਂ ਸਾਰੇ ਡਿਸਕਸ ਕਰਾਂਗੇ। ਜਿਹੜਾ ਇਹ ਫੰਡਾਮੈਂਟਲ ਰਾਈਟਸ ਟੌਪਿਕ ਆ ਸਾਡੇ ਪੇਪਰ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਵੀ ਹੈ ਤੇ ਸਾਡੇ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਆ ਉਹਦੇ ਲਈ ਵੀ ਸਾਡੇ ਲਈ ਇੰਪੋਰਟੈਂਟ ਹੈ ਵੀ ਸਾਡੇ ਅਧਿਕਾਰ ਕਿਹੜੇ-ਕਿਹੜੇ ਨੇ। ਤੇ ਇਸ ਆਪਾਂ ਹੁਣ ਸਟਾਰਟ ਕਰਦੇ ਹਾਂ ਫੰਡਾਮੈਂਟਲ ਰਾਈਟਸ। ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਪਾਰਟ 3 ਸੰਵਿਧਾਨ ਦੇ ਪਾਰਟ 3 ਦੇ ਵਿੱਚ ਮੈਂਸ਼ਨ ਨੇ, ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ। ਜਿਹੜੇ ਕਨਸੈਪਟ ਹੈ ਫੰਡਾਮੈਂਟਲ ਰਾਈਟਸ ਦਾ ਇਹ ਅਸੀਂ ਬੋਰੋ ਕੀਤਾ ਸੀ ਅਮਰੀਕਾ ਤੋਂ, ਯੂਐਸਏ ਤੋਂ ਅਸੀਂ ਬੋਰੋ ਕੀਤਾ ਫੰਡਾਮੈਂਟਲ ਰਾਈਟਸ ਦਾ ਕਨਸੈਪਟ। ਜਿਹੜਾ ਪਾਰਟ 3 ਹੈ ਕੌਨਸਟੀਟਿਊਸ਼ਨ ਦਾ, ਇਹਨੂੰ ਅਸੀਂ ਮੈਗਨਾ ਕਾਰਟਾ ਵੀ ਕਹਿੰਦੇ ਹਾਂ, ਮੈਗਨਾ ਕਾਰਟਾ ਆਫ ਇੰਡੀਆ। ਮੈਗਨਾ ਕਾਰਟਾ ਬੇਸਿਕਲੀ ਇੱਕ ਸੈੱਟ ਆਫ ਰੂਲਸ ਸੀਗਾ, ਇੰਗਲੈਂਡ ਦਾ ਕਨਸੈਪਟ ਇੱਕ ਮੈਗਨਾ ਕਾਰਟਾ। ਇਸ ਕਰਕੇ ਪਾਰਟ 3 ਨੂੰ ਅਸੀਂ ਮੈਗਨਾ ਕਾਰਟਾ ਆਫ ਇੰਡੀਆ ਵੀ ਕਹਿੰਦੇ ਹਾਂ। ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਗਰੰਟੀ ਕਰਦਾ ਸੰਵਿਧਾਨ ਹਰ ਇੱਕ ਬੰਦੇ ਨੂੰ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ। ਜਿਹੜੇ ਫੰਡਾਮੈਂਟਲ ਰਾਈਟਸ ਹੈ ਇਹ ਪ੍ਰਮੋਟ ਕਰਦੇ ਨੇ ਪੋਲੀਟੀਕਲ ਡੈਮੋਕ੍ਰੇਸੀ। ਫੰਡਾਮੈਂਟਲ ਰਾਈਟਸ ਨੂੰ ਅਸੀਂ ਫੰਡਾਮੈਂਟਲ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਇਹਦੀ ਗਰੰਟੀ ਸੰਵਿਧਾਨ ਦਿੰਦਾ ਹੈ। ਦੀਜ਼ ਆਰ ਗਰੰਟਿਡ ਐਂਡ ਪ੍ਰੋਟੈਕਟਿਡ ਬਾਏ ਦਾ ਕੌਨਸਟੀਟਿਊਸ਼ਨ। ਅਤੇ ਹਰ ਇੱਕ ਦੀ ਜਿਹੜੀ ਇਹ ਆਲ ਰਾਊਂਡ ਇੰਡੀਵਿਜੂਅਲ ਪਰਸਨੈਲਿਟੀ ਡਿਵੈਲਪਮੈਂਟ ਹੈ ਇਹ ਉਹਦੇ ਲਈ ਵੀ ਇੰਪੋਰਟੈਂਟ ਨੇ। ਓਰੀਜਨਲੀ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟਸ 7 ਸੀਗੇ ਅਤੇ ਹੁਣ ਆਪਾਂ ਇੱਕ ਉਹਦੇ ਵਿੱਚੋਂ ਸਟਰਾਈਕ ਆਊਟ ਕਰਤਾ, ਯਾਨੀ ਕਿ ਹੁਣ ਸਾਡੇ ਕੋਲ ਐਟ ਪ੍ਰੈਜੈਂਟ ਜੇ ਆਪਾਂ ਗੱਲ ਕਰੀਏ ਸਾਡੇ ਕੋਲ 6 ਫੰਡਾਮੈਂਟਲ ਰਾਈਟਸ ਨੇ। ਜਿਹੜਾ 7ਵਾਂ ਫੰਡਾਮੈਂਟਲ ਰਾਈਟ ਸੀ ਅਸੀਂ ਐਕਸਕਲੂਡ ਕੀਤਾ ਉਹ ਸੀਗਾ ਰਾਈਟ ਟੂ ਪ੍ਰੋਪਰਟੀ, ਜਿਹੜਾ ਕਿ ਹੁਣ ਲੀਗਲ ਰਾਈਟ ਬਣਾਤਾ, ਜਿਹਦੀ ਆਪਾਂ ਅੱਗੇ ਗੱਲ ਕਰਾਂਗੇ। ਹੁਣ ਆਪਣੇ ਨੂੰ ਕਿਹੜੇ ਫੰਡਾਮੈਂਟਲ ਰਾਈਟਸ ਮਿਲੇ ਹੋਏ ਨੇ ਹੁਣ ਆਪਾਂ ਉਹ ਦੇਖਦੇ ਹਾਂ। ਰਾਈਟ ਟੂ ਇਕੁਐਲਿਟੀ ਜਿਹੜਾ ਕਿ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਦੇ ਵਿੱਚ ਮੈਂਸ਼ਨ ਹੈ। ਰਾਈਟ ਟੂ ਫਰੀਡਮ ਆਰਟੀਕਲ 19 ਤੋਂ ਲੈ ਕੇ 22 ਤੱਕ। ਰਾਈਟ ਅਗੇਂਸਟ ਐਕਸਪਲੋਇਟੇਸ਼ਨ ਆਰਟੀਕਲ 23 ਤੋਂ ਲੈ ਕੇ 24 ਤੱਕ ਨੇ ਇਹ। ਫਿਰ ਰਾਈਟ ਟੂ ਫਰੀਡਮ ਆਫ ਰਿਲੀਜਨ 25 ਤੋਂ 28। ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਇਹ ਮੈਂਸ਼ਨ ਨੇ 29 ਤੇ 30 ਦੇ ਵਿੱਚ ਆਰਟੀਕਲਸ ਦੇ ਵਿੱਚ। ਇੱਕ ਹੈਗਾ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੇਡੀਜ਼ ਯਾਨੀ ਕਿ ਆਰਟੀਕਲ 32। ਇਹਦਾ ਮਤਲਬ ਹੈ ਜੇ ਸਾਡਾ ਕੋਈ ਫੰਡਾਮੈਂਟਲ ਰਾਈਟ ਦਾ ਕੋਈ ਹਨਨ ਹੁੰਦਾ ਜਾਂ ਫਿਰ ਕੋਈ ਵਾਇਲੇਟ ਕਰਦਾ ਉਹਦੇ ਲਈ ਅਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾ ਸਕਦੇ ਹਾਂ। ਇਹ ਸੀਗੇ ਕੁਝ ਫੰਡਾਮੈਂਟਲ ਰਾਈਟਸ। ਅਤੇ ਇੱਕ ਜਿਹੜਾ 7ਵਾਂ ਫੰਡਾਮੈਂਟਲ ਰਾਈਟ ਹੈ ਉਹ ਹੈਗਾ ਰਾਈਟ ਟੂ ਪ੍ਰੋਪਰਟੀ, ਜਿਹੜਾ ਕਿ ਆਰਟੀਕਲ 31 ਦੇ ਵਿੱਚ ਮੈਂਸ਼ਨ ਸੀਗਾ, ਜਿਹੜਾ ਕਿ ਹੁਣ ਇਸ ਵਕਤ ਨਹੀਂ ਹੈਗਾ। ਜਿਹੜਾ ਰਾਈਟ ਟੂ ਪ੍ਰੋਪਰਟੀ ਹੈ ਇਹਨੂੰ ਅਸੀਂ ਐਲੀਮੀਨੇਟ ਕਰਤਾ ਬਾਏ 44th ਅਮੈਂਡਮੈਂਟ ਐਕਟ 1978 ਦੁਆਰਾ। ਹੁਣੇ ਫਿਰ ਕੀ ਬਣਿਆ, ਹੁਣੇ ਬਣਿਆ ਲੀਗਲ ਰਾਈਟ, ਜਿਹੜਾ ਕਿ ਮੈਂਸ਼ਨ ਹੈ ਪਾਰਟ 12 ਆਫ ਦ ਕੌਨਸਟੀਟਿਊਸ਼ਨ ਇਨ ਆਰਟੀਕਲ 300A, ਜਿਹੜਾ ਕਿ ਸਾਡਾ ਲੀਗਲ ਰਾਈਟ ਹੈ। ਐਟ ਪ੍ਰੈਜੈਂਟ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ 6 ਫੰਡਾਮੈਂਟਲ ਰਾਈਟਸ ਨੇ। ਹੁਣ ਆਪਾਂ ਗੱਲ ਕਰਾਂਗੇ ਇਹਨਾਂ ਦੇ ਫੀਚਰਸ ਕੀ ਨੇ, ਮਤਲਬ ਇਹ ਕਿਹਨੂੰ ਮਿਲੇ ਹੋਏ ਨੇ ਅਤੇ ਕਿਹਨੂੰ ਨਹੀਂ ਮਿਲੇ ਹੋਏ ਫੰਡਾਮੈਂਟਲ ਰਾਈਟਸ। ਜਿਹੜੇ ਫੰਡਾਮੈਂਟਲ ਰਾਈਟਸ ਨੇ ਕੁਛ ਤਾਂ ਸਿਰਫ ਇੰਡੀਅਨ ਸਿਟੀਜ਼ਨਸ ਲਈ ਨੇ ਅਤੇ ਕੁਛ ਹੈਗੇ ਨੇ ਦੋਨਾਂ ਲਈ, ਯਾਨੀ ਕਿ ਇੰਡੀਅਨ ਸਿਟੀਜ਼ਨ ਪਲੱਸ ਫੋਰਨਰਸ ਦੇ ਲਈ, ਬਟ ਇਹ ਐਨੀਮੀ ਏਲੀਅਨਸ ਦੇ ਲਈ ਨਹੀਂ ਹੈਗੇ। ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਐਬਸੋਲਿਊਟ ਨਹੀਂ ਹੈਗੇ, ਕੁਆਲੀਫਾਈਡ ਨੇ, ਯਾਨੀ ਕਿ ਇਹ ਜੋ ਲਿਖਤਾ ਉਹ ਨਹੀਂ ਹੈਗਾ ਲਕੀਰ ਦਾ ਫਕੀਰ ਜਿਹਨੂੰ ਆਪਾਂ ਕਹਿੰਦੇ ਹਾਂ। ਇਹਨਾਂ ਦੇ ਉੱਪਰ ਰੀਜ਼ਨੇਬਲ ਰਿਸਟ੍ਰਿਕਸ਼ਨਸ ਲਗਾਈਆਂ ਜਾ ਸਕਦੀਆਂ ਅਤੇ ਰੀਜ਼ਨੇਬਲ ਰਿਸਟ੍ਰਿਕਸ਼ਨਸ ਕੌਣ ਲਗਾਏਗਾ? ਪਾਰਲੀਮੈਂਟ ਡਿਊਰਿੰਗ ਸਪੈਸ਼ਲ ਸਰਕਮਸਟੈਂਸਿਸ। ਅਤੇ ਫੰਡਾਮੈਂਟਲ ਰਾਈਟਸ ਨੇ ਇਹਨਾਂ ਦਾ ਜਿਹੜਾ ਨੇਚਰ ਕਿਵੇਂ ਹੈ ਉਹ ਹੈਗਾ ਨੈਗੇਟਿਵ, ਕਿਉਂਕਿ ਇਹ ਸਟੇਟ ਦੇ ਉੱਪਰ ਇੱਕ ਲਿਮਿਟੇਸ਼ਨ ਲਗਾਉਂਦੇ ਨੇ ਤਾਂ ਕਿ ਉਹ ਆਰਬਿਟਰਰੀ ਐਕਸ਼ਨ ਨਾ ਲੈ ਸਕੇ। ਇਹ ਸਟੇਟ ਨੂੰ ਪ੍ਰੋਹਿਬਿਟ ਕਰਦੇ ਨੇ ਗਲਤ ਕੰਮ ਕਰਨ ਦੇ ਤੋਂ। ਅਤੇ ਇਹ ਜਸਟਿਸ਼ੀਏਬਲ ਨੇ, ਦੇ ਆਰ ਜਸਟਿਸ਼ੀਏਬਲ, ਅਲਾਓ ਪਰਸਨਸ ਟੂ ਮੂਵ ਟੂ ਕੋਰਟ ਫੋਰ ਦੇਅਰ ਇਨਫੋਰਸਮੈਂਟ ਇਫ ਐਂਡ ਵੈਨ ਦੇ ਆਰ ਵਾਇਲੇਟਿਡ। ਜਿਵੇਂ ਕਿ ਆਪਾਂ ਗੱਲ ਕੀਤੀ ਸੀਗੀ ਆਰਟੀਕਲ 32 ਜਿਹੜਾ ਕਿ ਕੌਨਸਟੀਟਿਊਸ਼ਨ ਰੈਮੇਡੀਜ਼ ਹੈ, ਜੇ ਕੋਈ ਸਾਡਾ ਫੰਡਾਮੈਂਟਲ ਰਾਈਟ ਉਹ ਕੋਈ ਵਾਇਲੇਟ ਕਰਦਾ ਤਾਂ ਅਸੀਂ ਉਹਨੂੰ ਇਨਫੋਰਸ ਕਰਾਉਣ ਦੇ ਲਈ ਕੋਰਟ ਦੇ ਵਿੱਚ ਜਾ ਸਕਦੇ ਹਾਂ। ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਸੈਕਰੋਸੈਂਕਟ ਜਾਂ ਫਿਰ ਪਰਮਾਨੈਂਟ ਨਹੀਂ ਹੈਗੇ। ਸੈਕਰੋਸੈਂਕਟ ਦਾ ਮਤਲਬ ਹੈਗਾ ਧਾਰਮਿਕ, ਯਾਨੀ ਕਿ ਹੋਲੀ, ਇਹ ਹੋਲੀ ਨਹੀਂ ਹੈਗੇ ਅਤੇ ਪਰਮਾਨੈਂਟ ਵੀ ਨਹੀਂ ਹੈਗੇ, ਕਿਉਂਕਿ ਪਾਰਲੀਮੈਂਟ ਇਹਦੇ ਉੱਪਰ ਰੀਜ਼ਨੇਬਲ ਰਿਸਟ੍ਰਿਕਸ਼ਨ ਲਗਾ ਸਕਦੀ ਹੈ ਕੌਨਸਟੀਟਿਊਸ਼ਨਲ ਅਮੈਂਡਮੈਂਟ ਕਰਕੇ। ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਆਪਾਂ ਡਿਊਰਿੰਗ ਨੈਸ਼ਨਲ ਐਮਰਜੈਂਸੀ ਸਸਪੈਂਡ ਕਰ ਸਕਦੇ ਹਾਂ, ਸਿਰਫ 2 ਨੂੰ ਛੱਡ ਕੇ। ਜਿਹੜਾ ਆਰਟੀਕਲ 20 ਅਤੇ ਆਰਟੀਕਲ 21 ਹੈ ਆਪਾਂ ਇਹਨਾਂ 2 ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸਸਪੈਂਡ ਕਰ ਸਕਦੇ ਹਾਂ। ਜਿਹੜੇ 6 ਆਪਣੇ ਫੰਡਾਮੈਂਟਲ ਰਾਈਟਸ ਨੇ ਆਰਟੀਕਲ 19 ਦੇ ਵਿੱਚ, ਜਿਹੜੇ ਅੰਡਰ ਆਰਟੀਕਲ 19 ਜਿਹੜੇ ਆਪਣੇ 6 ਫੰਡਾਮੈਂਟਲ ਰਾਈਟਸ ਨੇ ਉਹ ਸਸਪੈਂਡ ਹੁੰਦੇ ਨੇ ਡਿਊਰਿੰਗ ਐਕਸਟਰਨਲ ਐਮਰਜੈਂਸੀ, ਜਿਹੜੀ ਕਿ ਜਦੋਂ ਕਿਤੇ ਲੜਾਈ ਲੱਗਦੀ ਆ, ਵਾਰ ਹੋ ਗਿਆ, ਐਕਸਟਰਨਲ ਐਗਰੈਸ਼ਨ ਹੋ ਗਿਆ, ਉਸ ਕੇਸ ਦੇ ਵਿੱਚ ਜਿਹੜੇ ਸਾਡਾ ਆਰਟੀਕਲ 19 ਆ ਆਟੋਮੈਟਿਕਲੀ ਸਸਪੈਂਡ ਹੋ ਜਾਂਦਾ। ਅਤੇ ਜਿਹੜੀ ਇਹਨਾਂ ਦੀ ਐਪਲੀਕੇਸ਼ਨ ਹੈ ਟੂ ਦ ਮੈਂਬਰਸ ਆਫ ਆਰਮਡ ਫੋਰਸਿਸ, ਪੁਲਿਸ ਪਰਸੋਨਲਸ, ਇੰਟੈਲੀਜੈਂਸ ਹੋ ਗਿਆ, ਅਤੇ ਇਹਨਾਂ ਨੂੰ ਰਿਸਟ੍ਰਿਕਟ ਕਰਦਾ ਪਾਰਲੀਮੈਂਟ ਆਰਟੀਕਲ 33 ਦੇ ਨਾਲ। ਜਿਹੜੇ ਫੰਡਾਮੈਂਟਲ ਰਾਈਟਸ ਨੇ ਪੁਲਿਸ ਵਾਲਿਆਂ ਦੇ ਜਾਂ ਆਰਮੀ ਆਫੀਸ਼ੀਅਲਸ ਦੇ ਆਪਾਂ ਤਾਂ ਰਿਸਟ੍ਰਿਕਟ ਕਰਦੇ ਹਾਂ ਤਾਂ ਕਿ ਉਹ ਇੰਪਾਰਸ਼ਲ ਹੋ ਕੇ ਆਪਣੀ ਡਿਊਟੀ ਇੱਕ ਡਿਸਿਪਲਿਨ ਦੇ ਵਿੱਚ ਰਹਿ ਕੇ ਕਰ ਸਕਣ।
ਹੁਣ ਆਪਾਂ डिटेल ਦੇ ਵਿੱਚ ਦੇਖਦੇ ਹਾਂ ਵੀ ਆਰਟੀਕਲਸ ਕੀ ਕਹਿੰਦੇ ਨੇ ਆਪਾਂ ਨੂੰ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਰਟੀਕਲ 12 ਦੀ। ਆਰਟੀਕਲ 12 ਦੇ ਵਿੱਚ ਡੈਫੀਨੇਸ਼ਨ ਆਫ ਸਟੇਟ ਹੈ, ਯਾਨੀ ਕਿ ਇੱਕ ਸਟੇਟ ਕਿਹਨੂੰ ਕਿਹਾ ਗਿਆ ਹੈ ਉਹਦੀ ਇੱਕ ਡੈਫੀਨੇਸ਼ਨ ਦਿੰਦਾ ਆਰਟੀਕਲ 12। ਆਰਟੀਕਲ 12 ਦੇ ਤਹਿਤ ਸਟੇਟ ਕੀ ਹੈ? ਗਵਰਨਮੈਂਟ ਐਂਡ ਪਾਰਲੀਮੈਂਟ ਆਫ ਇੰਡੀਆ, ਦੈਟ ਇਜ਼ ਐਗਜ਼ੈਕਟਿਵ ਐਂਡ ਲੈਜਿਸਲੇਚਰ ਆਰਗਨਸ ਆਫ ਯੂਨੀਅਨ ਗਵਰਨਮੈਂਟ। ਜਾਂ ਤਾਂ ਗਵਰਨਮੈਂਟ ਹੋਵੇ, ਪਾਰਲੀਮੈਂਟ ਹੋਵੇ ਸੈਂਟਰ ਦੇ ਵਿੱਚ, ਇਹਨੂੰ ਆਪਾਂ ਸਟੇਟ ਮੰਨਾਂਗੇ। ਇसी ਤਰ੍ਹਾਂ ਜੇ ਆਪਾਂ ਸੈਂਟਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਪਾਰਲੀਮੈਂਟ ਹੋ ਗਈ। ਉसी ਤਰ੍ਹਾਂ ਸਟੇਟ ਦੇ ਵਿੱਚ ਸਟੇਟ ਗਵਰਨਮੈਂਟ ਹੈ, ਸਟੇਟ ਦੇ ਲੈਜਿਸਲੇਚਰ ਹੈ ਵੀ ਸਟੇਟ ਦੀ ਡੈਫੀਨੇਸ਼ਨ ਦੇ ਵਿੱਚ ਇਨਕਲੂਡ ਨੇ। ਤੇ ਜਿੰਨੀਆਂ ਵੀ ਲੋਕਲ ਅਥਾਰਟੀਜ਼ ਹੋ ਗਈਆਂ, ਜਿਵੇਂ ਮਿਊਨਿਸਪੈਲਿਟੀਜ਼ ਹੋ ਗਈਆਂ, ਪੰਚਾਇਤਸ ਹੋ ਗਈਆਂ, ਡਿਸਟ੍ਰਿਕਟ ਬੋਰਡਸ ਹੋ ਗਈਆਂ, ਇਹ ਵੀ ਸਾਡੇ ਸਟੇਟ ਦੀ ਡੈਫੀਨੇਸ਼ਨ ਦੇ ਵਿੱਚ ਆਉਂਦੇ ਨੇ। ਤੇ ਉਸ ਤੋਂ ਬਾਅਦ ਪੀਐਸਯੂ ਜਿਵੇਂ ਜਿਹੜੀ ਪਬਲਿਕ ਸੈਕਟਰ ਅੰਡਰਟੇਕਿੰਗਸ ਨੇ, ਜਿਵੇਂ ਸੇਲ ਹੋ ਗਈ, ਗੇਲ ਹੋ ਗਈ, ਆਇਲ ਐਂਡ ਨੈਚੁਰਲ ਗੈਸ, ਜਿੰਨੀ ਵੀ ਸਰਕਾਰੀ ਕੰਪਨੀਆਂ ਨੇ ਜਾਂ ਫਿਰ ਜਿਨ੍ਹਾਂ ਦਾ ਸਰਕਾਰ ਦੇ ਵਿੱਚ ਸਰਕਾਰ ਦਾ ਕਿਸੇ ਵੀ ਪ੍ਰਾਈਵੇਟ ਅਦਾਰੇ ਦੇ ਵਿੱਚ ਸ਼ੇਅਰ ਹੈ, ਉਹਨੂੰ ਵੀ ਆਪਾਂ ਸਟੇਟ ਦੀ ਡੈਫੀਨੇਸ਼ਨ ਦੇ ਵਿੱਚ ਲੈ ਕੇ ਆਵਾਂਗੇ। ਇਹ ਸੀਗਾ ਆਰਟੀਕਲ 12 ਜਿਹੜਾ ਕਿ ਸਾਨੂੰ ਦਿੰਦਾ ਡੈਫੀਨੇਸ਼ਨ ਸਟੇਟਸ ਦੀ। ਫਿਰ ਉਸ ਤੋਂ ਬਾਅਦ ਆਉਂਦਾ ਆਰਟੀਕਲ 13। ਆਰਟੀਕਲ 13 ਦੱਸਦਾ ਹੈ ਕੋਈ ਵੀ ਲਾ ਜਿਹੜਾ ਫੰਡਾਮੈਂਟਲ ਨੂੰ ਵਾਇਲੇਟ ਕਰਦਾ ਹੈ ਉਹ ਨਲ ਐਂਡ ਵਾਇਡ ਹੈ। ਕੋਈ ਵੀ ਫੰਡਾਮੈਂਟਲ ਰਾਈਟ, ਕੋਈ ਵੀ ਇਹੋ ਜਿਹਾ ਲਾ ਜਿਹੜਾ ਸਾਡੇ ਫੰਡਾਮੈਂਟਲ ਰਾਈਟ ਨੂੰ ਬਰੀਚ ਕਰਦਾ ਉਹ ਨਲ ਐਂਡ ਵਾਇਡ ਹੈ। ਜਿਹੜੀ ਆਹ ਵਾਲੀ ਪ੍ਰੋਵੀਜ਼ਨ ਸੀ ਆਰਟੀਕਲਸ ਦੀ, ਇਹ ਡਾਕਟਰੀਨ ਆਫ ਜੁਡੀਸ਼ੀਅਲ ਰਿਵਿਊ ਸੁਪਰੀਮ ਕੋਰਟ ਲੈ ਕੇ ਆਉਂਦਾ ਡਾਕਟਰੀਨ ਆਫ ਜੁਡੀਸ਼ੀਅਲ ਰਿਵਿਊ। ਇਸ ਦੇ ਵਿੱਚ ਕੀ ਹੁੰਦਾ, ਸੁਪਰੀਮ ਕੋਰਟ ਜਿਹਨੇ ਕੋਈ ਆਪਣਾ ਪਹਿਲਾਂ ਵਰਡਿਕਟ ਦਿੱਤਾ ਹੁੰਦਾ ਉਹਨੂੰ ਦੁਬਾਰਾ ਤੋਂ ਦੇਖ ਸਕਦਾ ਹੈ ਵੀ ਉਹਦੇ ਵਿੱਚ ਉਹਨੂੰ ਸੁਧਾਰ ਕਰ ਸਕਦਾ ਜੁਡੀਸ਼ੀਅਲ ਰਿਵਿਊ ਦੇ ਵਿੱਚ। ਤੇ ਆਰਟੀਕਲ 32 ਦੇ ਤਹਿਤ ਇਹ ਸੁਪਰੀਮ ਕੋਰਟ ਕੋਲ ਹੈ ਤੇ ਆਰਟੀਕਲ 226 ਦੇ ਤਹਿਤ ਇਹ ਹਾਈ ਕੋਰਟਸ ਦੇ ਕੋਲ ਹੈ। ਸੁਪਰੀਮ ਕੋਰਟ ਨੇ ਇੱਕ ਬਹੁਤ ਹੀ ਫੇਮਸ ਕੇਸ ਦੇ ਵਿੱਚ ਜਿਹੜਾ ਕਿ 1973 ਵਿੱਚ ਆਇਆ ਸੀਗਾ, ਕੇਸ਼ਵ ਨੰਦਾ ਭਾਰਤੀ ਕੇਸ। ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ ਕਿਹਾ ਸੀ ਜਿਹੜੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਹੈ, ਜਿਹੜੀ ਕਿ ਸੰਵਿਧਾਨਕ ਆਪਾਂ ਸੰਸ਼ੋਧਨ ਕਹਿੰਦੇ ਹਾਂ, ਕੌਂਸਟੀਟਿਊਸ਼ਨਲ ਅਮੈਂਡਮੈਂਟ ਹੈ, ਉਹਨੂੰ ਚੈਲੰਜ ਕਰ ਸਕਦੇ ਹਾਂ ਕਿਸ ਗਰਾਊਂਡਸ ਦੇ ਉੱਪਰ ਕਿ ਉਹ ਸਾਡਾ ਜਿਹੜਾ ਫੰਡਾਮੈਂਟਲ ਰਾਈਟ ਆ ਉਹ ਬ੍ਰੀਚ ਕਰਦੀ ਆ ਤੇ ਬੇਸਿਕ ਸਟਰਕਚਰ ਆਫ ਕੌਂਸਟੀਟਿਊਸ਼ਨ ਦੇ ਖਿਲਾਫ ਹੈ। ਅਸੀਂ ਬੇਸਿਕ ਸਟਰਕਚਰ ਆਫ ਕੌਂਸਟੀਟਿਊਸ਼ਨ ਨੂੰ ਨਾ ਛੇੜ ਕੇ ਆਪਾਂ ਕੁਝ ਵੀ ਅਮੈਂਡ ਕਰ ਸਕਦੇ ਹਾਂ। ਜੇ ਉਹ ਕਿਤੇ ਦਾ ਟਕਰਾਅ ਹੁੰਦਾ ਬੇਸਿਕ ਸਟਰਕਚਰ ਦੇ ਨਾਲ ਤਾਂ ਉਸ ਚੀਜ਼ ਨੂੰ ਆਪਾਂ ਨਹੀਂ ਅਮੈਂਡ ਕਰ ਸਕਦੇ। ਇਹ ਸੀਗਾ ਵਰਡਿਕਟ ਕੇਸ਼ਵ ਨੰਦਾ ਭਾਰਤੀ ਕੇਸ 1973 ਦਾ, ਜਿਸ ਦੇ ਵਿੱਚ ਇੱਕ ਡਾਕਟਰੀਨ ਅੰਗ ਸਾਹਮਣੇ ਆਇਆ ਸੀ ਜਿਹੜਾ ਕੀ ਸੀਗਾ ਬੇਸਿਕ ਸਟਰਕਚਰ ਆਫ ਕੌਂਸਟੀਟਿਊਸ਼ਨ। ਇਹ ਸੰਵਿਧਾਨ ਦੇ ਵਿੱਚ ਬੇਸਿਕ ਸਟਰਕਚਰ ਕੀ ਹੈ ਇਹ ਕਿਤੇ ਦੇ ਉੱਪਰ ਵੀ ਡਿਫਾਈਨ ਨਹੀਂ ਕੀਤਾ ਹੋਇਆ, ਸਿਰਫ ਇਹ ਇੱਕ ਵਰਡਿਕਟ ਸੀਗਾ ਸੁਪਰੀਮ ਕੋਰਟ ਦਾ ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ। ਕਈ ਵਾਰ ਐਗਜ਼ਾਮ ਦੇ ਵਿੱਚ ਆਪਾਂ ਨੂੰ ਇਹ ਪੁੱਛਿਆ ਜਾਂਦਾ ਹੈ ਜਿਹੜਾ ਬੇਸਿਕ ਸਟਰਕਚਰ ਇਹ ਡਾਕਟਰੀਨ ਹੈ ਇਹ ਕਿਹੜੇ ਕੇਸ ਦੇ ਵਿੱਚੋਂ ਨਿਕਲ ਕੇ ਆਇਆ ਸੀ, ਤਾਂ ਹੈਗਾ ਕੇਸ਼ਵ ਨੰਦਾ ਭਾਰਤੀ ਕੇਸ ਆਫ 1973। ਫਿਰ ਆਪਣੇ ਕੋਲ ਆ ਜਾਂਦੇ ਨੇ ਰਾਈਟ ਟੂ ਇਕੁਐਲਿਟੀ, ਬਰਾਬਰਤਾ ਦਾ ਅਧਿਕਾਰ। ਆਰਟੀਕਲ 14 ਤੋਂ 18 ਦੇ ਵਿੱਚ ਇਹ ਮੈਂਸ਼ਨ ਨੇ ਰਾਈਟ ਟੂ ਇਕੁਐਲਿਟੀ। ਆਰਟੀਕਲ 14 ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦਾ ਇਕੁਐਲਿਟੀ ਬਿਫੋਰ ਲਾ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾ। ਆਰਟੀਕਲ 15 ਦੇ ਵਿੱਚ ਲਿਖਿਆ ਹੋਇਆ ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਊਂਡਸ ਆਫ, ਇਹ ਜਿਹੜੇ 5 ਗਰਾਊਂਡਸ ਨੇ ਆਪਾਂ ਯਾਦ ਰੱਖਣੇ ਨੇ, ਰੇਸ, ਰਿਲੀਜਨ, ਕਾਸਟ, ਸੈਕਸ ਔਰ ਪਲੇਸ ਆਫ ਬਰਥ। ਇਹ 15 ਹੈ। 15 ਦੇ ਵਿੱਚ ਕਿਹਾ ਗਿਆ ਵੀ ਆ ਜਿਹੜੀਆਂ ਆਪਾਂ 4 ਗਰਾਊਂਡਸ ਗਿਣੇ ਨੇ, ਸਿਰਫ ਇਹਨਾਂ ਨੂੰ ਛੱਡ ਕੇ ਇਹਨਾਂ ਦੇ ਨਾਲ ਸਾਡਾ ਜਿਹੜਾ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦਾ, ਇਹਨਾਂ 5 ਤੋਂ ਇਲਾਵਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਸਕਦਾ। ਤਾਂ ਉਰੇ ਜਿਹੜਾ ਵਰਡ ਓਨਲੀ ਲਿਖਿਆ ਹੈ ਇਹ ਧਿਆਨ ਦੇਣ ਦੀ ਲੋੜ ਹੈ ਇਹਦੇ ਉੱਪਰ। ਫਿਰ ਆਰਟੀਕਲ ਹੈਗਾ 16, ਇਹ ਹੈਗਾ ਇਕੁਐਲਿਟੀ ਆਫ ਅਪੋਰਚੁਨਿਟੀ ਆਫ ਪਬਲਿਕ ਇੰਪਲੋਇਮੈਂਟ। ਜਿੰਨੇ ਵੀ ਸਰਕਾਰੀ ਆਪਣੀਆਂ ਨੌਕਰੀਆਂ ਨੇ ਆਪਣੇ ਇਹਦੇ ਵਿੱਚ ਸਾਡੇ ਤੇ ਮਤਭੇਦ ਨਹੀਂ ਹੋਏਗਾ, ਹਰ ਇੱਕ ਨੂੰ ਇਕੁਅਲ ਅਪੋਰਚੁਨਿਟੀ ਦਿੱਤੀ ਜਾਏਗੀ। ਆਰਟੀਕਲ 17 ਦੇ ਵਿੱਚ ਲਿਖਿਆ ਅਬੋਲਿਸ਼ਨ ਆਫ ਅਨਟੱਚੇਬਿਲਿਟੀ, ਛੂਆਛੂਤ, ਅਬੋਲਿਸ਼ਨ ਆਫ ਅਨਟੱਚੇਬਿਲਿਟੀ ਐਂਡ ਪ੍ਰੋਹਿਬਿਸ਼ਨ ਆਫ ਇਟਸ ਪ੍ਰੈਕਟਿਸਿਸ। ਆਰਟੀਕਲ 18 ਦੇ ਵਿੱਚ ਅਬੋਲਿਸ਼ਨ ਆਫ ਟਾਈਟਲਸ ਐਕਸੈਪਟ ਮਿਲਟਰੀ। ਆਹ ਟਾਈਟਲਸ ਮਤਲਬ ਜਿਹੜੇ ਸਾਨੂੰ ਅੰਗਰੇਜ਼ ਦਿੰਦੇ ਸੀਗੇ, ਜਿਵੇਂ ਨਵਾਬ ਕਪੂਰ ਸਿੰਘ ਜਿਹੜਾ ਮੂਹਰੇ ਨਵਾਬ ਲੱਗਿਆ ਜਾਂ ਫਿਰ ਸਰ ਹੋ ਗਿਆ, ਇਹ ਟਾਈਟਲਸ ਨੇ, ਇਹ ਹੁਣ ਪ੍ਰੋਹਿਬਿਟਡ ਨੇ ਅੰਡਰ ਆਰਟੀਕਲ 18। ਫਿਰ ਅੱਗੇ ਆ ਜਾਂਦੇ ਨੇ ਰਾਈਟ ਟੂ ਫਰੀਡਮ। ਰਾਈਟ ਟੂ ਫਰੀਡਮ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਆਰਟੀਕਲ 19 ਤੋਂ ਲੈ ਕੇ 22 ਤੱਕ ਮੈਂਸ਼ਨ ਹੈ ਰਾਈਟ ਟੂ ਫਰੀਡਮ। ਰਾਈਟ ਟੂ ਫਰੀਡਮ ਦੇ ਵਿੱਚ ਜਿਹੜਾ ਅੰਡਰ ਆਰਟੀਕਲ 19 ਸਾਨੂੰ 6 ਫਰੀਡਮਸ ਮਿਲੀਆਂ ਹੋਈਆਂ ਨੇ, ਉਹ ਹੈਗੀਆਂ ਨੇ ਸਪੀਚ ਐਂਡ ਐਕਸਪ੍ਰੈਸ਼ਨ, ਅਸੈਂਬਲੀ ਵਿਦਾਊਟ ਆਰਮਸ, ਐਸੋਸੀਏਸ਼ਨ, ਮੂਵਮੈਂਟ, ਰੈਜ਼ੀਡੈਂਸ ਐਂਡ ਪ੍ਰੋਫੈਸ਼ਨ। ਆਰਟੀਕਲ 20 ਦੇ ਵਿੱਚ ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਆਫ ਓਫੈਂਸਿਸ, ਜਦੋਂ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਉਦੋਂ ਕਿਹੜੇ ਕਿਹੜੇ ਰਾਈਟਸ ਨੇ। ਆਰਟੀਕਲ 21 ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ, ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। ਆਰਟੀਕਲ 21A ਦੇ ਵਿੱਚ ਰਾਈਟ ਟੂ ਐਲੀਮੈਂਟਰੀ ਐਜੂਕੇਸ਼ਨ ਸਾਡਾ ਫੰਡਾਮੈਂਟਲ ਰਾਈਟ ਹੈ।
ਜਿਹੜੀ ਐਲੀਮੈਂਟਰੀ ਐਜੂਕੇਸ਼ਨ ਹੈ ਜਿਵੇਂ ਸਰਵ ਸਿੱਖਿਆ ਅਭਿਆਨ ਹੋ ਗਿਆ, ਉਹ ਵੀ ਅੰਡਰ ਆਰਟੀਕਲ 21A ਦੇ ਤਹਿਤ ਚੱਲ ਰਿਹਾ। ਆਰਟੀਕਲ 22 ਦੇ ਵਿੱਚ ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਇਨ ਸਰਟਨ ਕੇਸਿਸ, ਇਹ ਬੇਸਿਕਲੀ ਡਿਟੈਂਸ਼ਨ ਨੂੰ ਲੈ ਕੇ ਗੱਲ ਕਰਦਾ ਹੈ। ਡਿਟੈਂਸ਼ਨ ਦਾ ਮਤਲਬ ਜਿਵੇਂ ਆਪਾਂ ਕਿਸੇ ਨੂੰ ਹਾਊਸ ਅਰੈਸਟ ਕਰ ਲਿਆ, ਉਹ ਅੰਡਰ ਆਰਟੀਕਲ 22 ਕਵਰ ਹੁੰਦਾ ਹੈ। ਫਿਰ ਆਪਾਂ ਗੱਲ ਕੀਤੀ ਸੀ ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਆਰਟੀਕਲ 23 ਤੋਂ ਲੈ ਕੇ ਆਰਟੀਕਲ 24। ਆਰਟੀਕਲ 23 ਦੇ ਵਿੱਚ ਲਿਖਿਆ ਪ੍ਰੋਹੀਬਿਸ਼ਨ ਆਫ ਟ੍ਰੈਫਿਕਿੰਗ ਇਨ ਹਿਊਮਨ ਬੀਂਗਸ ਐਂਡ ਫੋਰਸਡ ਲੇਬਰ, ਯਾਨੀ ਕਿ ਵਿਮਨਸ ਦੀ ਜਾਂ ਬੱਚਿਆਂ ਦੀ ਖਰੀਦੋ ਫਰੋਖਤ ਉਹਦੇ ਉੱਪਰ ਬੈਨ ਹੈ। ਆਰਟੀਕਲ 24 ਦੇ ਵਿੱਚ ਲਿਖਿਆ ਹੋਇਆ ਹੈ ਵੀ ਪ੍ਰੋਹੀਬਿਸ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਇਨ ਫੈਕਟਰੀਜ਼, ਆਪਾਂ ਕਿਸੇ ਵੀ ਫੈਕਟਰੀ ਦੇ ਵਿੱਚ ਬੱਚਿਆਂ ਨੂੰ ਕੰਮ ਦੇ ਉੱਪਰ ਨਹੀਂ ਲਾ ਸਕਦੇ ਜਿਹੜੇ ਕਿ 14 ਸਾਲ ਤੋਂ ਘੱਟ ਨੇ, ਲੀਗਲ ਏਜ ਦੇ ਨਹੀਂ ਹੈਗੇ। ਰਾਈਟ ਟੂ ਫਰੀडम ਆਫ ਰਿਲੀਜਨ, ਇਹ 25 ਤੋਂ ਲੈ ਕੇ ਆਪਾਂ ਕੋਲ 28 ਤੱਕ ਨੇ। 25 ਆਰਟੀਕਲ ਜਿਹੜਾ 25 ਹੈ ਇਹ ਗੱਲ ਕਰਦਾ ਫਰੀडम ਆਫ ਕੰਸਾਈਜ਼ ਐਂਡ ਫਰੀ ਪ੍ਰੈਕਟਿਸਿਸ ਐਂਡ ਪ੍ਰੋਪਗੇਸ਼ਨ ਆਫ ਰਿਲੀਜਨ, ਅਸੀਂ ਕੋਈ ਵੀ ਧਰਮ ਅਪਣਾ ਸਕਦੇ ਹਾਂ, ਉਹਦਾ ਪ੍ਰਚਾਰ ਕਰ ਸਕਦੇ ਹਾਂ। ਆਰਟੀਕਲ 26 ਇਹ ਹੈਗਾ ਫਰੀडम ਟੂ ਮੈਨੇਜ ਰਿਲੀਜੀਅਸ ਅਫੇਅਰਸ, ਅਸੀਂ ਆਪਣਾ ਮੰਦਰ ਗੁਰਦੁਆਰਾ ਕੰਸਟਰਕਟ ਕਰ ਸਕਦੇ ਹਾਂ। ਆਰਟੀਕਲ 27 ਦੇ ਵਿੱਚ ਲਿਖਿਆ ਫਰੀडम ਫਰੋਮ ਪੇਇੰਗ ਆਫ ਟੈਕਸਿਸ ਫॉर ਦੀ ਪ੍ਰਮੋਸ਼ਨ ਆਫ ਰਿਲੀਜਨ, ਸਾਨੂੰ ਆਪਣੇ ਧਰਮ ਦੇ ਪ੍ਰਚਾਰ ਦੇ ਲਈ ਕੋਈ ਵੀ ਟੈਕਸ ਨਹੀਂ ਦੇਣਾ ਪਏਗਾ, ਬਟ ਫੀਸ ਲੱਗ ਸਕਦੀ ਹੈ, ਕਿਉਂਕਿ ਫੀਸ ਅਤੇ ਟੈਕਸ ਦੇ ਵਿੱਚ ਬਹੁਤ ਫਰਕ ਹੈ। ਫੀਸ ਆਪਾਂ ਕਿਸੇ ਵੀ ਕੰਮ ਨੂੰ ਰੈਗੂਲੇਟ ਕਰਨ ਦੀ ਲਗਾਉਂਦੇ ਹਾਂ, ਇਸ ਕਰਕੇ ਅੰਡਰ ਆਰਟੀਕਲ 27 ਹੈ, ਭਾਵੇਂ ਟੈਕਸ ਨਹੀਂ ਲਗਾ ਸਕਦੀ ਸਰਕਾਰ ਬਟ ਫੀਸ ਲਗਾ ਸਕਦੀ ਹੈ। ਅੰਡਰ ਆਰਟੀਕਲ 28 ਫਰੀडम ਫਰੋਮ ਅਟੈਂਡਿੰਗ ਰਿਲੀਜੀਅਸ ਇੰਸਟਰਕਸ਼ਨਸ ਔਰ ਵਾਰਸ਼ਿਪ ਇਨ ਸਰਟਨ ਐਜੂਕੇਸ਼ਨਲ ਇੰਸਟੀਟਿਊਸ਼ਨਸ, ਜਿਵੇਂ ਕਿ ਆਪਾਂ ਦੇਖਿਆ ਸਾਨੂੰ ਸਕੂਲ ਦੇ ਵਿੱਚ ਜਦੋਂ ਆਪਾਂ ਛੋਟੇ ਹੁੰਦੇ ਸੀ ਸਕੂਲ ਜਾਂਦੇ ਸੀਗੇ ਤਾਂ ਸਾਨੂੰ ਉਸ ਪ੍ਰੇਅਰ ਦੇ ਵਿੱਚ ਲੈ ਕੇ ਜਾਇਆ ਜਾਂਦਾ ਸੀਗਾ, ਅਤੇ ਜੇ ਸਾਨੂੰ ਪਤਾ ਹੁੰਦਾ ਵੀ ਅੰਡਰ ਆਰਟੀਕਲ 28 ਸਾਡਾ ਅਧਿਕਾਰ ਹੈ ਵੀ ਸਾਨੂੰ ਫੋਰਸਫੁਲੀ ਉਹ ਨਹੀਂ ਕਹਿ ਸਕਦੇ ਵੀ ਤੁਸੀਂ ਜਾਓ, ਜ਼ਬਰਦਸਤੀ ਨਹੀਂ ਕਰ ਸਕਦੇ ਵੀ ਸਾਡੀ ਜਿਹੜੀ ਪ੍ਰੇਅਰ ਹੈ ਉਹ ਅਟੈਂਡ ਕਰੋ, ਤਾਂ ਆਪਾਂ ਨਾ ਜਾਂਦੇ, ਕਿਉਂਕਿ ਅੰਡਰ ਆਰਟੀਕਲ ਸਾਨੂੰ ਇਹ ਰਾਈਟ ਮਿਲਿਆ। ਅਸੀਂ ਜਿਹੜੇ ਐਜੂਕੇਸ਼ਨਲ ਇੰਸਟੀਟਿਊਟ ਨੇ ਜਿਹੜੇ ਕਿ ਸਰਕਾਰੀ ਨੇ, ਜਿਹੜੇ ਸਰਕਾਰੀ ਸਕੂਲ ਨੇ ਜਾਂ ਫਿਰ ਜਿਨ੍ਹਾਂ ਨੂੰ ਸਰਕਾਰ ਤੋਂ ਕੋਈ ਏਡ ਮਿਲਦੀ ਆ, ਉਹ ਸਾਨੂੰ ਮਜਬੂਰ ਨਹੀਂ ਕਰ ਸਕਦੇ ਵੀ ਆਪਾਂ ਉਹਨਾਂ ਦੀ ਡੇਲੀ ਪ੍ਰੇਅਰ ਦੇ ਵਿੱਚ ਹਿੱਸਾ ਲਈਏ। ਫਿਰ ਹੈਗਾ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ, ਇਹ ਮਿਨੋਰਟੀਜ਼ ਦੇ ਰਾਈਟ ਨੇ ਅੰਡਰ ਆਰਟੀਕਲ 29 ਤੋਂ ਲੈ ਕੇ 30 ਤੱਕ। ਜਿਹੜਾ ਆਰਟੀਕਲ 29 ਹੈ ਇਹ ਪ੍ਰੋਟੈਕਟ ਕਰਦਾ ਹੈ ਲੈਂਗੁਏਜ, ਸਕ੍ਰਿਪਟ ਐਂਡ ਕਲਚਰ ਆਫ ਮਿਨੋਰਟੀਜ਼, ਜਿਵੇਂ ਆਪਣੀ ਜਿਹੜੀ ਲੈਂਗੁਏਜ ਹੈ ਪੰਜਾਬੀ ਉਹਨੂੰ ਪ੍ਰੋਟੈਕਟ ਕਰਨ ਲਈ, ਜਿਵੇਂ ਸਿੱਖ ਇੱਕ ਮਿਨੋਰਟੀ ਕਮਿਊਨਿਟੀ ਆ, ਆਪਾਂ ਆਪਣੀ ਲੈਂਗੁਏਜ ਨੂੰ ਪ੍ਰੋਟੈਕਟ ਕਰਨ ਦੇ ਲਈ ਸਾਨੂੰ ਅਧਿਕਾਰ ਮਿਲਿਆ ਵੀ ਆਪਾਂ ਆਪਣੀ ਲੈਂਗੁਏਜ ਅਤੇ ਸਕ੍ਰਿਪਚਰ ਨੂੰ ਪ੍ਰੋਟੈਕਟ ਕਰੀਏ। ਅੰਡਰ ਆਰਟੀਕਲ 30 ਰਾਈਟ ਆਫ ਮਿਨੋਰਟੀਜ਼ ਟੂ ਐਸਟੈਬਲਿਸ਼ ਐਂਡ ਐਡਮਿਨਿਸਟਰ ਐਜੂਕੇਸ਼ਨਲ ਇੰਸਟੀਟਿਊਟਸ, ਇਹ ਆਪਣੇ ਜਿਹੜੀ ਮਿਨੋਰਟੀ ਹੈ ਇਹ ਆਪਣੇ ਐਜੂਕੇਸ਼ਨਲ ਇੰਸਟੀਟਿਊਟ ਬਣਾ ਸਕਦੀ ਆ। ਅਤੇ ਉਸ ਤੋਂ ਬਾਅਦ ਆ ਜਾਂਦਾ ਰਾਈਟ ਟੂ ਕੌਂਸਟੀਟਿਊਸ਼ਨਲ ਰੈਮੇਡੀਜ਼ ਅੰਡਰ ਆਰਟੀਕਲ 32 ਰਾਈਟ ਟੂ ਮੂਵ ਟੂ ਸੁਪਰੀਮ ਕੋਰਟ ਫॉर ਦੀ ਇਨਫੋਰਸਮੈਂਟ ਆਫ ਫੰਡਾਮੈਂਟਲ ਰਾਈਟਸ ਇਨਕਲੂਡਿੰਗ ਦਾ ਰਿਟਸ। ਸੁਪਰੀਮ ਕੋਰਟ ਜਿਹੜੇ ਫੰਡਾਮੈਂਟਲ ਰਾਈਟਸ ਨੂੰ ਕਿਵੇਂ ਇਨਫੋਰਸ ਕਰਦੀ ਹੈ? ਅੰਡਰ 5 ਰਿਟਸ, ਉਹ 5 ਰਿਟਸ ਨੇ ਜਿਹਦੇ ਤਹਿਤ ਜਿਹੜੀ ਸੁਪਰੀਮ ਕੋਰਟ ਆਰਡਰ ਕਰਕੇ ਸਾਡੇ ਫੰਡਾਮੈਂਟਲ ਰਾਈਟਸ ਨੂੰ ਇਨਫੋਰਸ ਕਰਦੀ ਹੈ। ਉਹ ਰਿਟਸ ਹੈਗੀਆਂ ਨੇ ਹੈਬਸ ਕਾਰਪਸ, ਮੈਂਡਾਮਸ, ਪ੍ਰੋਹੀਬਿਸ਼ਨ, ਸਰਸਰੀ ਐਂਡ ਕਿਊ ਵਰੰਟੋ। ਜਿਹੜੇ ਆਪਾਂ ਕੁਛ ਗੱਲ ਮੈਂ ਸਟਾਰਟਿੰਗ 'ਚ ਗੱਲ ਕੀਤੀ ਸੀ, ਕੁਛ ਫੰਡਾਮੈਂਟਲ ਰਾਈਟਸ ਜਿਹੜੇ ਸਾਡੇ ਇੰਡੀਅਨ ਸਿਟੀਜ਼ਨਸ ਨੇ ਫੋਰਨਰਸ ਕੋਲ ਨਹੀਂ ਹੈਗੇ, ਜਿਹੜੇ ਕਿ ਸਿਰਫ ਤੇ ਸਿਰਫ ਇੰਡੀਅਨ ਸਿਟੀਜ਼ਨਸ ਕੋਲ ਨੇ, ਉਹ ਹੈਗੇ ਨੇ ਆਰਟੀਕਲ 15, ਆਰਟੀਕਲ 16, ਆਰਟੀਕਲ 19, 29 ਐਂਡ 30, 15, 16, 19, 29 ਅਤੇ 30, ਆਰਟੀਕਲ 15, 16, 19, 29 ਅਤੇ 30। ਇਹ ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਸਿਰਫ ਇੰਡੀਅਨ ਸਿਟੀਜ਼ਨਸ ਕੋਲ ਨੇ, ਫੋਰਨਰਸ ਕੋਲ ਨਹੀਂ ਹੈਗੇ। ਹੁਣ ਆਪਾਂ ਉਹ ਫੰਡਾਮੈਂਟਲ ਰਾਈਟਸ ਦੀ ਗੱਲ ਕਰਾਂਗੇ ਜਿਹੜੇ ਇੰਡੀਅਨ ਸਿਟੀਜ਼ਨ ਪਲੱਸ ਫੋਰਨਰਸ ਕੋਲ ਯਾਨੀ ਕਿ ਦੋਨਾਂ ਕੋਲ ਨੇ। ਉਹ ਹੈਗੇ ਨੇ ਆਰਟੀਕਲ 14, ਆਰਟੀਕਲ 20, ਆਰਟੀਕਲ 21, 21A, 22, 23, 24, ਆਰਟੀਕਲ 25, ਆਰਟੀਕਲ 26, ਆਰਟੀਕਲ 27 ਐਂਡ ਆਰਟੀਕਲ 28। ਇਹ ਸਾਨੂੰ ਦੋਨਾਂ ਨੂੰ ਮਿਲੇ ਹੋਏ ਨੇ। ਹੁਣ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਐਕਸਪਲੇਨੇਸ਼ਨ ਦੀ, ਵੀ ਇਹਨਾਂ ਦੇ ਵਿੱਚ ਕਿਹੜੀਆਂ ਪ੍ਰੋਵੀਜ਼ਨਸ ਨੇ। ਹੁਣ ਜਿਵੇਂ ਸਭ ਤੋਂ ਪਹਿਲਾਂ ਜਿਹੜਾ ਫੰਡਾਮੈਂਟਲ ਰਾਈਟ ਹੈ ਉਹ ਹੈਗਾ ਅੰਡਰ ਆਰਟੀਕਲ 14, ਦੈਟ ਇਜ਼ ਇਕੁਐਲਿਟੀ ਬਿਫੋਰ ਲਾ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾ। ਇਹ ਦੋ ਅਲੱਗ-ਅਲੱਗ ਕੰਸੈਪਟ ਨੇ। ਇੱਕ ਹੈਗਾ ਇਕੁਐਲਿਟੀ ਬਿਫੋਰ ਲਾ, ਯਾਨੀ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ, ਚਾਹੇ ਤੁਸੀਂ ਕਿਸੇ ਵੀ ਪੋਸਟ 'ਤੇ ਹੋ, ਕੋਈ ਮੰਤਰੀ ਹੈ ਜਾਂ ਕੋਈ ਆਮ ਬੰਦਾ, ਆਪਾਂ ਸਾਰੇ ਕਾਨੂੰਨ ਦੇ ਸਾਹਮਣੇ ਬਰਾਬਰ ਆ। ਫਿਰ ਇੱਕ ਹੈਗਾ ਇਕੁਅਲ ਪ੍ਰੋਟੈਕਸ਼ਨ ਆਫ ਲਾ, ਇਹ ਇੱਕ ਹੋਰ ਕੰਸੈਪਟ ਜਿਹੜਾ ਇਕੁਅਲ ਪ੍ਰੋਟੈਕਸ਼ਨ ਆਫ ਲਾ ਆ। ਇਹ ਕਹਿੰਦਾ ਜਿਹੜੀ ਸਮਾਜਿਕ ਦੇ ਵਿੱਚ ਇਨਇਕੁਐਲਿਟੀਜ਼ ਨੇ ਪਹਿਲਾਂ ਉਹ ਦੂਰ ਕੀਤੀਆਂ ਜਾਣਗੀਆਂ, ਫਿਰ ਹੀ ਕਾਨੂੰਨ ਆਪਣਾ ਕੰਮ ਕਰੇਗਾ। ਇਕੁਅਲ ਪ੍ਰੋਟੈਕਸ਼ਨ ਦੇ ਵਿੱਚ ਆਪਾਂ ਜਿਹੜੀਆਂ
ਡਿਸਕ੍ਰਿਪੈਂਸੀਜ਼ ਨੇ ਸਮਾਜਿਕ ਉਹ ਆਪਾਂ ਦੂਰ ਕਰਦੇ ਹਾਂ ਇਕੁਅਲ ਪ੍ਰੋਟੈਕਸ਼ਨ ਆਫ ਲਾ ਕਰਕੇ। ਆਪਾਂ ਇਹਨੂੰ ਕਨਸੈਪਟ ਨੂੰ ਅੱਗੇ ਐਕਸਪਲੇਨ ਕਰਾਂਗੇ। ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਕੁਐਲਿਟੀ ਬਿਫੋਰ ਲਾ, ਯਾਨੀ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ। ਜਿਹੜਾ ਇਕੁਐਲਿਟੀ ਬਿਫੋਰ ਲਾ ਕੰਸੈਪਟ ਹੈ ਇਹ ਬ੍ਰਿਟਿਸ਼ ਓਰੀਜਨ ਦਾ ਹੈ। ਇਕੁਐਲਿਟੀ ਬਿਫੋਰ ਲਾ ਇਜ਼ ਏ ਕੰਸੈਪਟ ਆਫ ਬ੍ਰਿਟਿਸ਼ ਓਰੀਜਨ। ਇਹ ਪ੍ਰੋਹਿਬਿਟ ਕਰਦਾ ਸਟੇਟ ਨੂੰ ਫਰੋਮ ਆਰਬਿਟਰੀ ਐਕਸ਼ਨਸ, ਡਿਸਕ੍ਰਿਮੀਨੇਸ਼ਨ, ਗਿਵਿੰਗ ਸਪੈਸ਼ਲ ਪ੍ਰਿਵਿਲੇਜਿਸ, ਯਾਨੀ ਕਿ ਕਿਸੇ ਨੂੰ ਕੋਈ ਵੱਧ ਸੁਵਿਧਾ ਦੇ ਕੇ ਸਰਕਾਰ ਉਹਨੂੰ ਸੁਵਿਧਾ ਨਾ ਦੇ ਸਕੇ, ਇਸ ਚੀਜ਼ ਤੋਂ ਪ੍ਰੋਹਿਬਿਟ ਕਰਦਾ ਹੈ ਆਪਾਂ ਨੂੰ ਇਹ ਇਕੁਐਲਿਟੀ ਬਿਫੋਰ ਲਾ ਦਾ ਜਿਹੜਾ ਕੰਸੈਪਟ ਹੈ। ਇਸ ਕਰਕੇ ਇਹ ਇੱਕ ਨੈਗੇਟਿਵ ਕੰਸੈਪਟ ਹੈ, ਯਾਨੀ ਕਿ ਨੈਗੇਟਿਵ ਦਾ ਮਤਲਬ ਕਿਉਂ ਹੈ? ਨੈਗੇਟਿਵ ਇਹ ਸਟੇਟ ਨੂੰ ਰੋਕਦਾ ਹੈ ਕੁਛ ਕੰਮ ਕਰਨ ਤੋਂ, ਵੀ ਤੂੰ ਆਹ ਕੰਮ ਨਹੀਂ ਕਰਨਾ। ਅਤੇ ਆਲ ਆਰ ਇਕੁਅਲ ਬਿਫੋਰ ਲਾ, ਕੋਈ ਵੀ ਪਰਸਨ, ਕੋਈ ਅਮੀਰ ਹੈ, ਗਰੀਬ ਹੈ, ਉੱਚਾ ਨੀਵਾਂ, ਆਫੀਸ਼ੀਅਲ ਜਾਂ ਨੋਨ ਆਫੀਸ਼ੀਅਲ, ਸਾਰੇ ਕਾਨੂੰਨ ਦੇ ਸਾਹਮਣੇ ਬਰਾਬਰ ਨੇ। ਜਿਵੇਂ ਕਿ ਤੁਸੀਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਇੱਕ ਸਟੈਚੂ ਦੇਖ ਸਕਦੇ ਹੋ, ਜਾਂ ਆਪਾਂ ਕੋਰਟਸ ਦੇ ਵਿੱਚ ਇੱਕ ਸਟੈਚੂ ਦੇਖਦੇ ਹਾਂ, ਇੱਕ ਲੇਡੀ, ਲਾਅ ਲੇਡੀ, ਜਿਹਦੇ ਅੱਖਾਂ ਦੇ ਉੱਪਰ ਪੱਟੀ ਬੰਨੀ ਹੁੰਦੀ ਹੈ। ਉਹ ਪੱਟੀ ਇਸੇ ਕਰਕੇ ਸਾਨੂੰ ਜਿਹੜੇ ਸਿੰਬੋਲਿਕ ਹੈ ਇਹ ਪੱਟੀ ਉਹੀ ਦਰਸਾਉਂਦੀ ਹੈ ਵੀ ਕਾਨੂੰਨ ਦੇ ਸਾਹਮਣੇ ਬਰਾਬਰ ਨੇ, ਕਾਨੂੰਨ ਅੰਨਾ ਹੈ। ਅਗਲਾ ਕੰਸੈਪਟ ਹੈਗਾ ਇਕੁਅਲ ਪ੍ਰੋਟੈਕਸ਼ਨ ਆਫ ਲਾ। ਜਿਹੜਾ ਇਕੁਅਲ ਪ੍ਰੋਟੈਕਸ਼ਨ ਆਫ ਲਾ ਆ ਇਹ ਹੈਗਾ ਅਮੈਰੀਕਨ ਕੰਸੈਪਟ। ਇਸ ਕੰਸੈਪਟ ਦੇ ਨਾਲ ਅਸੀਂ ਜਿਹੜੀ ਸਮਾਜਿਕ ਇਨਇਕੁਐਲਿਟੀਜ਼ ਨੇ ਉਹ ਦੂਰ ਕਰਦੇ ਹਾਂ। ਉਹ ਆਪਾਂ ਕਿਵੇਂ ਕਰਦੇ ਹਾਂ? ਇਕੁਅਲ ਟਰੀਟਮੈਂਟ ਅੰਡਰ ਇਕੁਅਲ ਸਰਕਮਸਟੈਂਸਿਸ, ਇਕੁਅਲ ਟਰੀਟਮੈਂਟ ਅੰਡਰ ਇਕੁਅਲ ਸਰਕਮਸਟੈਂਸਿਸ। ਇਹਨੂੰ ਸੌਖੇ ਤਰੀਕੇ ਨਾਲ ਸਮਝਣਾ ਹੋਵੇ, ਜੇ ਆਪਾਂ ਜਿਵੇਂ ਆਪਾਂ ਦੇਖਿਆ ਜਦੋਂ ਮੈਰਿਟ ਬਣਦੀ ਹੈ ਜਾਂ ਕੋਈ ਸ਼ਡਿਊਲ ਕਾਸਟ ਦੇ ਨਾਲ ਰਿਲੇਟਡ, ਜਾਂ ਕੋਈ ST ਦੇ ਨਾਲ ਰਿਲੇਟਡ, ਜਾਂ ਕੋਈ ਜਰਨਲ ਦੇ ਨਾਲ ਰਿਲੇਟਡ ਹੈ, ਤਾਂ ਉਹਦੀ ਮੈਰਿਟ ਵੀ ਉਹਨਾਂ ਦੇ ਆਧਾਰ ਨਾਲ ਬਣਦੀ ਹੈ, ਯਾਨੀ ਕਿ ਉਹਨਾਂ ਨੂੰ ਉਹਦੇ ਨਾਲ ਹੀ ਕੰਪੇਅਰ ਕੀਤਾ ਜਾਂਦਾ। SC ਨੂੰ SC ਨਾਲ ਕੰਪੇਅਰ ਕਰਨਗੇ, ST ਨੂੰ ST ਨਾਲ ਕੰਪੇਅਰ ਕਰਨਗੇ, ਅਤੇ ਜਰਨਲ ਨੂੰ ਜਰਨਲ ਦੇ ਨਾਲ। ਉਹ ਇਹੀ ਹੈ, ਲਾਈਕ ਸ਼ੁੱਡ ਬੀ ਟ੍ਰੀਟਡ ਅਲਾਈਕ, ਲਾਈਕ ਸ਼ੁੱਡ ਬੀ ਟ੍ਰੀਟਡ ਲਾਈਕ, ਯਾਨੀ ਕਿ ਸੇਮ ਨੂੰ ਕੰਪੇਅਰ ਕਰਨ ਦਾ ਇਹ ਕੰਸੈਪਟ ਹੈ, ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ। ਅਤੇ ਇੱਕ ਪੋਜ਼ੀਟਿਵ ਡਿਸਕ੍ਰਿਮੀਨੇਸ਼ਨ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸ਼ਡਿਊਲ ਕਾਸਟ ਦੀ ਅਲੱਗ ਬਣਾਤੀ ਜਾਂ ਉਹ ਬਣਾਤੀ। ਇਹ ਇੱਕ ਪੋਜ਼ੀਟਿਵ ਡਿਸਕ੍ਰਿਮੀਨੇਸ਼ਨ ਹੈ। ਉਹਨਾਂ ਤੋਂ ਜਿਹੜਾ ਸਦੀਆਂ ਨਾਲ ਹੁੰਦਾ ਧੱਕਾ ਆਇਆ ਤਾਂ ਉਹਨੂੰ ਦੂਰ ਕਰਨ ਦੇ ਲਈ, ਉਹ ਸੋਸ਼ਲ ਇਨਇਕੁਐਲਿਟੀਜ਼ ਨੂੰ ਦੂਰ ਕਰਨ ਦੇ ਲਈ ਆਪਾਂ ਇਹ ਕੰਸੈਪਟ ਲੈ ਕੇ ਆਏ ਸੀਗੇ, ਜਿਹੜਾ ਕਿ ਹੈਗਾ ਇਕੁਅਲ ਪ੍ਰੋਟੈਕਸ਼ਨ ਆਫ ਲਾ। ਇਹਨੂੰ ਆਪਾਂ ਜੇ ਸਿੰਪਲ ਲੇਮੈਨ ਲੈਂਗੁਏਜ ਦੇ ਵਿੱਚ ਸਮਝਣਾ ਹੋਵੇ ਤਾਂ ਅਸੀਂ ਇੱਕ ਆਹ ਫੋਟੋ ਤੋਂ ਦੇਖ ਕੇ ਸਮਝ ਸਕਦੇ ਹਾਂ ਵੀ ਅਸੀਂ ਕਿਵੇਂ ਜਿਹੜੀ ਇਨਇਕੁਐਲਿਟੀ ਦਾ ਡਿਸਕ੍ਰਿਮੀਨੇਸ਼ਨ ਹੈ ਆਪਾਂ ਕਿਵੇਂ ਖਤਮ ਕੀਤਾ ਹੈ। ਇੱਕ ਸਾਈਡ 'ਤੇ ਦੇਖਿਆ ਵੀ ਆਪਾਂ ਜੇ ਇੱਕ ਸਾਰਿਆਂ ਨੂੰ ਬਰਾਬਰ ਸੇਮ ਇੱਕ ਲੈਵਲ 'ਤੇ ਖੜਾ ਕਰ ਦਈਏ, ਜਿਹੜਾ ਬੰਦਾ ਆਪਣੀ ਹਾਈਟ ਦੇ ਵਿੱਚ ਛੋਟਾ ਹੈ, ਜੇ ਉਹਨੂੰ ਕਿਹਾ ਜਾਵੇ ਕਿ ਉਸ ਦੀਵਾਰ ਤੋਂ ਬਾਅਦ ਤੂੰ ਮੈਚ ਦੇਖਣਾ ਹੈ, ਬਟ ਉਹ ਬੰਦੇ ਦੀ ਹਾਈਟ ਛੋਟੀ ਹੈ, ਜੇ ਉਹਨੂੰ ਆਪਾਂ ਦੇ ਦਈਏ ਉਹ ਤਾਂ ਦੇਖ ਲੇਗਾ, ਪਰ ਜਿਹੜਾ ਇੱਕ ਨਾਲ ਬੰਦਾ ਹੈ, ਜਿਹੜਾ ਨੋਰਮਲ ਬੰਦਾ ਹੈ, ਜਿਹਦੀ ਹਾਈਟ ਬਿਲਕੁਲ ਨੋਰਮਲ ਹੈ, ਬਿਨਾਂ ਕਿਸੇ ਸਪੋਰਟ ਤੋਂ ਵੀ ਦੇਖ ਸਕਦਾ ਹੈ, ਜੇ ਆਪਾਂ ਉਹਨੂੰ ਵੀ ਦੇ ਦਈਏ ਫਿਰ ਤੋਂ ਇਹ ਇੱਕ ਇਨਇਕੁਐਲਿਟੀ ਹੈ, ਯਾਨੀ ਕਿ ਇੱਕ ਧੋਖਾ ਹੈ। ਜੇ ਆਪਾਂ ਉਹ ਦੂਸਰੀ ਥਾਂ 'ਤੇ ਇੱਕ ਬੰਦੇ ਦੀ ਜਿਹੜੀ ਹਾਈਟ ਹੈ ਬਿਲਕੁਲ ਨੋਰਮਲ ਹੈ, ਉਹ ਆਮ ਆਪਣੇ ਪੈਰਾਂ 'ਤੇ ਖੜ੍ਹ ਕੇ ਦੇਖ ਸਕਦਾ ਹੈ, ਉਹਨੂੰ ਆਪਾਂ ਕੋਈ ਵੀ ਰੈਜ਼ਰਵੇਸ਼ਨ ਨਹੀਂ ਦਿੱਤੀ, ਅਤੇ ਜਿਹੜਾ ਕਿ ਹਾਈਟ ਦੇ ਵਿੱਚ ਛੋਟਾ ਹੈ ਅਤੇ ਇੱਕ ਬੰਦਾ ਜਿਹੜਾ ਡਿਸੇਬਲ ਹੈ, ਆਪਾਂ ਉਹਦੀ ਹੈਲਪ ਕਰਕੇ ਉਹਨੂੰ ਆਪਾਂ ਦੂਜੇ ਦੇ ਬਰਾਬਰ ਖੜਾ ਕਰਤਾ। ਇਹ ਹੈਗਾ ਕੰਸੈਪਟ ਇਕੁਅਲ ਪ੍ਰੋਟੈਕਸ਼ਨ ਆਫ ਲਾ। that is reservation for disabled and normal people cannot seek to take these opportunities under article 14, ਕਿਉਂਕਿ ਜਿਹੜਾ ਇਹ ਅੰਡਰ ਆਰਟੀਕਲ 14 ਸਾਨੂੰ ਲਾ ਪ੍ਰੋਵਾਈਡ ਕਰਦਾ ਹੈ, ਇਹ ਕਰਦਾ ਬਿਟਵੀਨ ਇਕੁਅਲਸ ਨੂੰ ਆਪਾਂ ਇਕੁਅਲਸ ਰੱਖਣਾ, ਇਕੁਅਲ ਨੂੰ ਆਪਾਂ ਅਨਇਕੁਅਲ ਦੇ ਨਾਲ ਟਰੀਟ ਨਹੀਂ ਕਰ ਸਕਦੇ। ਹੁਣ ਕੁਛ ਹੈਗੀਆਂ ਨੇ ਐਕਸੈਪਸ਼ਨਸ, ਯਾਨੀ ਕਿ ਇਹਦੇ ਵਿੱਚ ਕੁਛ ਐਕਸੈਪਸ਼ਨਸ ਨੇ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਵੀ ਸਾਰੇ ਕਾਨੂੰਨ ਦੇ ਸਾਹਮਣੇ ਬਰਾਬਰ ਨੇ। ਜਿਵੇਂ ਕਿ ਉਸ ਤੋਂ ਪਹਿਲਾਂ ਵੀ ਆਪਾਂ ਗੱਲ ਕੀਤੀ, ਜੋ ਵੀ ਲਿਖਿਆ ਐਬਸੋਲਿਊਟ ਨਹੀਂ ਹੈਗਾ, ਕੁਆਲੀਫਾਈਡ ਹੈ, ਯਾਨੀ ਕਿ ਇਹ ਲਕੀਰ ਦੇ ਫਕੀਰ ਵਾਲੀ ਗੱਲ ਨਹੀਂ ਹੈਗੀ, ਜੋ ਤੁਹਾਨੂੰ ਦੱਸਦਾ ਵੀ ਉਹੀ ਹੈ। ਇਹਦੇ ਵਿੱਚ ਕੁਛ ਰਿਸਟ੍ਰਿਕਸ਼ਨਸ ਲੱਗ ਸਕਦੀਆਂ ਨੇ ਜਾਂ ਫਿਰ ਕੁਛ ਚੇਂਜਸ ਹੋ ਸਕਦੀਆਂ ਨੇ, ਉਹ ਹੈਗੀਆਂ ਨੇ ਆਪਾਂ ਐਕਸੈਪਸ਼ਨਸ, ਯਾਨੀ ਕਿ ਕਿਹਦੇ ਉੱਪਰ ਇਹ ਲਾ ਨਹੀਂ ਲੱਗਦਾ। ਜਿਵੇਂ ਜੇ ਆਪਾਂ ਗੱਲ ਕਰੀਏ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਜਾਂ ਗੱਲ ਕਰੀਏ ਗਵਰਨਰ ਆਫ ਸਟੇਟਸ ਦੀ, ਉਹਨਾਂ ਨੂੰ ਇਮਿਊਨਿਟੀ ਮਿਲਦੀ ਹੈ ਅੰਡਰ ਆਰਟੀਕਲ 361। ਉਹਨਾਂ ਨੂੰ ਕਿਹੜੀ ਰਿਆਇਤਾਂ ਮਿਲਦੀਆਂ ਨੇ? ਜਿਵੇਂ ਜਿਹੜੀ ਸੰਵਿਧਾਨਿਕ ਪੋਸਟ ਦੇ ਨੇ, ਯਾਨੀ ਕਿ ਜਿਹੜਾ ਰਾਸ਼ਟਰਪਤੀ ਹੈ ਜਾਂ ਗਵਰਨਰ ਹੈ, ਅੰਡਰ ਆਰਟੀਕਲ 361 ਉਹਨਾਂ ਨੂੰ ਕੁਛ ਛੋਟਸ ਮਿਲੀਆਂ ਹੋਈਆਂ ਨੇ। ਉਹ ਛੋਟਾਂ ਕਿਹੜੀਆਂ ਨੇ? ਉਹ ਹੈਗੀ ਹੈ ਜਿਹੜਾ ਪ੍ਰੈਜ਼ੀਡੈਂਟ ਜਾਂ ਫਿਰ ਗਵਰਨਰ ਹੈ, ਉਹ ਕਿਸੇ ਵੀ ਕੋਰਟ ਨੂੰ ਅਨਸਰੇਬਲ ਨਹੀਂ ਹੈਗਾ, ਯਾਨੀ ਕਿ ਜਵਾਬਦੇਹ ਨਹੀਂ ਹੈਗਾ। ਜਿਸ ਮਤਲਬ ਆਪਣੇ ਆਫਿਸ ਦੌਰਾਨ ਜੇ ਉਹ ਕੋਈ ਇਹੋ ਜਿਹੀ ਕੰਮ ਕਰਦਾ ਹੈ ਤਾਂ ਉਹਦੇ ਲਈ ਉਹ ਜਵਾਬਦੇਹ ਨਹੀਂ ਹੈਗਾ ਕੋਰਟ ਦੇ ਵਿੱਚ। ਨਾ ਹੀ ਆਪਾਂ ਇਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਪ੍ਰੋਸੀਡਿੰਗ ਕਰ ਸਕਦੇ ਹਾਂ, ਨਾ ਹੀ ਇਹਨਾਂ ਨੂੰ ਆਪਾਂ ਅਰੈਸਟ ਕਰ ਸਕਦੇ ਹਾਂ ਡਿਊਰਿੰਗ ਦੇਅਰ ਟਰਮ ਆਫ ਆਫਿਸ। ਸਿਰਫ ਆਪਾਂ ਕ੍ਰਿਮੀਨਲ ਕੇਸ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ। ਸਿਵਲ ਕੇਸ ਦੇ ਵਿੱਚ ਵੀ ਇਮਿਊਨਿਟੀ ਮਿਲੀ ਹੈ, ਬਟ ਸਿਵਲ ਕੇਸ ਦੇ ਵਿੱਚ ਅਸੀਂ ਕਾਰਵਾਈ ਪਾ ਸਕਦੇ ਹਾਂ ਇਹਨਾਂ ਦੇ ਉੱਪਰ 2 ਮਹੀਨਿਆਂ ਦਾ ਨੋਟਿਸ ਦੇਣ ਤੋਂ ਬਾਅਦ, ਯਾਨੀ ਕਿ ਪਹਿਲਾਂ ਆਪਾਂ 2 ਮਹੀਨਿਆਂ ਦਾ ਨੋਟਿਸ ਦੇਵਾਂਗੇ, ਜਦੋਂ 2 ਮਹੀਨਿਆਂ ਦਾ ਨੋਟਿਸ ਐਕਸਪਾਇਰ ਹੁੰਦਾ ਉਸ ਤੋਂ ਬਾਅਦ ਆਪਾਂ ਇਹਨਾਂ ਪਰ ਸਿਵਲ ਕੇਸ ਵਾਲੀ ਸਿਚੁਏਸ਼ਨ ਦੇ ਵਿੱਚ ਇਹਨਾਂ ਨੂੰ ਆਪਾਂ ਅਰੈਸਟ ਵੀ ਕਰ ਸਕਦੇ ਹਾਂ ਅਤੇ ਕਾਰਵਾਈ ਵੀ ਪਾ ਸਕਦੇ ਹਾਂ।
ਇਹ ਸੀਗੀ ਐਕਸੈਪਸ਼ਨ। ਤੇ नो पर्सन शैल बी लाइबल टू एनी कोर्ट, नो पर्सन शैल बी लाइबल टू एनी सिविल और क्रिमिनल प्रोसीडिंग्स इन एनी कोर्ट। जे वो किसी न्यूज़पेपर का जर्नलिस्ट है, जे मतलब यानी कि लोक सभा या राज्य सभा की किसी प्रोसीडिंग नूं अपने अखबार दे विच छापदा है, जे वो सच्ची खबर छापदा है तो उन्होंने असी कोर्ट दे विच जुम्मेवार या फिर अनसरेबल नहीं ठहरा सकते। तो कोई भी मैंबर ऑफ पार्लीमेंट, किसी भी मैंबर ऑफ पार्लीमेंट नूं असी चलदी प्रोसीडिंग के दौरान अरैसट नहीं कर सकते। यह हैगा अंडर आर्टिकल 105 जी पार्लीमेंटेरियन है उन्होंने जी इम्यूनिटीज़ मिलियां ने, रियायतां मिलियां हुई ने। नो पर्सन ऑफ लैजिसलेटिव ऑफ स्टेट शैल बी लाइबल टू एनी प्रोसीडिंग्स इन एनी कोर्ट इन रिस्पैक्ट टू एनीथिंग सैड और डन और वोट गिवन बाय हिम लैजिसलेचर। उसी तरह जिवें आपां सेंटर की गल की, उसी तरह स्टेट की गल करते हैं। जिहड़ा स्टेट का साडा लैजिसलेचर है, साडी जिहड़ी विधान सभा है, उहदे विच जे कोई भी MP कुछ बोलदा है जां कोई इहो जिहा काम करदा जां फिर कहे मुताबक वोट नहीं दिंदा, तां उहनूं भी असीं अनसरेबल कोर्ट दे विच नहीं कह सकते भी हुण तूं जवाब दे कोर्ट दे विच जाके। फिर आपां गल करांगे आर्टिकल 31 की। आर्टिकल जिहड़ा अपना 31 है, आर्टिकल 31 हैगा एक्सैप्शन टू आर्टिकल 14। आर्टिकल 31C, आर्टिकल 31C ये कहता है जिथे आर्टिकल 31C ये कहता है अंडर आर्टिकल 39B ते C, आर्टिकल जो 39B ते C जिहड़ा कि डायरैक्टिव प्रिंसीपल्स है, जे आपां कोई स्टेट डायरैक्टिव प्रिंसीपल नूं लागू करन दे लई आर्टिकल 39C या आर्टिकल 39B के तहत कोई कानून बनाती है तो वह वायलेट करता है आर्टिकल 14 के हेठ जिहड़े सानूं राइट्स मिले ने, तो असीं उहनूं चैलेंज नहीं कर सकते कोर्ट दे विच। असीं इस बेस से चैलेंज नहीं कर सकते कि वह आर्टिकल 14 नूं वायलेट कर रहा है। मतलब ये कह रहा है आर्टिकल 31C, आर्टिकल 31C दे विच यह कहा गया जे कोई सरकार डायरैक्टिव प्रिंसीपल नूं लागू करन दे लई कोई कानून बनाती है, क्योंकि वैसे तो इनफोर्सिबल नहीं है ये डायरैक्टिव प्रिंसीपल्स, बट इनू हैल्प ली जा सकती है लॉ दे विच इन्हां दी। इस करके ये कह रहा है 31C आर्टिकल 39B ते C, आर्टिकल 39B ते C जिहड़े कि डायरैक्टिव प्रिंसीपल्स ने, जे उन्हां दा यूज़ किया जाता है किसी लॉ नूं बनाउण दे लई ते आर्टिकल 14 नूं वायलेट करते हैं, तो असीं असीं संविधानिक तौर के उपर कोर्ट दे विच जाके चैलेंज नहीं कर सकते। जिथे आर्टिकल 31C आऊगा आर्टिकल 14 बाहर हो जाऊगा। फिर उस तो बाद है फॉरन सॉवरन जिहड़े रूलर्स ने, जे कोई विदेश तो आंदा है, यानी कि कोई उन्हां दा राजा आंदा है, डिप्लोमैट आंदा है, अंबैसडर आंदा है, वो भी क्रिमिनल ते सिविल प्रोसीडिंग्स तो पूरी तरह इम्यून ने। फिर है आर्टिकल 15, आर्टिकल 15 करता है प्रोहिबिशन ऑफ डिस्क्रिमिनेशन ऑन सर्टेन ग्राउंड्स, भी जी स्टेट आ वो डिस्क्रिमिनेट नहीं कर सकती अगेंस्ट एनी सिटीजन ऑन ग्राउंड्स ओनली एक रिलीजन, एक रेस, कास्ट, सैक्स और प्लेस ऑफ बर्थ। इन्हों छड्ड के इन्हां 5 चीज़ों छड्ड के साडे नाल डिस्क्रिमिनेट किया जा सकता, बट इन्हां दे बेस के उपर नहीं किया जा सकता, ये आर्टिकल 15 कहता है। तो ये दियां 4 एक्सैप्शनस ने, आपां हर आर्टिकल करते जावांगे उसकी की प्रोविजन ने तो वो किहड़ियां एक्सैप्शनस ने। उसी तरह आपां जिवें 14 च कीता एक्सैप्शनस, उसी तरह 15 दे विच भी कुछ एक्सैप्शनस ने डिस्क्रिमिनेशन नूं लैके। जिवें आपां जिवें हुणी गल कीती भी आपां डिस्क्रिमिनेट नहीं कर सकते सानूं जेंडर के आधार पर, रिलीजन, कास्ट, सैक्स एंड प्लेस ऑफ बर्थ। फिर तुसीं कहोगे भी जिहड़ी वीमेनस ने जे उन्हां लई कोई स्पैशल अधिकार बनता है, जां फिर उन्हां नूं किते रिजर्वेशन दित्ती जाती है, फिर तो वो डिस्क्रिमिनेट होया जेंडर के आधार पर। यही गल आपां कीती है भी सरकार पॉजिटिव डिस्क्रिमिनेशन कर सकती है, किसी नूं अपलिफ्ट करन दे लई आपां पॉजिटिव डिस्क्रिमिनेशन कर सकते, नैगेटिव डिस्क्रिमिनेशन नहीं कर सकते। आर्टिकल 15 सानूं अलाउ करदा स्टेट नूं भी कि वह पॉजिटिव डिस्क्रिमिनेशन करे। इसे करके जे कोई विशेष कानून बनता है, जां कोई बच्चों लिए बनता है, जां कोई औरतों के लिए बनता है, तो उन्होंने असीं चैलेंज नहीं कर सकते कि यह जेंडर इनइक्वैलिटी यानी कि जेंडर के तौर पर सरकार साडे नाल भेदभाव कर रही है। उसी तरह स्पैशल प्रोविजनस ने एडवांसमेंट ऑफ सोशली एंड एजुकेशनली बैकवर्ड क्लास, जिहड़ियां कि एजुकेशनली तौर पर या फिर सोशली पछड़ियां हुई जातियां ने, उन्होंने भी सरकार कुछ प्रोविजनस बना सकती है। रिगार्डिंग देयर एडमिशन टू एजुकेशनल इंस्टीट्यूट्स इनकलूडिंग प्राइवेट एजुकेशन इंस्टीट्यूट्स, उहदे विच सीटां नूं राखवियां रख सकती है सरकार। उसी तरह जी हुण नवीं कैटेगरी आई है EWS इकनॉमिकली वीकर सैक्शन, उहदे लई भी आर्टिकल 15 के तहत कुछ जिहड़े विशेष प्रोविजनस ने सरकार वो कर सकती है। फिर उस तो बाद हैगा आर्टिकल 16, आर्टिकल 16, आर्टिकल 16 लिखा भी जिन्हें भी सरकारी इंपलॉयमेंट है हर एक नूं बराबर की अपॉर्चुनिटी दी जाएगी।
ਉਹਨਾਂ ਦੇ ਉੱਪਰ ਜਿਸ ਤਰ੍ਹਾਂ 15 ਦੇਖਿਆ ਵੀ ਉਹ ਕਿਹੜੇ ਗਰਾਊਂਡਸ ਨੇ ਜਿਨ੍ਹਾਂ ਨੂੰ ਛੱਡ ਕੇ ਸਰਕਾਰ ਸਾਡੇ ਪਰ ਮਤਭੇਦ ਕਰ ਸਕਦੀ ਹੈ, ਡਿਸਕ੍ਰਿਮੀਨੇਟ ਕਰ ਸਕਦੀ ਹੈ, ਬਟ ਉਹ ਜਿਹੜੇ 5 ਮੈਂਸ਼ਨ ਨੇ ਸੰਵਿਧਾਨ ਦੇ ਵਿੱਚ ਉਹਨਾਂ ਉੱਪਰ ਨਹੀਂ ਕੀਤਾ ਜਾ ਸਕਦਾ। ਉਸੇ ਤਰ੍ਹਾਂ 16 ਦੇ ਵਿੱਚ ਵੀ ਕੁਝ ਗਰਾਊਂਡਸ ਮੈਂਸ਼ਨ ਨੇ, ਉਹ ਸੇਮ ਹੀ ਗਰਾਊਂਡਸ ਨੇ, ਰਿਲੀਜਨ, ਰੇਸ, ਕਾਸਟ, ਸੈਕਸ, ਡਿਸੈਂਟ ਐਂਡ ਪਲੇਸ ਆਫ ਬਰਥ। ਔਰ ਇੱਕ ਡਿਸੈਂਟ ਨਵਾਂ ਸ਼ਬਦ ਹੈ। ਇਹਨਾਂ 5 ਨੂੰ ਛੱਡ ਕੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਸਕਦਾ ਹੈ। ਹੁਣ ਇਹਦੀਆਂ ਵੀ ਕੁਝ ਐਕਸੈਪਸ਼ਨਸ ਨੇ। ਸਭ ਤੋਂ ਪਹਿਲੀ ਐਕਸੈਪਸ਼ਨ ਤਾਂ ਇਹੀ ਹੈ ਰੈਜ਼ਰਵੇਸ਼ਨ, ਜਿਹੜੀ ਸਟੇਟ ਹੈ ਉਹ ਰੈਜ਼ਰਵੇਸ਼ਨ ਦੇ ਸਕਦੀ ਹੈ। ਤੇ ਲਾ ਕੈਨ ਪ੍ਰੋਵਾਈਡ ਇਨਕੰਬੈਂਟ ਆਫ ਐਨ ਆਫਿਸਰ related to religious or denomination institutions or a member of its governing body should belong to the particular religion or denomination। ਇਹਦਾ ਮਤਲਬ ਇਹ ਹੈ ਜਿਵੇਂ ਕੋਈ ਜਿਵੇਂ SGPC ਹੈ, ਜਿਹੜੀ SGPC ਹੈ ਉਹ ਆਪਣਾ ਜਿਹੜੀ SGPC ਬੋਡੀ ਹੈ ਉਹ ਆਪਣੇ ਕੰਮ ਨੂੰ ਆਪ ਰੈਗੂਲੇਟ ਕਰ ਸਕਦੀ ਹੈ। ਉਹਨਾਂ ਲਈ ਕਿਹੜੇ ਸਪੈਸ਼ਲ ਆਫਿਸਰਸ ਨੇ ਉਹ ਲੱਗ ਸਕਦੇ ਨੇ ਉਹਨਾਂ ਦੇ ਹੀ ਰਿਲੀਜਨ ਦੇ। ਉਸੇ ਤਰ੍ਹਾਂ ਆਪਾਂ ਜਿਹੜੀ ਹੁਣ ਨਵੀਂ ਗੱਲ ਕੀਤੀ ਸੀਗੀ ਜਿਹੜੀ ਕਿ EWS ਹੈ, EWS ਜਿਹੜਾ ਨਵਾਂ ਕੋਟਾ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਦਾ, ਉਹ ਐਡ ਕਿਹੜੀ ਅਮੈਂਡਮੈਂਟ ਦੇ ਨਾਲ ਹੋਇਆ? 103 ਅਮੈਂਡਮੈਂਟ ਸੀਗੀ, ਯਾਨੀ ਕਿ 1/3 103 ਜਿਹੜੀ ਅਮੈਂਡਮੈਂਟ ਐਕਟ ਹੈ 2019 ਦਾ, ਇਹ ਉਸ ਦੇ ਨਾਲ ਅਸੀਂ ਇਹਦੇ ਵਿੱਚ ਇੰਟਰੋਡਿਊਸ ਕੀਤਾ EWS। ਉਸ ਤੋਂ ਬਾਅਦ ਹੈਗਾ ਆਰਟੀਕਲ 17 ਐਬੋਲਿਸ਼ਨ ਆਫ ਅਨਟੱਚੇਬਿਲਿਟੀ, ਛੂਆਛੂਤ, ਜਿਹਨੂੰ ਗਾਂਧੀ ਹਰੀਜਨ ਦੇ ਨਾਮ ਨਾਲ ਵੀ ਜਾਣਦਾ ਹੈ। ਜਿਹੜੀ ਟਰਮ ਅਨਟੱਚੇਬਿਲਿਟੀ ਹੈ ਇਹ ਕਿਤੇ ਵੀ ਕੌਨਸਟੀਟਿਊਸ਼ਨ ਦੇ ਵਿੱਚ ਡਿਫਾਈਨ ਨਹੀਂ ਕੀਤੀ ਗਈ ਵੀ ਅਨਟੱਚੇਬਿਲਿਟੀ ਹੈਗੀ ਕੀ ਹੈ। ਫਿਰ ਉਸ ਤੋਂ ਬਾਅਦ ਹੈਗਾ ਆਰਟੀਕਲ 18। ਹੁਣ ਆਪਾਂ ਗੱਲ ਕਰਾਂਗੇ ਆਰਟੀਕਲ 18 ਦੀ, ਜਿਹੜਾ ਕਿ ਐਬੋਲਿਸ਼ਨ ਆਫ ਟਾਈਟਲਸ ਹੈ। ਜਿਵੇਂ ਆਪਾਂ ਸ਼ੁਰੂ 'ਚ ਦੇਖਿਆ ਵੀ ਉਹ ਟਾਈਟਲਸ ਕਿਹੜੇ ਕਿਹੜੇ ਪ੍ਰੋਹਿਬਿਟ ਕਰਦਾ ਹੈ। ਉਹ ਟਾਈਟਲ ਕਰਦਾ ਹੈ ਜਿਵੇਂ ਆਪਾਂ ਕਿਸੇ ਤੋਂ ਅਸੈਪਟ ਨਹੀਂ ਕਰ ਸਕਦੇ, ਕਿਸੇ ਬਾਹਰਲੇ ਦੇਸ਼ ਤੋਂ ਸਾਨੂੰ ਕਹਿ ਦੇਣ ਸਰ ਜਾਂ ਸਰ ਲਗਾਤਾ ਜਾਂ ਨਵਾਬ ਲਗਾਤਾ ਹੁਣ ਦੇ ਵਿੱਚ, ਤਾਂ ਇਹ ਸਭ ਦੇ ਉੱਪਰ ਰੋਕ ਹੈ। ਆਪਾਂ ਸਿਰਫ ਕਿਹੜੇ ਅਸੈਪਟ ਕਰ ਸਕਦੇ ਹਾਂ ਉਹ ਹੈਗੇ ਨੇ ਅਕੈਡਮਿਕ, ਜਿਵੇਂ ਡਾਕਟਰੇਟ ਹੋ ਗਿਆ, ਅਤੇ ਜਾਂ ਫਿਰ ਜਿਹੜੇ ਸਾਡੇ ਗਲੈਂਟਰੀ ਅਵਾਰਡਸ ਨੇ, ਜਾਂ ਫਿਰ ਜਿਹੜੇ ਸਾਡੇ ਜਿਵੇਂ ਪਦਮ ਸ਼੍ਰੀ ਹੋ ਗਿਆ, ਪਦਮ ਵਿਭੂਸ਼ਣ ਹੋ ਗਿਆ, ਆਪਾਂ ਇਹ ਅਸੈਪਟ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਪ੍ਰੋਵੀਜ਼ਨਸ ਨੇ, ਜੇ ਕੋਈ ਵੀ ਫੋਰਨਰ ਹੈ, ਕੋਈ ਵੀ ਫੋਰਨਰ ਕਿਸੇ ਵੀ ਹੋਲਡ ਕਰ ਰਿਹਾ ਹੈ ਸਾਡੀ ਟਰਸਟ ਨੂੰ ਜਾਂ ਫਿਰ ਆਫਿਸ ਆਫ ਪ੍ਰੋਫਿਟ ਅੰਡਰ ਐਨੀ ਸਟੇਟ, ਉਹ ਵੀ ਅਸੈਪਟ ਨਹੀਂ ਕਰ ਸਕਦਾ ਕਿਸੇ ਬਾਹਰਲੇ ਦੇਸ਼ ਤੋਂ ਕੋਈ ਵੀ ਟਾਈਟਲ ਬਿਨਾਂ ਸਾਡੇ ਰਾਸ਼ਟਰਪਤੀ ਦੀ ਮਨਜ਼ੂਰੀ ਲਏ। ਕੋਈ ਵੀ ਸਿਟੀਜ਼ਨ ਹੋਵੇ ਜਾਂ ਫਿਰ ਫੋਰਨਰ ਹੋਵੇ, ਸਿਟੀਜ਼ਨ ਜਾਂ ਫਿਰ ਫੋਰਨਰ ਜੇ ਕੋਈ ਹੋਲਡ ਕਰ ਰਿਹਾ ਕੋਈ ਵੀ ਆਫਿਸ ਆਫ ਪ੍ਰੋਫਿਟ ਅੰਡਰ ਦਾ ਟਰਸਟ ਆਫ ਸਟੇਟ, ਤਾਂ ਉਹ ਵੀ ਅਸੈਪਟ ਨਹੀਂ ਕਰ ਸਕਦਾ ਬਿਨਾਂ ਰਾਸ਼ਟਰਪਤੀ ਤੋਂ ਪੁੱਛੇ ਹੋਏ। ਇਹ ਸੀਗੇ ਕੁਛ ਪ੍ਰੋਵੀਜ਼ਨਸ। ਅਤੇ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਵੀ ਕੌਨਸਟੀਟਿਊਸ਼ਨਲੀ ਵੈਲਿਡਸ ਨੇ ਜਿਹੜੇ ਸਾਡੇ ਨੈਸ਼ਨਲ ਅਵਾਰਡਸ ਨੇ, ਇਹ ਕੌਨਸਟੀਟਿਊਸ਼ਨਲੀ ਵੈਲਿਡਸ ਨੇ ਜਿਹੜੇ ਸਾਡੇ ਨੈਸ਼ਨਲ ਅਵਾਰਡਸ ਨੇ, ਜਿਵੇਂ ਭਾਰਤ ਰਤਨ ਹੋ ਗਿਆ, ਪਦਮ ਵਿਭੂਸ਼ਣ ਹੋ ਗਿਆ, ਪਦਮ ਵਿਭੂਸ਼ਣ ਐਂਡ ਪਦਮ ਸ਼੍ਰੀ, ਪਰ ਇਹਨਾਂ ਨੂੰ ਆਪਾਂ ਐਜ਼ ਏ ਸਫਿਕਸ ਜਾਂ ਫਿਰ ਪ੍ਰੀਫਿਕਸ ਯੂਜ਼ ਨਹੀਂ ਕਰ ਸਕਦੇ। ਜਿਵੇਂ ਆਪਾਂ ਇਹ ਕਹਿਣ ਦਾ ਮਤਲਬ ਇਹ ਹੈ, ਮੈਂ ਇਹ ਨਹੀਂ ਕਹਿ ਸਕਦਾ ਜੇ ਆਪਣੇ ਨਾਮ ਦੇ ਮੂਹਰੇ ਲਗਾ ਦਾਂ ਅਰਜੁਨ ਅਵਾਰਡੀ ਜਾਂ ਫਿਰ ਲਗਾ ਦਾਂ ਪਦਮ ਸ਼੍ਰੀ ਪਿੱਛੇ ਆਪਣਾ ਨਾਮ ਲਿਖਦਾ, ਤਾਂ ਇਹ ਸਭ ਬੈਨ ਹੈ, ਆਪਾਂ ਇਹ ਕੰਮ ਨਹੀਂ ਕਰ ਸਕਦੇ, ਇਹ ਇਲੀਗਲ ਹੈ। ਜਿਹੜੀ ਇਹ ਨੈਸ਼ਨਲ ਅਵਾਰਡਸ ਦੀ ਆਪਾਂ ਗੱਲ ਕਰੀਏ, ਇਹ 1954 ਦੇ ਵਿੱਚ ਇਸਟੈਬਲਿਸ਼ ਕੀਤੇ ਗਏ ਸੀ। 1954 ਦੇ ਵਿੱਚ ਇਹ ਨੈਸ਼ਨਲ ਅਵਾਰਡਸ ਆਏ ਸੀਗੇ ਡਿਊਰਿੰਗ, ਅਤੇ ਉਸ ਤੋਂ ਬਾਅਦ ਜਿਹੜੀ ਜਨਤਾ ਪਾਰਟੀ ਗਵਰਨਮੈਂਟ ਸੀਗੀ, ਮੁਰਾਰਜੀ ਦੇਸਾਈ ਜਿਹੜਾ ਕਿ ਲੀਡ ਕਰ ਰਿਹਾ ਸੀਗਾ ਇਸ ਪਾਰਟੀ ਨੂੰ, ਇਹਨੇ ਡਿਸਕੰਟੀਨਿਊ ਕਰਤੇ ਸੀ ਅਵਾਰਡ 1977 ਦੇ ਵਿੱਚ। 1977 ਦੇ ਵਿੱਚ ਜਿਹੜੇ ਨੈਸ਼ਨਲ ਅਵਾਰਡ ਨੇ ਡਿਸਕੰਟੀਨਿਊ ਹੋ ਗਏ ਸੀਗੇ, ਜਿਹਨੂੰ ਦੁਬਾਰਾ ਤੋਂ ਰਿਵਾਈਵ ਕਰਦੀ ਹੈ ਇੰਦਰਾ ਗਾਂਧੀ 1980 ਦੇ ਵਿੱਚ। ਤਾਂ ਉਰੋਂ 3 ਕੁਐਸਚਨਸ ਨਿਕਲ ਕੇ ਸਾਹਮਣੇ ਆਉਂਦੇ ਨੇ ਵੀ ਜਿਹੜੇ ਨੈਸ਼ਨਲ ਅਵਾਰਡ ਨੇ ਪਹਿਲੀ ਵਾਰੀ ਕਦੋਂ ਇੰਸਟੀਟਿਊਟ ਕੀਤੇ ਗਏ। ਆਨਸਰ ਹੋਏਗਾ 1954। ਇਹਨੂੰ ਬੈਨ ਕਿਹਨੇ ਕੀਤਾ ਸੀਗਾ? ਮੁਰਾਰਜੀ ਦੇਸਾਈ ਨੇ ਬੈਨ ਕੀਤਾ ਸੀ 1977 ਦੇ ਵਿੱਚ, 1977। ਅਤੇ ਦੁਬਾਰਾ ਤੋਂ ਰਿਵਾਈਵ ਕਰਨ ਵਾਲੀ ਕੌਣ ਸੀ? ਇੰਦਰਾ ਗਾਂਧੀ ਇਨ 1980। ਦੁਬਾਰਾ ਤੋਂ ਇਹਨਾਂ ਨੂੰ ਇੰਸਟਾਲ ਕਰ ਦਿੱਤਾ ਗਿਆ ਸੀ ਅਵਾਰਡਸ ਨੂੰ। ਹੁਣ ਹੈਗਾ ਆਰਟੀਕਲ 19 ਜਿਹੜਾ ਕਿ ਗਰੰਟੀ ਕਰਦਾ ਹੈ ਇੰਡੀਅਨ ਸਿਟੀਜ਼ਨਸ ਨੂੰ 6 ਰਾਈਟਸ। ਉਹ ਰਾਈਟ ਹੈਗੇ ਨੇ, ਰਾਈਟ ਟੂ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ, ਜਿਵੇਂ ਮੈਂ ਉਹਨੇ ਬੋਲ ਰਿਹਾ ਤੁਹਾਡੇ ਸਾਹਮਣੇ, ਸਪੀਚ ਐਂਡ ਐਕਸਪ੍ਰੈਸ਼ਨ, ਮੈਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ ਅੰਡਰ ਆਰਟੀਕਲ 19। ਅਤੇ ਰਾਈਟ ਟੂ ਅਸੈਂਬਲ ਪੀਸਫੁਲੀ ਵਿਦਾਊਟ ਆਰਮਸ, ਅਸੀਂ ਕਿਤੇ ਵੀ ਇਕੱਠੇ ਹੋ ਸਕਦੇ ਹਾਂ, ਐਸੋਸੀਏਸ਼ਨ ਬਣਾ ਸਕਦੇ ਹਾਂ ਬਿਨਾਂ ਹਥਿਆਰਾਂ ਤੋਂ। ਰਾਈਟ ਟੂ ਫਾਰਮ ਐਸੋਸੀਏਸ਼ਨ, ਯੂਨੀਅਨਸ ਐਂਡ ਕੋਆਪਰੇਟਿਵ ਸੁਸਾਇਟੀਜ਼, ਅਸੀਂ ਯੂਨੀਅਨ ਵੀ ਬਣਾ ਸਕਦੇ ਹਾਂ ਅਤੇ ਕੋਆਪਰੇਟਿਵ ਸੁਸਾਇਟੀਜ਼ ਵੀ ਬਣਾ ਸਕਦੇ ਹਾਂ। ਰਾਈਟ ਟੂ ਮੂਵ ਫਰੀਲੀ ਥਰੂ ਆਊਟ ਦ ਟੈਰੀਟਰੀ ਆਫ ਇੰਡੀਆ, ਮੈਂ ਚਾਹੇ ਬੰਬੇ ਜਾ ਕੇ ਰਵਾਂ ਜਾਂ ਫਿਰ ਗੋਆ ਦੇ ਵਿੱਚ ਜਾਂ ਫਿਰ ਕਿਤੇ ਹੋਰ, ਇਹ ਮੈਨੂੰ ਰਾਈਟ ਹੈਗਾ, ਮੈਂ ਇੱਕ ਫਰੀਲੀ ਮੂਵ ਕਰ ਸਕਦਾ ਹਿੰਦੁਸਤਾਨ ਦੀ ਟੈਰੀਟਰੀ ਦੇ ਵਿੱਚ। ਰਾਈਟ ਟੂ ਰਿਜ਼ਾਈਡ ਐਂਡ ਸੈਟਲ ਇਨ ਐਨੀ ਪਾਰਟ ਐਂਡ ਟੈਰੀਟਰੀ ਆਫ ਇੰਡੀਆ, ਮੈਂ ਕਿਤੇ ਵੀ ਜਾ ਕੇ ਰਹਿ ਸਕਦਾ।
ਰਾਈਟ ਟੂ ਪ੍ਰੈਕਟਿਸ ਐਨੀ ਪ੍ਰੋਫੈਸ਼ਨ ਔਨ ਕੈਰੀ ਆਊਟ ਐਨੀ ਆਕੂਪੇਸ਼ਨ ਟ੍ਰੇਡ ਔਰ ਬਿਜ਼ਨਸ। ਉਰੇ ਗੱਲ ਕਰ ਰਹੇ ਮੈਂ ਕੋਈ ਵੀ ਟ੍ਰੇਡ ਕਰ ਸਕਦਾ, ਕੋਈ ਵੀ ਪ੍ਰੋਫੈਸ਼ਨ ਕਰ ਸਕਦਾ, ਕੋਈ ਵੀ ਕਿੱਤਾ ਕਰ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਕੱਲ੍ਹ ਨੂੰ ਇਹ ਕਹਾਂ ਮੈਂ ਹਥਿਆਰਾਂ ਦੀ ਫੈਕਟਰੀ ਲਗਾਉਣਾ ਜਾ ਕੇ ਤਾਂ ਇਹ ਬੈਨ ਹੈ। ਇਹਦੇ ਕੁਛ ਚੀਜ਼ਾਂ ਸਾਨੂੰ ਲਾਇਸੈਂਸ ਲੈਣੇ ਪੈਣ। ਜਿਹੜੇ 6 ਰਾਈਟ ਨੇ ਇਹ ਸਾਨੂੰ ਪ੍ਰੋਟੈਕਟ ਕਰਦੇ ਨੇ ਅਗੇਂਸਟ ਸਟੇਟ। ਇਹ ਸਾਰੇ ਇੰਡੀਵਿਜੂਅਲ ਨੂੰ ਪ੍ਰੋਟੈਕਟ ਕਰਦੇ ਨੇ। ਜਿਹੜੇ 6 ਰਾਈਟਸ ਨੇ ਇਹ ਕਿਸੇ ਕੰਪਨੀ ਜਾਂ ਫਿਰ ਫੋਰਨਰਸ ਨੂੰ ਨਹੀਂ ਮਿਲੇ ਹੋਏ। ਜਿਹੜੇ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਹੁਣ ਇਹਦੇ ਵਿੱਚ ਬਹੁਤ ਕੁਛ ਆ ਜਾਂਦਾ। ਜਿਵੇਂ ਆਪਾਂ ਹੁਣੀ ਪਹਿਲੀ ਪ੍ਰੋਵੀਜ਼ਨ ਦੇਖੀ ਸੀ ਆਰਟੀਕਲ 19 ਦੀ, ਜਿਹੜੇ ਸਾਨੂੰ 6 ਰਾਈਟਸ ਮਿਲੇ ਨੇ। ਸਭ ਤੋਂ ਪਹਿਲਾਂ ਆਪਾਂ ਦੇਖਿਆ ਸੀਗਾ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਜਿਹਦੇ ਵਿੱਚ ਸਾਨੂੰ ਬੋਲਣ ਦਾ ਅਧਿਕਾਰ ਹੈ, ਸਾਡੇ ਜਿਹੜੇ ਕੀ ਵਿਚਾਰ ਨੇ ਉਹ ਰੱਖਣ ਦਾ ਅਧਿਕਾਰ ਹੈ। ਹੁਣ ਇਸ ਡੈਫੀਨੇਸ਼ਨ ਦੇ ਵਿੱਚ ਬਹੁਤ ਕੁਛ ਆ ਜਾਂਦਾ ਹੈ, ਉਹ ਆਪਾਂ ਹੌਲੀ ਹੌਲੀ ਸਾਰੀ ਪ੍ਰੋਵੀਜ਼ਨਸ ਦੇਖਾਂਗੇ, ਕਿਉਂਕਿ ਐਗਜ਼ਾਮ 'ਚ ਕਈ ਵਾਰ ਪੁੱਛਿਆ ਹੁੰਦਾ ਵੀ ਇਹ ਰਾਈਟ ਟੂ ਫਰੀडम ਆਫ ਸਪੀਚ ਆਫ ਐਕਸਪ੍ਰੈਸ਼ਨ ਦੇ ਵਿੱਚ ਕਿਹੜਾ ਇਨਕਲੂਡ ਨਹੀਂ ਹੈਗਾ ਜਾਂ ਫਿਰ ਕਿਹੜਾ ਇਨਕਲੂਡ ਹੈ। ਉਹ ਹੈਗਾ ਰਾਈਟ ਟੂ ਪ੍ਰੋਪਾਗੇਟ ਵਨਸ ਵਿਊ ਐਜ਼ ਵੈਲ ਐਜ਼ ਵਿਊਜ਼ ਆਫ ਅਦਰ। ਅਸੀਂ ਆਪਣੇ ਵਿਚਾਰ ਵੀ ਰੱਖ ਸਕਦੇ ਹਾਂ, ਦੂਜੇ ਨਾਲ ਸਹਿਮਤੀ ਵੀ ਪ੍ਰਗਟਾ ਸਕਦੇ ਹਾਂ। ਫਰੀडम ਆਫ ਪ੍ਰੈਸ, ਇਹ ਬੀ ਹੈਗਾ 19B। ਕਈ ਵਾਰ ਪੁੱਛਿਆ ਹੁੰਦਾ ਹੈ ਵੀ ਜਿਹੜਾ ਫਰੀडम ਆਫ ਪ੍ਰੈਸ ਹੈ ਇਹ ਕਿਹੜੇ ਆਰਟੀਕਲ ਦੇ ਵਿੱਚ ਮੈਂਸ਼ਨ ਹੈ, ਤਾਂ 19 ਦੇ ਨਾਲ ਬਹੁਤ ਸਾਰੇ ਅੱਗੇ ਸਬ ਕਲੌਜ਼ ਲੱਗ ਜਾਣਗੇ 19A-B-C, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਹੈਗਾ ਅੰਡਰ ਆਰਟੀਕਲ 19B। 19B ਦੇ ਵਿੱਚ ਸਾਨੂੰ ਮਿਲਿਆ ਹੋਇਆ ਫਰੀडम ਆਫ ਪ੍ਰੈਸ। 19C ਦੇ ਵਿੱਚ ਲਿਖਦਾ ਹੈ ਫਰੀडम ਆਫ ਕਮਰਸ਼ੀਅਲ ਐਡਵਰਟੀਜ਼ਮੈਂਟਸ। 19D ਦੇ ਵਿੱਚ ਹੈਗਾ ਰਾਈਟ ਅਗੇਂਸਟ ਟੈਪਿੰਗ ਆਫ ਫੋਨ ਕਨਵਰਸੇਸ਼ਨ। ਸਾਡਾ ਫੋਨ ਟੈਪ ਨਹੀਂ ਕੀਤਾ ਜਾ ਸਕਦਾ, ਹਾਲਾਂਕਿ ਹੁੰਦਾ ਉਹ ਵੱਖਰੀ ਗੱਲ ਹੈ। ਅਤੇ 19E ਰਾਈਟ ਟੂ ਟੈਲੀਕਾਸਟ, ਦੈਟ ਇਜ਼ ਗਵਰਨਮੈਂਟ ਹੈਜ਼ ਨੋ ਮੋਨੋਪਲੀ ਔਨ ਔਨ ਇਲੈਕਟ੍ਰੋਨਿਕ ਮੀਡੀਆ। ਤੁਹਾਨੂੰ ਪਤਾ ਹੈ ਲੈਵਲ 'ਤੇ ਕਿੰਨਾ ਕੁ ਸੱਚ ਹੈ। 19F ਰਾਈਟ ਅਗੇਂਸਟ ਬੰਦ ਕਾਲਡ ਬਾਈ ਪੋਲੀਟੀਕਲ ਪਾਰਟੀਜ਼ ਔਰ ਆਰਗੇਨਾਈਜੇਸ਼ਨ। ਜਿਵੇਂ ਹੜਤਾਲ ਹੋ ਜਾਂਦੀ ਹੈ, ਇਹ ਇਲੀਗਲ ਹੈ, ਸਟ੍ਰਾਈਕ ਇਹ ਇਲੀਗਲ ਹੈ, ਤੁਸੀਂ ਬੰਦ ਨਹੀਂ ਕਰ ਸਕਦੇ। ਰਾਈਟ ਟੂ ਨੋ ਅਬਾਊਟ ਗਵਰਨਮੈਂਟ ਐਕਟੀਵਿਟੀਜ਼, ਤੁਸੀਂ RTI ਪਾ ਕੇ ਦੇਖ ਸਕਦੇ ਹੋ ਗਵਰਨਮੈਂਟ ਕੀ ਕੰਮ ਕਰ ਰਹੀ ਹੈ ਅਤੇ ਗਵਰਨਮੈਂਟ ਨੂੰ ਜਵਾਬ ਦੇਣਾ ਪਏਗਾ। ਫਰੀडम ਆਫ ਸਾਇਲੈਂਸ, ਜੇ ਸਾਨੂੰ ਬੋਲਣ ਦਾ ਅਧਿਕਾਰ ਹੈ ਤਾਂ ਸਾਨੂੰ ਚੁੱਪ ਰਹਿਣ ਦਾ ਵੀ ਅਧਿਕਾਰ ਹੈਗਾ। ਰਾਈਟ ਅਗੇਂਸਟ ਇੰਪੋਜੀਸ਼ਨ ਆਫ ਪ੍ਰੀ ਸੈਂਸਰਸ਼ਿਪ ਔਨ ਨਿਊਜ਼ਪੇਪਰ, ਕਿਸੇ ਵੀ ਅਖਬਾਰ ਦੇ ਉੱਪਰ ਅਸੀਂ ਸੈਂਸਰ ਕਰਕੇ ਉਹਨੂੰ ਰੋਕ ਨਹੀਂ ਸਕਦੇ। ਰਾਈਟ ਟੂ ਡੈਮੋਨਸਟ੍ਰੇਸ਼ਨ ਔਰ ਪਿਕਟਿੰਗ ਅਪ ਬਟ ਨਾਟ ਰਾਈਟ ਟੂ ਸਟ੍ਰਾਈਕ, ਸਾਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਬਟ ਸਟ੍ਰਾਈਕ ਕਰਨ ਦਾ ਨਹੀਂ ਹੈਗਾ। ਇੱਕ ਉਸੀ ਤਰ੍ਹਾਂ ਆਪਾਂ ਜਿਸ ਮੀਡੀਅਮ ਦੇ ਨਾਲ ਅੱਜ ਗੱਲ ਕਰ ਰਹੇ ਹਾਂ ਹੈਗਾ ਰਾਈਟ ਟੂ ਇੰਟਰਨੈਟ। ਜੀ ਹਾਂ, ਰਾਈਟ ਟੂ ਇੰਟਰਨੈਟ 19(1)A ਐਂਡ 19(1)G, ਇਸ ਦੇ ਤਹਿਤ ਸਾਨੂੰ ਅਧਿਕਾਰ ਹੈ ਰਾਈਟ ਟੂ ਅਸੈਸ ਇੰਟਰਨੈਟ। ਅਸੀਂ ਇਹਦੇ ਉੱਪਰ ਆਪਣਾ ਬਿਜ਼ਨਸ ਕਰ ਸਕਦੇ ਹਾਂ। ਜਿਹੜਾ ਇਹ ਵਰਡਿਕਟ ਹੈ ਸੁਪਰੀਮ ਕੋਰਟ ਨੇ ਦਿੱਤਾ ਸੀ ਬਹੁਤ ਹੀ ਫੇਮਸ ਕੇਸ ਦੇ ਵਿੱਚ, ਇਹ ਸੀਗਾ ਅਨੁਰਾਧਾ ਭਸੀਨ ਵਰਸਿਸ ਯੂਨੀਅਨ ਆਫ ਇੰਡੀਆ। ਅਨੁਰਾਧਾ ਭਸੀਨ ਵਰਸਿਸ ਯੂਨੀਅਨ ਆਫ ਇੰਡੀਆ। ਇਹ ਕੇਸ ਜੰਮੂ ਕਸ਼ਮੀਰ ਦੇ ਨਾਲ ਸੀ। ਜਦੋਂ ਆਪਾਂ ਪਿੱਛੇ ਦੇਖਿਆ ਉੱਥੇ ਧਾਰਾ 370 ਜਿਹੜੀ ਖਤਮ ਕੀਤੀ ਗਈ ਸੀ, ਉਦੋਂ ਜਿਹੜਾ ਇੰਟਰਨੈਟ ਆ ਸਸਪੈਂਡ ਕਰਤਾ ਸੀਗਾ ਅਣਮਿੱਥੇ ਸਮੇਂ ਦੇ ਲਈ। ਤਾਂ ਉੱਥੋਂ ਇੱਕ ਕੇਸ ਨਿਕਲ ਕੇ ਆਇਆ ਸੀਗਾ। ਇਸ ਲੇਡੀ ਨੇ, ਅਨੁਰਾਧਾ ਭਸੀਨ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਸੀ ਕਿ ਉਹਨਾਂ ਨੂੰ ਰਾਈਟ ਟੂ ਇੰਟਰਨੈਟ ਦਾ ਅਧਿਕਾਰ ਹੈ, ਕਿਉਂਕਿ ਜਿਵੇਂ ਕਲਾਸਾਂ ਜੇ ਆਨਲਾਈਨ ਲੱਗਦੀਆਂ ਨੇ ਤਾਂ ਜੇ ਉੱਥੇ ਆਪਾਂ ਨੈੱਟ ਬੰਦ ਕਰ ਦਾਂਗੇ ਤਾਂ ਰਾਈਟ ਟੂ ਐਜੂਕੇਸ਼ਨ ਵੀ ਉਹਨਾਂ ਦਾ ਹਰਟ ਹੋ ਗਿਆ, ਉਹ ਵੀ ਵਾਇਲੇਟ ਹੋ ਗਿਆ। ਇਸ ਕਰਕੇ ਸਾਨੂੰ ਸਰਕਾਰ ਹੈ, ਸੁਪਰੀਮ ਕੋਰਟ ਨੇ ਜਿਹੜਾ ਰਾਈਟ ਟੂ ਜਿਹੜਾ ਸਾਡਾ ਇੰਟਰਨੈਟ ਸੀਗਾ ਇਹਨੂੰ ਇਨਫੋਰਸ ਕੀਤਾ ਅੰਡਰ ਆਰਟੀਕਲ 19(1) ਐਂਡ G। ਅਤੇ ਆਪਾਂ ਹੁਣੀ ਜਿਵੇਂ ਇਹ 'ਤੇ ਦੇਖਿਆ ਇਨਫੋਰਸ ਕੀਤਾ। ਉਸੇ ਤਰ੍ਹਾਂ ਆਰਟੀਕਲ 19 ਦਾ ਜਿਹੜਾ ਸੈਕਿੰਡ ਪਾਰਟ ਹੈ ਅਤੇ 6ਵਾਂ ਪਾਰਟ ਹੈ ਆਰਟੀਕਲ 19(2) ਅਤੇ 19(6), ਇਹਦੇ ਵਿੱਚ ਅਸੀਂ ਸਰਕਾਰ ਹੈ ਰਿਸਟ੍ਰਿਕਸ਼ਨਸ ਲਗਾ ਸਕਦੀ ਹੈ, ਰੀਜ਼ਨੇਬਲ ਰਿਸਟ੍ਰਿਕਸ਼ਨਸ। ਹੁਣੀ ਆਪਾਂ ਦੇਖਿਆ ਇਹਦੇ ਪਰ ਸਟੇਟ ਰਿਸਟ੍ਰਿਕਸ਼ਨਸ ਵੀ ਲਗਾ ਸਕਦੀ ਹੈ। ਉਸ ਤੋਂ ਬਾਅਦ ਆ ਜਾਂਦਾ ਅਗਲਾ ਆਰਟੀਕਲ 20। ਆਰਟੀਕਲ 20 ਸਾਨੂੰ ਪ੍ਰੋਟੈਕਟ ਕਰਦਾ ਇਨ ਰਿਸਪੈਕਟ ਆਫ ਕਨਵਿਕਸ਼ਨ ਫॉर ਔਫੈਂਸਿਸ। ਆਰਟੀਕਲ 20 ਸਾਨੂੰ ਗਰਾਂਟ ਕਰਦਾ ਹੈ ਅਗੇਂਸਟ ਐਨੀ ਆਰਬਿਟਰੇਰੀ ਜਾਂ ਫਿਰ ਐਕਸੈਸਿਵ ਪਨਿਸ਼ਮੈਂਟ। ਜਿਵੇਂ ਸਾਨੂੰ ਕਿਸੇ ਵੀ ਇਲੀਗਲ ਔਫੈਂਸ ਦੇ ਲਈ, ਕਿਸੇ ਵੀ ਔਫੈਂਸ ਦੇ ਲਈ ਸਾਨੂੰ ਗ੍ਰਿਫਤਾਰ ਕਰ ਲਿਆ ਤਾਂ ਸਾਨੂੰ ਜਿੰਨੀ ਸਜ਼ਾ ਕਾਨੂੰਨ ਦੇ ਵਿੱਚ ਲਿਖੀ ਹੈ ਉਨੀ ਹੀ ਸਜ਼ਾ ਮਿਲੇਗੀ, ਉਸ ਤੋਂ ਵੱਧ ਜਾਂ ਫਿਰ ਘੱਟ ਨਹੀਂ ਮਿਲੇਗੀ। ਇਹ ਆਰਟੀਕਲ 20 ਗੱਲ ਕਰਦਾ। ਆਰਟੀਕਲ 20 ਦੇ ਵਿੱਚ 3 ਪ੍ਰੋਵੀਜ਼ਨਸ ਨੇ। ਨੋ ਐਕਸ ਪੋਸਟ ਫੈਕਟੋ ਲਾ, ਜਾਂ ਫਿਰ ਇਹ 'ਚ 3 ਪ੍ਰੋਵੀਜ਼ਨਸ ਨੇ। ਜਿਵੇਂ ਹੈਗਾ ਆਰਟੀਕਲ, ਜੇ ਆਪਾਂ ਹੁਣੀ ਗੱਲ ਕੀਤੀ ਹੈ, ਨੋ ਐਕਸ ਪੋਸਟ ਫੈਕਟੋ ਲਾ, no person shall be convicted for any offence except for the violation of law in force at that time। ਜਿਹੜਾ ਵੀ ਉਸ ਸਮੇਂ ਦਾ ਕਾਨੂੰਨ ਹੈ, ਜੇ ਅਸੀਂ ਉਸ ਸਮੇਂ ਦੇ ਕਾਨੂੰਨ ਦੀ ਉਲੰਘਣਾ ਕਰਦੇ ਹਾਂ ਤਾਂ ਸਾਨੂੰ ਸਜ਼ਾ ਮਿਲੇਗੀ। ਉਸੀ ਦੇ ਵਿੱਚ ਜਿਹੜੇ ਪ੍ਰੋਵੀਜ਼ਨਸ ਨੇ ਸਾਨੂੰ ਉਸੇ ਦੇ ਨਾਲ ਜਿਹੜੀ ਸਜ਼ਾ ਦਿੱਤੀ ਜਾਏਗੀ, ਉਸ ਤੋਂ ਵੱਧ ਸਾਨੂੰ ਪੈਨਲਟੀ ਨਹੀਂ ਲੱਗੇਗੀ। ਅਤੇ ਜਿਹੜੀ ਇਹਦੀ ਲਿਮਿਟੇਸ਼ਨਸ ਹੈ ਇਹ ਸਿਰਫ ਇੰਪੋਜ਼ ਹੁੰਦਾ ਕ੍ਰਿਮੀਨਲ ਲਾਜ਼ ਦੇ ਵਿੱਚ, ਯਾਨੀ ਕਿ ਜਿਹਨੂੰ ਸਾਨੂੰ ਰਾਈਟ ਮਿਲਿਆ ਹੋਇਆ ਹੈ, ਸਾਨੂੰ ਵੱਧ ਪਨਿਸ਼ਮੈਂਟ ਨਹੀਂ ਮਿਲੇਗੀ, ਸਿਰਫ ਕ੍ਰਿਮੀਨਲ ਲਾਜ਼ ਦੇ ਵਿੱਚ ਸਾਨੂੰ ਪ੍ਰੋਟੈਕਟ ਕੀਤਾ ਗਿਆ।
ਸਿਵਲ ਕੇਸਾਂ ਦੇ ਵਿੱਚ ਹੋ ਸਕਦਾ, ਸਿਵਲ ਕੇਸ ਜਾਂ ਫਿਰ ਕਿਸੇ ਪਾਸ ਟੈਕਸ ਦੇ ਨਾਲ ਰਿਲੇਟਡ ਲਾਜ਼ ਨੇ ਉਹਦੇ ਵਿੱਚ ਸਾਨੂੰ ਇਹ ਇਮਿਊਨਿਟੀ ਨਹੀਂ ਮਿਲੀ ਹੋਈ। ਫਿਰ ਹੈਗਾ ਨੋ ਡਬਲ ਜਿਓਪਾਰਡੀ। ਇੱਕ ਵਾਰ ਜੇ ਅਸੀਂ ਕੋਈ ਓਫੈਂਸ ਕੀਤਾ ਉਹਦੀ ਸਜ਼ਾ ਇੱਕੋ ਵਾਰ ਹੋਏਗੀ, 2 ਵਾਰ ਨਹੀਂ ਹੋਏਗੀ। ਨੋ ਡਬਲ ਜਿਓਪਾਰਡੀ, ਸਾਨੂੰ ਡਬਲ ਸਜ਼ਾ ਨਹੀਂ ਮਿਲੇਗੀ। नो person shall be prosecuted and punished for the same offence more than once। अगला हैगा नो सैल्फ इनडिस्क्रिमिनेशन। सानू सातों लिखती तौर पर सानू गवाह या सबूत ते सातों ये नहीं लिखाया जाएगा भी असी अपने खिलाफ ही गवाही दईए, ये हैगा नो सैल्फ इनडिस्क्रिमिनेशन। फिर नैक्सट आर्टिकल है आर्टिकल 21, प्रोटैक्शन ऑफ लाइफ एंड परसनल लिबर्टी। ये आर्टिकल बहुत इंपॉर्टेंट है, प्रोटैक्शन ऑफ लाइफ एंड परसनल लिबर्टी। No person shall be deprived of his life or personal liberty except accordance to procedure established by the law। ਜਿਹੜੀ ਸਾਡੀ ਆਜ਼ਾਦੀ ਹੈ ਬਿਨਾਂ ਕਾਨੂੰਨ ਤੋਂ ਸਾਡੀ ਨਹੀਂ ਛੀਨੀ ਜਾਏਗੀ, ਯਾਨੀ ਕਿ ਜੇ ਸਾਨੂੰ ਜਿਉਣ ਦਾ ਅਧਿਕਾਰ ਹੈ ਉਹ ਸਾਡਾ ਐਵੇਂ ਕੋਈ ਵੀ ਨਹੀਂ ਲੈ ਸਕਦਾ। ਸਿਰਫ ਜੇ ਸਾਨੂੰ ਕੋਈ ਜਿਉਣ ਦਾ ਅਧਿਕਾਰ ਸਾਡੇ ਤੋਂ ਖੋਹ ਸਕਦਾ ਹੈ ਉਹ ਸਿਰਫ ਕਾਨੂੰਨੀ ਪ੍ਰੋਵੀਜ਼ਨਸ ਦੇ ਤੌਰ ਤੇ ਹੀ ਲਿਆ ਜਾ ਸਕਦਾ ਹੈ। ਤੇ ਇੱਕ ਫੇਮਸ ਕੇਸ ਆਇਆ ਸੀਗਾ ਗੋਪਾਲਨ ਕੇਸ 1950 ਦੇ ਵਿੱਚ। ਇਹ 'ਚ ਸੁਪਰੀਮ ਕੋਰਟ ਨੇ ਬਹੁਤ ਹੀ ਨੈਰੋ ਇੰਟਰਪ੍ਰੀਟੇਸ਼ਨ ਕੀਤੀ ਸੀ ਆਰਟੀਕਲ 21 ਦੀ। ਉਹਦੇ ਵਿੱਚ ਕਿਹਾ ਸੀ ਜਿਹੜਾ ਆਰਟੀਕਲ ਅੰਡਰ ਆਰਟੀਕਲ ਜਿਹੜਾ 21 ਹੈ ਜਿਹੜੀ ਪ੍ਰੋਟੈਕਸ਼ਨ ਮਿਲਦੀ ਹੈ ਉਹ ਸਿਰਫ ਆਰਬਿਟਰੇਰੀ ਐਗਜ਼ੈਕਟਿਵ ਐਕਸ਼ਨ ਤੋਂ ਹੈ। ਐਗਜ਼ੈਕਟਿਵ ਦੇ ਕੌਣ ਹੁੰਦੇ ਨੇ? ਜਿਹੜੇ ਲਾਅ ਨੂੰ ਇੰਪਲੀਮੈਂਟ ਕਰਨ ਵਾਲੇ ਨੇ, ਜਿਵੇਂ ਮੰਤਰੀ ਹੋ ਗਏ ਜਾਂ ਫਿਰ ਪੁਲਿਸ ਵਾਲੇ ਹੋ ਗਏ। ਉਹ ਸਾਨੂੰ ਕਿਤੇ ਵੀ ਇੱਦਾਂ ਹੀ ਚੱਕ ਕੇ ਨਹੀਂ ਲੈ ਸਕਦੇ। ਇਹ ਸਿਰਫ ਸਾਨੂੰ ਇਸ ਜਗ੍ਹਾ ਤੋਂ ਪ੍ਰੋਟੈਕਟ ਕਰਦਾ ਹੈ, ਯਾਨੀ ਕਿ ਸਾਨੂੰ ਸਿਰਫ ਇੱਕ ਹੀ ਔਰਗਨ ਤੋਂ ਪ੍ਰੋਟੈਕਟ ਕਰਦਾ ਹੈ, ਉਹ ਹੈਗਾ ਐਗਜ਼ੈਕਟਿਵ ਐਕਸ਼ਨ ਤੋਂ। ਸਾਨੂੰ ਆਰਬਿਟਰੇਰੀ ਐਗਜ਼ੈਕਟਿਵ ਐਕਸ਼ਨ ਤੋਂ ਹੀ ਇਹ ਸਾਨੂੰ ਜਿਹੜਾ ਲਾ ਆ ਪ੍ਰੋਟੈਕਟ ਕਰਦਾ ਹੈ। ਇਹ ਗੱਲ ਕਹੀ ਸੀ ਗੋਪਾਲਨ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ। ਫਿਰ ਉਸ ਤੋਂ ਬਾਅਦ ਇੱਕ ਕੰਸੈਪਟ ਇਹਦਾ ਮਤਲਬ ਸੀ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਦ ਲਾ। ਪ੍ਰੋਸੀਜਰ ਐਸਟੈਬਲਿਸ਼ਡ ਬਾਈ ਦ ਲਾ ਯਾਨੀ ਕਿ ਜਿਹੜਾ ਪ੍ਰੋਸੀਜਰ ਲਾਅ ਦੇ ਵਿੱਚ ਲਿਖਿਆ ਹੋਇਆ ਹੈ, ਜਿਵੇਂ ਮੰਨ ਲਓ ਪੁਲਿਸ ਨੂੰ ਕੋਈ ਇਨਪੁਟ ਮਿਲੀ ਹੈ ਅਤੇ ਉਸਦੇ ਦੌਰਾਨ ਹੀ ਸਾਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਹੈਗਾ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਦ ਲਾ। ਫਿਰ ਉਸ ਤੋਂ ਬਾਅਦ ਇੱਕ ਕੇਸ ਆਉਂਦਾ ਮੇਨਕਾ ਗਾਂਧੀ ਕੇਸ। ਮੇਨਕਾ ਗਾਂਧੀ ਕੇਸ ਜਿਹੜਾ ਕਿ 1978 ਦੇ ਵਿੱਚ ਆਉਂਦਾ। ਇਹ 'ਚ ਸੁਪਰੀਮ ਕੋਰਟ ਨੇ ਆਪਣੇ ਪੁਰਾਣੇ ਵਰਡਿਕਟ ਨੂੰ, ਯਾਨੀ ਕਿ ਜੋ ਉਹਨੇ ਗੋਪਾਲਨ ਕੇਸ ਦੇ ਵਿੱਚ ਗੱਲ ਕਹੀ ਸੀ ਜਿਹੜੀ ਉਹ ਨੈਰੋ ਇੰਟਰਪ੍ਰੀਟੇਸ਼ਨ ਸੀ, ਉਹਨੂੰ ਦੁਬਾਰਾ ਤੋਂ ਉਹਨੇ ਦੁਹਰਾਉਂਦੇ ਹੋਏ ਉਹਨੂੰ ਇੱਕ ਵਾਈਡਰ ਇੰਟਰਪ੍ਰੇਟ ਕਰਦੀ ਹੈ, ਯਾਨੀ ਕਿ ਉਹਦਾ ਦੁਬਾਰਾ ਤੋਂ ਰਿਵਿਊ ਲੈਂਦੀ ਹੈ ਆਪਣੇ ਕਹੇ ਗੱਲ ਦਾ ਅਤੇ ਉਸ ਤੋਂ ਪਲਟ ਜਾਂਦੀ ਹੈ। ਅਤੇ ਇਹਦੇ ਵਿੱਚ ਹੁਣ ਇੱਕ ਨਵੀਂ ਵਿਸਤਾਰ, ਯਾਨੀ ਕਿ ਇੱਕ ਵਿਸਤਾਰ 'ਤੇ ਸਾਨੂੰ ਇੱਕ ਨਵੀਂ ਵਰਡਿਕਟ ਦਿੰਦੀ ਹੈ ਸੁਪਰੀਮ ਕੋਰਟ ਮੇਨਕਾ ਗਾਂਧੀ ਕੇਸ ਦੇ ਵਿੱਚ। ਉਰੇ ਇੱਕ ਨਵਾਂ ਕੰਸੈਪਟ ਇੰਟਰੋਡਿਊਸ ਕਰਦੀ ਹੈ ਜਿਹੜਾ ਕਿ ਇੱਕ ਅਮਰੀਕਨ ਟਰਮ ਹੈ ਡਿਊ ਪ੍ਰੋਸੈਸ ਆਫ ਲਾ। ਪਹਿਲਾਂ ਤਾਂ ਸੀਗਾ ਸਾਡੇ ਸੰਵਿਧਾਨ 'ਚ ਕੀ ਹੈ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਦ ਲਾ, ਯਾਨੀ ਕਿ ਜੋ ਕਾਨੂੰਨ ਦੇ ਵਿੱਚ ਲਿਖਤਾ ਉਸ ਦੇ ਤਹਿਤ ਹੀ ਸਾਨੂੰ ਸਜ਼ਾ ਮਿਲਦੀ ਹੈ, ਯਾਨੀ ਕਿ ਸਿਰਫ ਜੋ ਕਾਨੂੰਨ ਨੇ ਲਿਖਿਆ। ਹੁਣ ਉਸ ਦੌਰਾਨ ਉਹਨੇ ਕੀ ਲਿਖਿਆ, ਕਿਹੜੀ ਮਨਸ਼ਾ ਦੇ ਨਾਲ ਲਿਖਿਆ, ਇਸ ਦੇ ਨਾਲ ਕੋਈ ਉਹਦਾ ਸੰਬੰਧ ਨਹੀਂ ਹੈਗਾ। ਬਸ ਜੋ ਉਹਨੇ ਬਣਾਤਾ, ਯਾਨੀ ਕਿ ਉਹਨੇ ਲਿਖਤਾ ਵੀ ਇਹ ਇਲੀਗਲ ਚੀਜ਼ ਹੈ। ਤਾਂ ਹੁਣ ਜੇ ਕੋਈ ਵੀ ਬੰਦਾ ਇਹ ਕੰਮ ਕਰਦਾ ਤਾਂ ਤੁਸੀਂ ਇਹ ਪਰਚਾ ਦੇਖੋ, ਇਹਦੇ ਵਿੱਚ ਕਾਨੂੰਨ ਕਹਿੰਦਾ ਉਸ ਦੇ ਬੰਦੇ ਨੂੰ ਆਹ ਸਜ਼ਾ ਮਿਲੇਗੀ, ਤਾਂ ਪੁਲਿਸ ਨੂੰ ਇਨਪੁਟ ਮਿਲ ਗਈ ਤਾਂ ਪੁਲਿਸ ਨੇ ਉਹਨੂੰ ਚੱਕ ਕੇ ਅੰਦਰ ਸੁੱਟਤਾ। ਇਹ ਸੀਗਾ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਦਾ ਲਾ। ਹੁਣ ਨਵਾਂ ਕੰਸੈਪਟ ਆਇਆ ਮੇਨਕਾ ਗਾਂਧੀ ਕੇਸ ਦੇ ਵਿੱਚ, ਇਹ ਸੀਗਾ ਡਿਊ ਪ੍ਰੋਸੈਸ ਆਫ ਲਾ। ਡਿਊ ਪ੍ਰੋਸੈਸ ਆਫ ਲਾ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਹੈ ਇਹ ਦੇਖੇਗਾ ਜਦੋਂ ਸਰਕਾਰ ਨੇ ਕੋਈ ਕਾਨੂੰਨ ਬਣਾਇਆ ਹੋਏਗਾ ਉਹਦੇ ਵਿੱਚ ਉਹਦੀ ਮਨਸ਼ਾ ਕੀ ਹੈ, ਕਿਤੇ ਉਹ ਕਿਸੇ ਨੂੰ ਟਾਰਗੇਟ ਤਾਂ ਨਹੀਂ ਕਰ ਰਹੀ ਆਪਣੇ ਪੋਲੀਟੀਕਲ ਬੈਨੀਫਿਟ ਦੇ ਲਈ। ਜਾਂ ਫਿਰ ਜਿਵੇਂ ਹੁਣੇ ਤੁਸੀਂ ਰੀਸੈਂਟ ਐਗਜ਼ਾਮਪਲ ਦੇਖੀ ਹੋਵੇ, ਜੇ ਆਪਾਂ 3 ਫਾਰਮ ਲਾਜ਼ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਸਰਕਾਰ ਦੀ ਮਨਸ਼ਾ ਕੀ ਸੀਗੀ, ਇਸ ਦੇ ਵਿੱਚ ਜਿਹੜਾ ਚੈਲੰਜ ਹੋਇਆ ਡਿਊ ਪ੍ਰੋਸੈਸ ਆਫ ਲਾ ਕਰਕੇ ਇਹ ਚੈਲੰਜ ਹੋਇਆ ਕੋਰਟ ਦੇ ਵਿੱਚ। ਸਰਕਾਰ ਦੀ ਇਹਦੀ ਮਨਸ਼ਾ ਦੇਖੀ ਜਾਂਦੀ ਹੈ। ਪਹਿਲੇ ਦੇ ਵਿੱਚ ਕੀ ਹੈ ਐਗਜ਼ੈਕਟਿਵ ਐਕਸ਼ਨ ਤੋਂ ਬਚਾਉਂਦੀ ਹੈ, ਡਿਊ ਪ੍ਰੋਸੈਸ ਆਫ ਲਾ ਦੇ ਵਿੱਚ ਕੀ ਹੈ ਸਾਨੂੰ ਲੈਜਿਸਲੇਟਿਵ ਐਕਸ਼ਨ ਤੋਂ ਵੀ ਇਹ ਬਚਾਏਗੀ। ਇਹ ਸੀਗੇ 2 ਕੰਸੈਪਟਸ। ਹੁਣ ਰਾਈਟ ਟੂ ਲਾਈਫ ਹੈ ਜਿਹੜਾ ਆਪਾਂ ਆਰਟੀਕਲ 21 ਦੀ ਗੱਲ ਕਰ ਰਹੇ ਹਾਂ। ਹੁਣ ਰਾਈਟ ਟੂ ਲਾਈਫ ਦੇ ਵਿੱਚ ਕੀ ਹੈ, ਆਰਟੀਕਲ ਰਾਈਟ ਟੂ ਲਾਈਫ ਦੇ ਵਿੱਚ ਦੱਸਿਆ ਹੋਇਆ ਹੈ ਰਾਈਟ ਟੂ ਲਾਈਫ ਵਿਦ ਹਿਊਮਨ ਡਿਗਨਿਟੀ, right to decent environment including pollution free water, air and protection against hazardous industries, right to livelihood, right to privacy। बहुत ही फेमस केस है राइट टू प्राइवेसी का KS पुट्टा स्वामी का। ये वर्डिक्ट निकल के आया सीगा राइट टू प्राइवेसी। फिर उस तो बाद है राइट टू शेल्टर, राइट टू हैल्थ, राइट टू एजुकेशन अप टू 14 ईयर्स ऑफ एज, जी कि देखिए एलीमेंट्री एजुकेशन साडा हक है। राइट टू फ्री लीगल एड, राइट अगेंस्ट सॉलिटरी कन्फाइनमेंट, राइट टू स्पीडी ट्रायल, राइट अगेंस्ट हैंड कफिंग, राइट अगेंस्ट इनह्यूमन ट्रीटमेंट, राइट अगेंस्ट डिलेड एग्जीक्यूशन। फिर उस तो बाद हैगा राइट टू ट्रैवल अब्रॉड।
ਜਿਹੜਾ ਕਿ ਆਪਾਂ ਹੁਣੀ ਮੇਨਕਾ ਗਾਂਧੀ ਕੇਸ ਦੀ ਗੱਲ ਕਰਕੇ ਹਟਿਆ, ਉਹਦੇ ਵਿੱਚ ਇਹੀ ਹੋਇਆ ਸੀਗਾ। ਜਦੋਂ ਮੇਨਕਾ ਗਾਂਧੀ ਕਿਤੇ ਅਬਰੋਡ ਜਾਣ ਲੱਗੀ ਸੀ ਤਾਂ ਇਹਦਾ ਏਅਰਪੋਰਟ ਦੇ ਉੱਪਰ ਪੁਲਿਸ ਨੇ ਇਹਦਾ ਪਾਸਪੋਰਟ ਖੋਹ ਲਿਆ ਮੇਨਕਾ ਗਾਂਧੀ ਤੋਂ। ਤੇ ਜਦੋਂ ਉਹਨੇ ਪੁੱਛਿਆ ਵੀ ਮੇਰਾ ਪਾਸਪੋਰਟ ਕਿਉਂ ਲਿਆ ਗਿਆ, ਤਾਂ ਉਸਦਾ ਕੋਈ ਜਵਾਬ ਨਹੀਂ ਸੀਗਾ ਪੁਲਿਸ ਦੇ ਕੋਲ। ਤਾਂ ਉੱਥੋਂ ਹੀ ਫਿਰ ਉਹਨੇ ਚੈਲੰਜ ਕੀਤਾ, ਜਿਹਦੇ ਵਿੱਚੋਂ ਡਿਊ ਪ੍ਰੋਸੈਸ ਆਫ ਲਾ ਨਿਕਲ ਕੇ ਆਇਆ, ਯਾਨੀ ਕਿ ਉਹਦੀ ਜਵਾਬਦੇਹੀ ਬਣਦੀ ਹੈ ਵੀ ਤੁਸੀਂ ਕਿਉਂ ਲਿਆ ਇਹਦਾ ਪਾਸਪੋਰਟ। ਤਾਂ ਜਿਹੜਾ ਰਾਈਟ ਟੂ ਟਰੈਵਲ ਐਬਰੋਡ ਹੈ ਉਹ ਸਾਨੂੰ ਮਿਲਦਾ ਆਰਟੀਕਲ 21 ਦੇ ਵਿੱਚ, ਕਿਉਂਕਿ ਹੁਣੇ ਤੁਸੀਂ ਦੇਖਿਆ ਸੀਗਾ ਜਿਹੜਾ ਸਾਡਾ ਰਾਈਟ ਟੂ ਮੂਵ ਫਰੀਲੀ ਹੈ ਇੰਡੀਅਨ ਟੈਰੀਟਰੀ ਦੇ ਵਿੱਚ, ਉਹ ਹੈਗਾ 19 ਦੇ ਵਿੱਚ। 19 ਦੇ ਵਿੱਚ ਜਿਹੜਾ ਸਾਨੂੰ ਅਧਿਕਾਰ ਮਿਲਿਆ ਮੂਵ ਫਰੀਲੀ ਦਾ, ਉਹ ਸਿਰਫ ਹਿੰਦੁਸਤਾਨ ਦੀ ਟੈਰੀਟਰੀ ਦੇ ਵਿੱਚ ਹੈ। ਜੇ ਆਪਾਂ ਹਿੰਦੁਸਤਾਨ ਤੋਂ ਬਾਹਰ ਮੂਵ ਕਰਨ ਦੀ ਗੱਲ ਕਰਦੇ ਹਾਂ ਤਾਂ ਉਹ ਆਰਟੀਕਲ 21 ਆਏਗਾ ਉਹਦੇ ਵਿੱਚ। ਫਿਰ ਹੈਗਾ ਰਾਈਟ ਅਗੇਂਸਟ ਬੌਂਡਿਡ ਲੇਬਰ, ਬੰਦੂਆ ਮਜ਼ਦੂਰੀ ਆਪਾਂ ਨਹੀਂ ਕਰਾ ਸਕਦੇ। ਰਾਈਟ ਅਗੇਂਸਟ ਕਸਟੋਡੀਅਲ ਹਰਾਸਮੈਂਟ, right to emergency medical aid, right to timely medical treatment in government hospitals, right not to driven out of state, right to fair trials, right of prisoners to have necessities of life। उसी तरह right against public hanging, चौराहे खड़ के फांसी नहीं दी जा सकती। right to information RTI, right to reputation, right to appeal from a ਜਜਮੈਂਟ ਆਫ ਕਨਵਿਕਸ਼ਨ। ਫਿਰ ਉਸ ਤੋਂ ਬਾਅਦ ਆ ਜਾਂਦਾ ਰਾਈਟ ਅਗੇਂਸਟ ਬਾਰ ਫੈਟਰਸ, ਰਾਈਟ ਟੂ ਸਲੀਪ। ਰਾਈਟ ਟੂ ਸਲੀਪ ਇਹ ਨਿਕਲ ਕੇ ਆਇਆ ਸੀਗਾ ਜਦੋਂ ਤੁਸੀਂ ਇੱਕ ਬਹੁਤ ਹੀ ਫੇਮਸ ਇੱਕ ਇਨਸੀਡੈਂਟ ਦੇਖਿਆ ਸੀਗਾ, ਜਦੋਂ ਰਾਮਦੇਵ ਰਾਮਲੀਲਾ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕਰ ਰਿਹਾ ਸੀਗਾ ਅਤੇ ਰਾਤ ਨੂੰ ਅੱਧੀ ਰਾਤ ਨੂੰ ਪੁਲਿਸ ਨੇ ਆ ਕੇ ਡੰਡੇ ਮਾਰ ਕੇ ਸਾਰਿਆਂ ਨੂੰ ਭਜਾਤਾ ਸੀਗਾ। ਅਤੇ ਪੁਲਿਸ ਨੇ ਉਦੋਂ ਖਿੱਚ ਕੇ ਉਠਾਇਆ ਸੀ ਸਾਰਿਆਂ ਨੂੰ। ਤਾਂ ਸੁਪਰੀਮ ਕੋਰਟ ਨੇ ਵਰਡਿਕਟ ਦਿੱਤਾ ਸੀਗਾ ਵੀ ਸਾਨੂੰ ਸੌਣ ਦਾ ਅਧਿਕਾਰ ਹੈ, ਕਿ ਸਾਨੂੰ ਚੈਨ ਨਾਲ ਸੌਣ ਦਾ ਅਧਿਕਾਰ ਹੈ, ਜਿਹੜੀ ਕਾਰਵਾਈ ਆ ਉਹ ਡੇ ਟਾਈਮ ਹੋ ਸਕਦੀ ਹੈ। ਫਿਰ ਰਾਈਟ ਟੂ ਫਰੀਡਮ ਫਰੋਮ ਨੋਇਜ਼ ਪੋਲਿਊਸ਼ਨ, ਰਾਈਟ ਟੂ ਸਸਟੇਨੇਬਲ ਡਿਵੈਲਪਮੈਂਟ, ਰਾਈਟ ਟੂ ਅਪੋਰਚੁਨਿਟੀਜ਼। ਅਤੇ ਜਿਹੜਾ ਸਭ ਤੋਂ ਅਖੀਰ 'ਚ ਆਇਆ ਰਾਈਟ ਟੂ ਇੰਟਰਨੈਟ, ਜਿਹੜਾ ਕਿ ਆਪਾਂ ਦੇਖਿਆ ਅਨੁਰਾਧਾ ਭਸੀਨ ਕੇਸ ਜਿਹੜਾ ਜੰਮੂ ਕਸ਼ਮੀਰ ਦੇ ਨਾਲ ਰਿਲੇਟਡ ਹੈ, ਉੱਥੋਂ ਨਿਕਲ ਕੇ ਆਇਆ ਸੀ ਰਾਈਟ ਟੂ ਇੰਟਰਨੈਟ। ਫਿਰ ਆਪਾਂ 21A ਦੀ ਗੱਲ ਕਰੀਏ, ਜਿਹੜੀ ਹੈਗੀ ਹੈ ਰਾਈਟ ਟੂ ਐਜੂਕੇਸ਼ਨ, ਯਾਨੀ ਕਿ ਐਲੀਮੈਂਟਰੀ ਐਜੂਕੇਸ਼ਨ। ਜਿਹੜਾ ਆਰਟੀਕਲ 21A ਹੈ 21A, ਇਹ ਡਿਕਲੇਅਰ ਕਰਦਾ ਸਟੇਟ ਹੈ ਜਿਹੜੀ ਸਾਡੀ ਸਟੇਟ ਸਰਕਾਰ ਹੈ, ਜਾਂ ਜਿਹੜੀ ਸਰਕਾਰ ਸਟੇਟ ਉਹਨੇ ਸਰਕਾਰ ਨੂੰ ਕਿਹਾ ਗਿਆ ਸਟੇਟ ਸ਼ੈਲ ਪ੍ਰੋਵਾਈਡ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਟੂ ਆਲ ਚਿਲਡਰਨਸ। ਸਟੇਟ ਸ਼ੈਲ ਪ੍ਰੋਵਾਈਡ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਟੂ ਆਲ ਚਿਲਡਰਨਸ, 6 ਤੋਂ ਲੈ ਕੇ 14 ਸਾਲ ਤੱਕ। 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਫਰੀ ਐਜੂਕੇਸ਼ਨ ਅਤੇ ਕੰਪਲਸਰੀ ਐਜੂਕੇਸ਼ਨ ਦਿੱਤੀ ਜਾਏਗੀ। ਇਹਦਾ ਮਤਲਬ ਕੀ ਹੋਇਆ, ਜਿਹੜੀ ਐਲੀਮੈਂਟਰੀ ਐਜੂਕੇਸ਼ਨ ਹੈ ਸਾਡਾ ਅਧਿਕਾਰ ਬਣ ਗਈ, ਬਟ ਹਾਇਰ ਜਾਂ ਫਿਰ ਪ੍ਰੋਫੈਸ਼ਨਲ ਜਾਂ ਫਿਰ ਬੀਟੈਕ ਜਾਂ ਗ੍ਰੈਜੂਏਸ਼ਨ ਇਹ ਨਹੀਂ ਹੈਗਾ ਇਹਦੇ ਵਿੱਚ। ਜਿਹੜਾ ਆਰਟੀਕਲ 21A ਹੈ ਇਹ ਐਡ ਕੀਤਾ ਗਿਆ ਸੀਗਾ 86ਵੀਂ ਅਮੈਂਡਮੈਂਟ, 86th ਅਮੈਂਡਮੈਂਟ ਐਕਟ 2002। ਇਹ 86ਵੀਂ ਅਮੈਂਡਮੈਂਟ 2002 ਦੇ ਵਿੱਚ ਆਇਆ ਸੀ ਆਰਟੀਕਲ 21A। ਜਿਹੜੀ ਪ੍ਰੋਵੀਜ਼ਨ ਸੀਗੀ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਫॉर ਚਿਲਡਰਨ, ਇਹ ਆਰਟੀਕਲ 49 ਦੇ ਵਿੱਚ ਵੀ ਹੈਗੀ ਹੈ ਇਨ ਪਾਰਟ 4 ਦੇ ਵਿੱਚ। ਫਰਕ ਕੀ ਹੈ, ਜਿਵੇਂ ਕਿ ਦੱਸਿਆ 36 ਤੋਂ 51 ਕੀ ਨੇ ਆਪਣੇ ਡਾਇਰੈਕਟਿਵ ਪ੍ਰਿੰਸੀਪਲਸ। ਡਾਇਰੈਕਟਿਵ ਪ੍ਰਿੰਸੀਪਲ ਆਪਾਂ ਡਾਇਰੈਕਟਲੀ ਇਨਫੋਰਸ ਨਹੀਂ ਕਰ ਸਕਦੇ ਉਸ, ਕਿਉਂਕਿ ਆਰਟੀਕਲ 45 ਸੀਗਾ ਡਾਇਰੈਕਟਿਵ ਪ੍ਰਿੰਸੀਪਲ ਸੀਗਾ, ਇਸ ਕਰਕੇ ਇਹਨੂੰ ਕੋਰਟ ਦੇ ਵਿੱਚ ਚੈਲੰਜ ਨਹੀਂ ਸੀ ਕੀਤਾ ਜਾ ਸਕਦਾ ਜੇ ਸਰਕਾਰ ਸਾਨੂੰ ਫਰੀ ਐਜੂਕੇਸ਼ਨ ਨਹੀਂ ਦਿੰਦੀ। ਇਸੇ ਕਰਕੇ ਕੋਰਟ ਨੇ ਇਹਨੂੰ 86ਵੇਂ ਅਮੈਂਡਮੈਂਟ ਨਾਲ ਕਰਕੇ 21A ਦੇ ਵਿੱਚ ਇਹਨੂੰ ਪਾਤਾ। ਫਿਰ ਹੈਗਾ ਆਰਟੀਕਲ 45। ਆਰਟੀਕਲ 45 'ਚ ਲਿਖਿਆ ਸਟੇਟ ਸ਼ੈਲ ਇੰਡੈਵਰ ਟੂ ਪ੍ਰੋਵਾਈਡ अर्ਲੀ ਚਾਈਲਡਹੁੱਡ ਕੇਅਰ। अर्ਲੀ ਯਾਨੀ ਕਿ 6 ਸਾਲ ਤੱਕ, ਪਹਿਲਾਂ 6 ਤੋਂ 14 ਦੇਖਿਆ। ਆਰਟੀਕਲ 45 'ਚ ਹੈਗਾ ਅਪ ਟੂ 6 ਈਅਰਸ, ਅਪ ਟੂ 6 ਈਅਰ अर्ਲੀ ਚਾਈਲਡਹੁੱਡ ਕੇਅਰ ਦਾ ਕੰਸੈਪਟ ਆਉਂਦਾ ਇਹਦੇ ਵਿੱਚ। ਫਿਰ ਉਸ ਤੋਂ ਬਾਅਦ ਦੇਖਦੇ ਹਾਂ ਆਪਾਂ ਆਰਟੀਕਲ 22। ਆਰਟੀਕਲ 22 ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ, ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ। ਆਰਟੀਕਲ 22 ਸਾਨੂੰ ਬਚਾਉਂਦਾ ਹੈ ਗ੍ਰਿਫਤਾਰ ਹੋਣ ਤੋਂ। ਡਿਟੈਂਸ਼ਨ ਉਰੇ ਦੋ ਤਰ੍ਹਾਂ ਦੀ ਹੈ, ਇੱਕ ਤਾਂ ਹੁੰਦੀ ਹੈ ਪੂਨੀਟਿਵ, ਇੱਕ ਹੈਗੀ ਪ੍ਰਿਮਿਟਿਵ। ਪੂਨੀਟਿਵ ਹੁੰਦੀ ਹੈ ਜੇ ਕੋਈ ਅਫੈਂਸ ਕੀਤਾ, ਪ੍ਰਿਮਿਟਿਵ ਹੁੰਦੀ ਆ ਆਪਾਂ ਕਿਸੇ ਨੂੰ ਅਫੈਂਸ ਕਰਨ ਤੋਂ ਪਹਿਲਾਂ ਹੀ ਰੋਕ ਲਈਏ, ਜਿਹਨੂੰ ਆਪਾਂ ਹਾਊਸ ਅਰੈਸਟ ਜਾਂ ਫਿਰ ਨਜ਼ਰਬੰਦ ਵੀ ਕਹਿੰਦੇ ਆ, ਨਜ਼ਰਬੰਦ ਕਰਨਾ। ਜਿਹੜੀ ਪੂਨੀਟਿਵ ਡਿਟੈਂਸ਼ਨ ਹੈ ਇਹ ਪੁਨਿਸ਼ ਕਰਦੀ ਹੈ ਪਰਸਨ ਫॉर ਅਫੈਂਸਿਸ ਕਮਿਟਡ ਬਾਈ ਹਿਮ। ਜੇ ਉਹਨੇ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਹੈ, ਕੋਈ ਅਪਰਾਧ ਕੀਤਾ ਹੈ, ਤਾਂ ਉਹਨੂੰ ਪੂਨੀਟਿਵ ਡਿਟੈਂਸ਼ਨ ਮਿਲਦੀ ਹੈ। ਅਤੇ ਇਸ ਕੇਸ ਦੇ ਵਿੱਚ ਉਹਦੇ ਕੋਲ ਇਹ ਵਾਲੀ ਰੈਮੇਡੀ ਨਹੀਂ ਹੈਗੀ। ਜਿਹੜੀ ਪ੍ਰੀਮਿਟਿਵ ਡਿਟੈਂਸ਼ਨ ਹੈ, ਨਜ਼ਰਬੰਦ ਇਹਨੂੰ ਆਪਾਂ ਕਹਿੰਦੇ ਹਾਂ, ਮੀਨਸ ਡਿਟੈਂਸ਼ਨ ਆਫ ਏ ਪਰਸਨ ਵਿਦਾਊਟ ਟਰਾਇਲ ਐਂਡ ਕਨਵਿਕਸ਼ਨ ਬਾਈ ਅ ਕੋਰਟ। ਇਟਸ ਪਰਪਸ ਇਜ਼ ਨਾਟ ਟੂ ਪਨਿਸ਼। ਇਹਦਾ ਮਤਲਬ ਕਿਸੇ ਨੂੰ ਸਜ਼ਾ ਦੇਣਾ ਨਹੀਂ ਹੁੰਦਾ, ਉਹਨੂੰ ਰੋਕਣਾ ਹੁੰਦਾ ਕਿਸੇ ਗਲਤ ਕੰਮ ਕਰਨ ਤੋਂ। ਜਿਹੜੀ ਇਹ ਪ੍ਰੀਵੈਂਟਿਵ ਡਿਟੈਂਸ਼ਨ ਨੇ, ਇੱਕ ਪ੍ਰੀਕਾਸ਼ਨਰੀ ਮੈਜਰ ਹੈ।
ਆਰਟੀਕਲ 22 ਇਹਦੇ ਦੋ ਹਿੱਸੇ ਨੇ। ਆਰਟੀਕਲ 22 ਦੇ ਜਿਹੜਾ ਪਹਿਲਾ ਪਾਰਟ ਹੈ ਡੀਲ ਕਰਦਾ ਹੈ ਆਰਡੀਨਰੀ ਲਾਜ਼ ਦੇ ਨਾਲ, ਜਿਹੜਾ ਇਹਦਾ ਦੂਜਾ ਪਾਰਟ ਹੈ ਉਹ ਡੀਲ ਕਰਦਾ ਪ੍ਰੀਵੈਂਟਿਵ ਡਿਟੈਂਸ਼ਨ ਲਾਜ਼ ਦੇ ਨਾਲ। ਜੇ ਆਪਾਂ ਫਸਟ ਪਾਰਟ ਦੀ ਗੱਲ ਕਰੀਏ ਆਰਟੀਕਲ 22 ਦੇ, ਇਹਦੇ ਵਿੱਚ ਹੈਗੇ ਨੇ ਰਾਈਟ ਆਫ ਪਰਸਨ ਹੂ ਇਜ਼ ਅਰੈਸਟਡ ਔਰ ਡਿਟੇਨ ਅੰਡਰ ਆਰਡੀਨਰੀ ਲਾਜ਼। ਉਹ ਬੰਦਾ ਜਿਹਨੂੰ ਪੁਲਿਸ ਨੇ ਆਰਡੀਨਰੀ ਲਾ ਦੇ ਤਹਿਤ ਅਰੈਸਟ ਕਰ ਲਿਆ, ਹੁਣ ਉਹਦੇ ਕੋਲ ਕਿਹੜੇ ਕਿਹੜੇ ਅਧਿਕਾਰ ਨੇ। ਰਾਈਟ ਟੂ ਬੀ ਇਨਫੋਰਮਡ ਆਫ ਦੀ ਗਰਾਊਂਡਸ ਆਫ ਅਰੈਸਟ, ਉਹਨੂੰ ਕਿਸ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੂੰ ਦੱਸਣਾ ਪਏਗਾ। ਰਾਈਟ ਟੂ ਕੰਸਲਟ ਐਂਡ ਡਿਫੈਂਡ ਬਾਏ ਅ ਲੀਗਲ ਪ੍ਰੈਕਟੀਸ਼ਨਰ, ਉਹਨੂੰ ਆਪਣਾ ਵਕੀਲ ਕਰਨ ਦਾ ਵੀ ਅਧਿਕਾਰ ਹੈ। ਰਾਈਟ ਟੂ ਪ੍ਰੋਡਿਊਸ ਬਿਫੋਰ ਮੈਜਿਸਟ੍ਰੇਟ ਵਿਦਿਨ 24 ਆਵਰਸ ਐਕਸਕਲੂਡਿੰਗ ਦ ਜਰਨੀ ਟਾਈਮ, ਪੁਲਿਸ ਨੇ ਕਿਸੇ ਨੂੰ ਅਰੈਸਟ ਕੀਤਾ ਹੈ ਤਾਂ ਉਹਨੂੰ 24 ਘੰਟਿਆਂ ਦੇ ਵਿੱਚ ਮੈਜਿਸਟ੍ਰੇਟ ਦੇ ਮੂਹਰੇ ਪੇਸ਼ ਕਰਨਾ ਪਏਗਾ। ਬਟ ਇਸ ਜਿਹੜਾ ਜਰਨੀ ਟਾਈਮ ਹੈ, ਜਿਹੜਾ ਲੈ ਕੇ ਜਾ ਰਹੇ ਨੇ ਜਿੱਥੋਂ ਫੜਿਆ ਬੰਦਾ ਤੇ ਮੈਜਿਸਟ੍ਰੇਟ ਲੈ ਕੇ ਜਾ ਰਹੇ ਨੇ, ਉਹ ਵਾਲਾ ਜਿਹੜਾ ਟਾਈਮ ਤੇ ਡਿਸਟੈਂਸ ਆ 24 ਘੰਟਿਆਂ 'ਚ ਇਨਕਲੂਡ ਨਹੀਂ ਹੁੰਦਾ। ਰਾਈਟ ਟੂ ਰਿਲੀਜ਼ ਆਫਟਰ 24 ਆਵਰਸ, ਜੇ ਮੈਜਿਸਟ੍ਰੇਟ ਕਹਦੇ ਵੀ ਇਹਨੂੰ ਤੁਸੀਂ ਗਲਤ ਚੱਕਿਆ ਤਾਂ ਉਹਨੂੰ 24 ਘੰਟਿਆਂ ਦੇ ਵਿੱਚ ਵਾਪਸ ਛੱਡਣਾ ਪਏਗਾ। ਜਿਹੜਾ ਸੇਫਗਾਰਡ ਸੀਗਾ ਵੀ ਵਾਪਸ ਛੱਡਣਾ ਪਏਗਾ। ਜਿਹੜੇ ਇਹ ਸੇਫਗਾਰਡਸ ਨੇ ਇਹ ਐਨੀਮੀ ਏਲੀਅਨਸ ਨੂੰ ਨਹੀਂ ਹੈਗੇ। ਐਨੀਮੀ ਏਲੀਅਨਸ ਉਹ ਨੇ ਜਿਹਨੂੰ ਅਸੀਂ ਐਨੀਮੀ ਕੰਟਰੀ ਮੰਨਦੇ ਹਾਂ, ਜਾਂ ਫਿਰ ਉਹ ਵਾਲਾ ਬੰਦਾ ਜਿਹਨੂੰ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਲਾ ਦੇ ਤਹਿਤ ਚੱਕਿਆ, ਉਹਦੇ ਕੋਲ ਇਹ ਵਾਲੀ ਜਿਹੜੀ ਰੈਮੇਡੀ ਉਹ ਨਹੀਂ ਹੈਗੀ। ਜਿਹੜਾ ਸੈਕਿੰਡ ਪਾਰਟ ਹੈ ਉਹ ਹੈਗਾ ਆਰਟੀਕਲ 22 ਦਾ, ਜਿਹੜਾ ਕਿ ਪ੍ਰੋਟੈਕਟ ਕਰਦਾ ਪਰਸਨ ਹੂ ਇਜ਼ ਅਰੈਸਟਡ ਔਰ ਡਿਟੇਨ ਅੰਡਰ ਪ੍ਰੀਮੀਟਿਵ ਡਿਟੈਂਸ਼ਨ, ਜਿਹਨੂੰ ਆਪਾਂ ਪ੍ਰੀਕਾਸ਼ਨਰੀ ਮੈਜਰ ਦੇ ਤੌਰ ਤੇ ਚੱਕਿਆ ਹੈ, ਉਹ ਹੈਗਾ ਅੰਡਰ ਆਰਟੀਕਲ ਜਿਹੜਾ ਸੈਕਿੰਡ ਪਾਰਟ ਹੈ 22 ਦਾ। ਜਿਹੜੀਆਂ ਪ੍ਰੋਟੈਕਸ਼ਨਸ ਨੇ ਅਵੇਲੇਬਲ ਟੂ ਬੋਥ ਸਿਟੀਜ਼ਨ ਐਜ਼ ਵੈਲ ਏਲੀਅਨਸ ਇਨਕਲੂਡਿੰਗ ਦ ਫੋਲੋਇੰਗ, ਇਹ ਸਾਡੇ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਜੋ ਸਾਡੇ ਇੰਡੀਅਨ ਸਿਟੀਜ਼ਨਸ ਨੇ ਉਹਨਾਂ ਨੂੰ ਵੀ ਨੇ, ਜਿਹੜੇ ਫੋਰਨਰਸ ਨੇ ਉਹਨਾਂ ਕੋਲ ਵੀ ਕਿਹੜੇ ਕਿਹੜੇ ਅਧਿਕਾਰ ਨੇ ਉਹ ਦੇਖਾਂਗੇ। ਡਿਟੈਂਸ਼ਨ ਆਫ ਏ ਪਰਸਨ ਕੈਨ ਨਾਟ ਐਕਸੀਡ 3 ਮੰਥਸ, ਵੱਧ ਤੋਂ ਵੱਧ ਅਸੀਂ ਉਹਨੂੰ 3 ਮਹੀਨਿਆਂ ਦੇ ਲਈ ਡਿਟੇਨ ਕਰਕੇ ਰੱਖ ਸਕਦੇ ਹਾਂ। ਜੇ ਉਸ 3 ਮਹੀਨਿਆਂ ਤੋਂ ਜ਼ਿਆਦਾ ਸਮੇਂ ਲਈ ਡਿਟੇਨ ਕਰਨਾ ਹੈ ਤਾਂ ਇੱਕ ਐਡਵਾਈਜ਼ਰੀ ਬੋਰਡ ਬਣੇਗਾ। ਐਡਵਾਈਜ਼ਰੀ ਬੋਰਡ ਹਾਈ ਕੋਰਟ ਦੇ ਜੱਜਾਂ ਦੁਆਰਾ ਬਣਾਇਆ ਜਾਏਗਾ, ਅਤੇ ਉਹ ਜੇ ਐਡਵਾਈਜ਼ਰੀ ਬੋਰਡ ਕਹਿੰਦਾ ਹੈ ਕਿ ਇਹਨੂੰ 3 ਮਹੀਨੇ ਤੋਂ ਬਾਅਦ ਡਿਟੇਨ ਕਰਨਾ ਹੈ ਤਾਂ ਉਹ ਉਹਨਾਂ ਦਾ ਡਿਸੀਜ਼ਨ ਹੋਏਗਾ। ਜਿਹੜੇ ਆਪਾਂ ਡਿਟੇਨ ਕੀਤਾ, ਜੇ ਕਿਸੇ ਨੂੰ ਹਾਊਸ ਅਰੈਸਟ ਕੀਤੀ ਹੈ, ਉਹਦੇ ਗਰਾਊਂਡਸ ਨੇ ਉਹ ਵੀ ਸਾਨੂੰ ਮੈਂਸ਼ਨ ਕਰਨੇ ਪੈਣਗੇ ਜਿਹਨੂੰ ਅਸੀਂ ਡਿਟੇਨ ਕੀਤਾ ਹੈ। ਬਟ ਆਪਾਂ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਪਬਲਿਕ ਇੰਟਰਸਟ ਦੇ ਖਿਲਾਫ ਜਾਂਦੀ ਹੈ ਉਹ ਡਿਸਕਲੋਜ਼ ਨਹੀਂ ਕਰਾਂਗੇ, ਅਤੇ ਡਿਟੇਨੀ ਨੂੰ ਪੂਰੀ ਅਪੋਰਚੁਨਿਟੀ ਦਿੱਤੀ ਜਾਏਗੀ ਉਹ ਆਪਣਾ ਪੱਖ ਰੱਖ ਸਕੇ। ਅਤੇ ਆਰਟੀਕਲ 22 ਹੈ ਇਹ ਆਥੋਰਾਈਜ਼ ਕਰਦਾ ਪਾਰਲੀਮੈਂਟ ਨੂੰ ਵੀ ਉਹ ਜਿਹੜੇ ਸਰਕਮਸਟੈਂਸਿਸ ਨੇ ਐਂਡ ਦ ਕਲਾਸਿਸ ਇਨ ਵਿਚ ਪਰਸਨ ਡਿਟੇਨ, ਯਾਨੀ ਕਿ ਪਾਰਲੀਮੈਂਟ ਇੱਕ ਖਰੜਾ ਇੱਕ ਸੈੱਟ ਆਫ ਰੂਲਸ ਬਣਾ ਸਕਦਾ ਹੈ ਕਿ ਇਹਨੂੰ ਆਪਾਂ ਡਿਟੇਨ ਕਰਨਾ ਹੈ। ਜੇ ਉਹ ਬੰਦਾ ਆਹ ਕੰਮ ਕਰਦਾ ਹੈ, ਆਹ ਵਾਲੇ ਸੈਕਸ਼ਨ ਹੈ ਜਾਂ ਫਿਰ ਆਹ ਕਲਾਸ ਆ, ਆਪਾਂ ਇਹਨਾਂ ਨੂੰ ਡਿਟੇਨ ਕਰਨਾ। ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਕਰਦੇ ਹਾਂ ਆਰਟੀਕਲ 23 ਐਂਡ ਆਰਟੀਕਲ 24, ਜਿਹੜਾ ਕਿ ਸਾਡਾ ਹੈਗਾ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਆਰਟੀਕਲ 23 ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਪ੍ਰੋਹਿਬਿਸ਼ਨ ਆਫ ਟਰੈਫਿਕਿੰਗ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ, ਬੰਦੂਆ ਮਜ਼ਦੂਰੀ ਅਤੇ ਹਿਊਮਨ ਬੀਇੰਗਸ ਦੀ ਖਰੀਦੋ ਫਰੋਖਤ ਜਿਹਦੇ ਉੱਪਰ ਬੈਨ ਹੈ। ਫੋਰ ਐਗਜ਼ਾਮਪਲ ਬੌਂਡਿਡ ਲੇਬਰ ਦਾ ਐਕਟ ਬਣਿਆ ਸੀ 1976 ਦੇ ਵਿੱਚ। ਫਿਰ ਸੀਗਾ ਇੱਕ ਮਿਨੀਮਮ ਵੇਜਿਸ ਐਕਟ 1948, ਜੇ ਸਾਨੂੰ ਕੋਈ ਮਿਨੀਮਮ ਵੇਜ ਤੋਂ ਘੱਟ ਕੋਈ ਦਿੰਦਾ ਹੈ ਤਾਂ ਉਹ ਵੀ ਇੱਕ ਅਪਰਾਧ ਹੈ ਜਾਂ ਕੋਈ ਵਿਗਾੜ ਪਾਉਂਦਾ ਹੈ। ਫਿਰ ਹੈਗਾ ਆਰਟੀਕਲ 24 ਜਿਹੜਾ ਪ੍ਰੋਟੈਕਟ ਕਰਦਾ ਇੰਪਲੋਇਮੈਂਟ ਆਫ ਚਿਲਡਰਨ ਇਨ ਫੈਕਟਰੀਜ਼। ਆਰਟੀਕਲ 20 ਪ੍ਰੋਹਿਬਿਟ ਕਰਦਾ ਹੈ ਕਿ ਆਪਾਂ 14 ਸਾਲ ਤੋਂ ਨੀਚੇ ਦੇ ਬੱਚਿਆਂ ਨੂੰ ਫੈਕਟਰੀ ਦੇ ਵਿੱਚ ਜਾਂ ਫਿਰ ਮਾਈਨਸ ਦੇ ਵਿੱਚ, ਜਿਹੜੀ ਨਾਰਥ ਈਸਟ ਦੇ ਵਿੱਚ ਬਹੁਤ ਚੱਲਦੀਆਂ ਨੇ ਜਾਂ ਫਿਰ ਛੱਤੀਸਗੜ੍ਹ ਵਰਗੇ ਇਲਾਕਿਆਂ ਜਿਹੜੀ ਮਾਈਨਸ ਨੇ ਉਹਦੇ ਵਿੱਚ ਅਸੀਂ 14 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਇੰਪਲੋਏ ਨਹੀਂ ਕਰ ਸਕਦੇ, ਬਟ ਇਨੋਸੈਂਟ ਵਰਕ ਦੇ ਵਿੱਚ ਇੰਪਲੋਏ ਕਰ ਸਕਦੇ ਹਾਂ, ਉੱਥੇ ਐਕਟ ਨਹੀਂ ਰੋਕਦਾ, ਉਹ ਵੀ ਆਪਣੇ ਸਕੂਲ ਟਾਈਮਿੰਗਸ ਤੋਂ ਬਾਅਦ। 2006 ਦੇ ਵਿੱਚ ਗਵਰਨਮੈਂਟ ਨੇ ਬੈਨ ਕਰਤਾ ਸੀ ਇੰਪਲੋਇਮੈਂਟ ਆਫ ਚਿਲਡਰਨ ਐਜ਼ ਏ ਡੋਮੈਸਟਿਕ ਸਰਵੈਂਟ, ਜਿਹੜੇ ਕਿ ਆਪਾਂ ਘਰ ਦੇ ਵਿੱਚ ਕਿਸੇ 14 ਸਾਲ ਤੋਂ ਨੀਚੇ ਨੂੰ ਜੇ ਆਪਾਂ ਕਿਸੇ ਨੂੰ ਐਜ਼ ਏ ਨੌਕਰ ਰੱਖ ਲਈਏ, ਜਾਂ ਤੁਸੀਂ ਹੋਟਲਾਂ ਜਾਂ ਰੇਹੜੀਆਂ 'ਤੇ ਦੇਖਿਆ ਹੋਊਗਾ ਭਾਂਡੇ ਮਾਂਜਦੇ, ਉਹ ਸਭ ਬੈਨ ਹੈ ਟੀ ਸਟਾਲਸ ਦੇ ਉੱਪਰ 2006 ਤੋਂ ਬਾਅਦ ਦੇ, ਕਿਉਂਕਿ ਉਹ ਆਇਆ ਸੀਗਾ। ਫਿਰ ਆਰਟੀਕਲ ਹੈਗਾ 25 ਤੋਂ 28 ਜਿਹੜਾ ਹੈਗਾ ਰਾਈਟ ਟੂ ਫਰੀਡਮ ਆਫ ਰਿਲੀਜਨ। ਸਾਨੂੰ ਜਿਹੜੇ ਧਰਮ ਦੇ ਅਧਿਕਾਰ ਨੇ, ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਮਰਜ਼ੀ ਧਰਮ ਅਪਣਾਈਏ ਜਾਂ ਉਹਦਾ ਪ੍ਰਚਾਰ ਕਰੀਏ, ਉਹ ਸਾਨੂੰ ਹੱਕ ਮਿਲੇ ਹੋਏ ਨੇ 25 ਤੋਂ ਲੈ ਕੇ 28 ਦੇ ਵਿੱਚ। ਆਰਟੀਕਲ 25 ਕਰਦਾ ਫਰੀਡਮ ਆਫ ਕੰਸਾਇਸ ਐਂਡ ਫਰੀ ਪ੍ਰੋਫੈਸ਼ਨ, ਪ੍ਰੈਕਟਿਸ ਐਂਡ ਪ੍ਰੋਪਾਗੇਸ਼ਨ ਆਫ ਰਿਲੀਜਨ। ਆਰਟੀਕਲ 25 ਸਾਰੇ ਲੋਕਾਂ ਨੂੰ ਆਜ਼ਾਦੀ ਦਿੰਦਾ ਹੈ, ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਮਨਪਸੰਦ ਦਾ ਧਰਮ ਅਪਣਾ ਸਕਦੇ ਨੇ ਅਤੇ ਉਹਦਾ ਪ੍ਰਚਾਰ ਕਰ ਸਕਦੇ ਨੇ। ਅਤੇ ਇੱਕ ਇੰਡੀਵਿਜੂਅਲ ਨੂੰ ਰਾਈਟ ਮਿਲਿਆ ਹੋਇਆ, ਇੱਕ ਇੰਡੀਵਿਜੂਅਲ ਨੂੰ, ਇੱਕ ਗਰੁੱਪ ਨੂੰ ਨਹੀਂ ਹੈਗਾ, ਇੱਕ ਇੰਡੀਵਿਜੂਅਲ ਨੂੰ ਹੈ। ਫਿਰ ਆਰਟੀਕਲ 26 ਆਰਟੀਕਲ 26 ਫਰੀਡਮ ਟੂ ਮੈਨੇਜ ਰਿਲੀਜੀਅਸ ਅਫੇਅਰਸ। 26 ਦੇ ਤਹਿਤ
कोई भी रिलीजन डिनोमीनेशन ਦਾ ਉਰੇ मतलब है कोई भी ब्रांच, जिमें कुक्का हो गए, नामधारी हो गए, ਇਹ ਇੱਕ ब्रांच है, एक अलग तो सैक्ट नहीं हैगा ਇਹ, यानी कि एक अलग तो धर्म नहीं हैगा, एक ऑफशूट है सिखिज़म का। जे कोई भी है जिवें सैक्शन हैगा इन्हां नूं अपने इन्हां कोल कुछ राइट्स ने, वो राइट हैगे ने राइट टू एस्टैबलिश एंड मेनटेन इंस्टीट्यूशन, जिवें अपने डेरे बना लैंदे ने, इन्हां नूं हक है डेरे बनाउण दा। राइट टू मैनेज इट्स ओन अफेयर्स इन मैटर ऑफ रिलीजन, राइट टू ओन एंड एक्वायर ए मूवेबल एंड मूवेबल प्रॉपर्टी, ये प्रॉपर्टी जिहड़ी इन्हां दी प्रॉपर्टी है वो भी इन्हां नूं एक अधिकार मिलिया होया है। राइट टू एडमिनिस्टर सच प्रॉपर्टी इन अकॉर्डेंस विद द लॉ, आर्टिकल 26 जिहड़ा सानूं हक दिंदा है रिलीजियस डिनोमीनेशन नूं जां फिर सैक्शन नूं, यानी कि एक पहला आपां देखिया सीगा एक इंडिविजुअल राइट सी एक बच्चे नूं, यह एक कलैक्टिव राइट है, यानी कि एक पूरे ग्रुप का अधिकार है। पहले 25 हैगा एक इंडिविजुअल अधिकार है, मैं जिहड़ा मर्जी धर्म अपनावा, दूजा एक उहदे सैक्शन नूं मिलिया होया है। आर्टिकल 27 ਦੇ ਵਿੱਚ ਹੈਗਾ ਤੁਹਾਨੂੰ टैक्स नहीं देना पेगा, फ्रीडम फ्रॉम टैक्स, प्रमोशन ऑफ टैक्सिस प्रमोशन ऑफ रिलीजन प्रमोट करने के लिए कोई टैक्स नहीं लगेगा, जिवें पहला जजिया लगता सीगा। आर्टिकल 27 ਦੇ ਵਿੱਚ लिखा होया है किसी भी बंदे नूं कंपैल नहीं किया जाएगा, जिवें कि हुणी आपां देखिया भी तू टैक्स दे, पर फीस लग सकती है, जिहड़ी कि आपां देखी सीगी। नैक्सट है आर्टिकल 28 फ्रीडम फ्रॉम अटैंडिंग रिलीजीअस इंस्ट्रक्शनस, जिमें कि आपां स्टार्टिंग भी गल कीती सीगी, जिवें आपां स्कूल दे विच जांदे सीगे तां सानूं स्कूल दे विच स्टार्टिंग विच प्रेयर दे विच लैके जाया जांदा, जे आपां नहीं जांदे सी तां भी सानूं फोर्सफुली कहा जांदा सी प्रेयर दे विच पार्टिसिपेट करो। तो आर्टिकल 28 सानूं फ्रीडम दिंदा है कि असीं मर्जी जाइए जां फिर ना जाइए, साडे दे उपर है। आर्टिकल 28 ये डिस्टिंग्विश करता है 4 तरह के एजुकेशन इंस्टीट्यूट्स, वो किहड़े एजुकेशन इंस्टीट्यूट्स ने जिहदे सानूं हक मिले भी असीं जाइए जां ना जाइए। वो इंस्टीट्यूट्स ना 4 कैटेगरी दे वंडे हुए हैं। एक वो वाला विद्यक अदारा जो पूरी तरह मेनटेन है सरकारी, जिन्होंने आप सरकारी स्कूल या सरकारी यूनीवर्सिटी भी कह सकते हैं। एक होर इंस्टीट्यूशन जो कि एडमिनिस्टर किया जाता स्टेट बट एस्टैबलिश अंडर एनी ट्रस्ट, हैगा किसी ट्रस्ट का, चलाती उन्होंने सरकार है। एक जिन्होंने सरकारी मान्यता मिली हुई है, रैकोगनाइज बाय स्टेट है। एक चौथा है जिन्होंने सरकार के तौर पर फंड या फिर सहायता मिलती है, इंस्टीट्यूशन रिसीविंग एड फ्रॉम द स्टेट। ये भी आप गल करिए जी रिलीजीअस इंस्ट्रक्शनस ने वो कंप्लीटली प्रोहिबिटिड ने, ये जोड़ा कि पूरी तौर पर सरकारी है, वो इंस्ट्रक्शनस नहीं दित्तियां जा सकदियां। तो जोड़े वो वाले रिलीजीअस जिन्होंने कोई एड जोड़े कि पूरी तरह माइनॉरिटीज़ दे ने, जोड़ा कि पूरी तरह एक रिलीजीअस माइनॉरिटीज़ ने वो दित्तियां जा सकदियां ने, जां जिवें कोई SGPC का स्कूल हो गया, वो सानूं फोर्स किया जा सकदा भी आपां उन्हां दी प्रेयर दे विच पार्टिसिपेट करिए। फिर है आर्टिकल 29 to 30 29 ते 30 ये कल्चरल तो एजुकेशनल राइट्स ने माइनॉरिटीज़ के। 29 ते 30 दे 29 सानूं प्रोटैक्ट करता है इंटरस्ट ऑफ माइनॉरिटीज़, राइट टू कंजर्व डिस्टिंक्ट लैंगुएज स्क्रिप्ट एंड कल्चर, जी ये प्रोविजन है ये एक ग्रुप की है, यानी कि राइट ऑफ ए ग्रुप है। नो सिटीजन शैल बी डिनाइड एडमिशन इन एनी एजुकेशनल इंस्टीट्यूट, थानू किसी भी विद्यक अदारे के एडमिशन लैन तो नहीं रोकया जाएगा। आर्टिकल जो 29 है ये प्रोटैक्ट करता है बोथ रिलीजीअस एज वैल एज लिंग्विस्टिक माइनॉरिटीज़। हुण क्वेश्चन आवे भी संविधान दे विच किहड़ी 2 माइनॉरिटीज़ की गल की गई है, वो हैगी एक लिंग्विस्टिक एक हैगी रिलीजीअस, 2 ही ने, भाषा के आधार पर धर्म के आधार के उपर 2 माइनॉरिटीज़ ने। फिर हैगा नैक्सट आर्टिकल 30। आर्टिकल 30 अधिकार दिंदा है एस्टैबलिश एंड एडमिनिस्टर एजुकेशनल इंस्टीट्यूट, कोई भी माइनॉरिटी अपना इंस्टीट्यूट बना सकती है तो उन्होंने चला सकती है। ऑल दी माइनॉरिटीज़ शैल हैव राइट टू एस्टैबलिश एंड एडमिनिस्टर एजुकेशनल इंस्टीट्यूट ऑफ देयर चॉइस। जी ये माइनॉरिटी है ये संविधान के किते भी डिफाइन नहीं की टर्म राइट, तो जी माइनॉरिटीज़ है अपने वो मात भाषा के भी एजुकेशन दे सकती है, भी वह हक है मदर टंग के देण दा। आर्टिकल 32 ये गल की गई है राइट टू कॉन्स्टिट्यूशनल रैमेडीज़ आपां हुणी आपां जिवें गल करके हटे सी पहलां, जे साडे फंडामेंटल राइट्स ब्रीच हुंदे ने जां फिर वायलेट हुंदे ने तां आर्टिकल 32 के तहत सानूं कुछ सुविधावां मिलियां होईयां ने। आर्टिकल 32 नूं आपां जाणदे हां हार्ट एंड सोल ऑफ द कॉन्स्टिट्यूशन। आर्टिकल 32 एक बेसिक फीचर है कॉन्स्टिट्यूशन का, इस करके इनू किसी भी कॉन्स्टिट्यूशन अमेंडमेंट करके सातों खोया नहीं जा सकता। इट कंटेन्स द फॉलोइंग प्रोविजनस, ये 4 प्रोविजनस ने। राइट टू मूव टू सुप्रीम कोर्ट,
ਰਾਈਟ ਟੂ ਮੂਵ ਟੂ ਸੁਪਰੀਮ ਕੋਰਟ, ਸਾਨੂੰ ਸਿੱਧਾ ਹੀ ਸੁਪਰੀਮ ਕੋਰਟ ਜਾਣ ਦਾ ਅਧਿਕਾਰ ਹੈ, ਯਾਨੀ ਕਿ ਅਸੀਂ ਸਿੱਧੇ ਹੀ ਸੁਪਰੀਮ ਕੋਰਟ 'ਤੇ ਜਾ ਸਕਦੇ ਹਾਂ। ਇਹ ਨਹੀਂ ਹੈਗਾ ਵੀ ਪਹਿਲਾਂ ਹਾਈ ਕੋਰਟ ਜਾਵਾਂਗੇ, ਸਾਨੂੰ ਜਿਹੜਾ ਪ੍ਰੋਸੈਜਰ ਆਪਾਂ ਸਿੱਧਾ ਹੀ ਸੁਪਰੀਮ ਕੋਰਟ ਵੀ ਅਪੀਲ ਕਰ ਸਕਦੇ ਹਾਂ ਜਾ ਕੇ। ਸੁਪਰੀਮ ਕੋਰਟ ਕੈਨ ਇਸ਼ੂ ਡਾਇਰੈਕਸ਼ਨ ਔਰ ਰਿਟਸ, ਜਿਹੜੀ ਆਪਾਂ ਦੇਖੀਆਂ ਸੀਗੀਆਂ ਰਿਟਸ, 5 ਰਿਟਸ ਨੇ, ਉਹ ਕਰ ਸਕਦੀ ਹੈ। ਅਤੇ ਪਾਰਲੀਮੈਂਟ ਕੋਲ ਤਾਕਤ ਹੈਗੀ, ਉਹ ਇੰਪਾਵਰ ਕਰਦੀ ਹੈ ਕਿਸੇ ਵੀ ਹੋਰ ਕੋਰਟ ਨੂੰ ਕਿ ਉਹ ਰਿਟਸ ਦੇ ਸਕੇ। ਸੁਪਰੀਮ ਕੋਰਟ ਅਤੇ ਹਾਈ ਕੋਰਟ ਤਾਂ ਦੇਤੀਆਂ, ਅਤੇ ਇਹਨਾਂ ਦੋਨਾਂ ਨੂੰ ਛੱਡ ਕੇ ਪਾਰਲੀਮੈਂਟ ਕਿਸੇ ਵੀ ਹੋਰ ਕੋਰਟ ਨੂੰ ਕਹਿ ਸਕਦੀ ਹੈ ਵੀ ਇਹ ਤੁਸੀਂ ਵੀ, ਤੁਹਾਡੇ ਕੋਲ ਵੀ ਅੱਜ ਤੋਂ ਅਧਿਕਾਰ ਹੈ ਰਿਟਸ ਦੇਣ ਦਾ। ਜਿਹੜਾ ਰਾਈਟ ਟੂ ਮੂਵ ਟੂ ਸੁਪਰੀਮ ਕੋਰਟ ਹੈ, ਇਹਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ। ਇਹਨੂੰ ਸਿਰਫ ਇੱਕ ਹੀ ਬੰਦਾ ਸਸਪੈਂਡ ਕਰ ਸਕਦਾ, ਹੋਏਗਾ ਰਾਸ਼ਟਰਪਤੀ, ਉਹ ਵੀ ਜਦੋਂ ਨੈਸ਼ਨਲ ਐਮਰਜੈਂਸੀ ਲੱਗੀ ਹੋਵੇ। ਜਿਹੜਾ ਸੁਪਰੀਮ ਕੋਰਟ ਹੈ ਉਹ ਡਿਫੈਂਡਰ ਐਂਡ ਗਰੰਟਰ ਆਫ ਫੰਡਾਮੈਂਟਲ ਰਾਈਟਸ। ਕਈ ਵਾਰ ਕੁਐਸਚਨ ਹੁੰਦਾ ਹੈ ਹੂ ਇਜ਼ ਡਿਫੈਂਡਰ ਐਂਡ ਗਰੰਟਰ ਆਫ ਫੰਡਾਮੈਂਟਲ ਰਾਈਟਸ, ਆਪਣਾ ਆਂਸਰ ਹੋਏਗਾ ਸੁਪਰੀਮ ਕੋਰਟ। ਜਿਹੜਾ ਸੁਪਰੀਮ ਕੋਰਟ ਕੋਲ ਇੱਕ ਓਰੀਜਨਲ ਜੂਰਿਡਿਕਸ਼ਨ ਹੈ, ਯਾਨੀ ਕਿ ਆਪਾਂ ਸਿੱਧੇ ਹੀ ਉਹਦੇ ਤੱਕ ਜਾ ਕੇ ਅਪਰੋਚ ਕਰ ਸਕਦੇ ਹਾਂ ਅੰਡਰ ਆਰਟੀਕਲ 32। ਫਿਰ ਇਨ ਕੇਸ ਆਫ ਇਨਫੋਰਸਮੈਂਟ ਆਫ ਫੰਡਾਮੈਂਟਲ ਰਾਈਟਸ, ਜਿਹੜੀ ਸੁਪਰੀਮ ਕੋਰਟ ਦੀ ਜੂਰਿਡਿਕਸ਼ਨ ਉਹ ਓਰੀਜਨਲ ਹੋਏਗੀ ਬਟ ਨਾਟ ਐਕਸਕਲੂਸਿਵ। ਉਹਦੇ ਕਹਿਣ ਦਾ ਮਤਲਬ ਇਹ ਹੈ, ਇਹ ਉਹਦਾ ਇੱਕ ਵਿਸ਼ੇਸ਼, ਯਾਨੀ ਕਿ ਇੱਕ ਇਕੱਲੇ ਦਾ ਅਧਿਕਾਰ ਨਹੀਂ ਹੈਗਾ ਸੁਪਰੀਮ ਕੋਰਟ ਦਾ ਕਿ ਫੰਡਾਮੈਂਟਲ ਰਾਈਟ ਜੇ ਬਰੀਚ ਹੁੰਦੇ ਨੇ ਤਾਂ ਇਕੱਲਾ ਹੀ ਹੈ ਉਹ ਜਿਹੜਾ ਰਿਟਸ ਦੇ ਸਕਦਾ। ਆਪਾਂ ਦੇਖਿਆ ਆਰਟੀਕਲ 226 ਦੇ ਤਹਿਤ ਹਾਈ ਕੋਰਟ ਵੀ ਦੇ ਸਕਦਾ। ਇਸ ਕਰਕੇ ਜਿਹੜਾ ਉਰੇ ਵਰਡ ਐਕਸਕਲੂਸਿਵ ਹੈ ਇਹ ਉਰੇ ਨਹੀਂ ਫਿੱਟ ਬੈਠਦਾ, ਇਹ ਉਹਦੀ ਪਾਵਰ ਐਕਸਕਲੂਸਿਵ ਨਹੀਂ ਹੈਗੀ। ਅਤੇ ਜਿਹੜੀ ਰਿਟ ਜੂਰਿਡਿਕਸ਼ਨ ਹੈ ਸੁਪਰੀਮ ਕੋਰਟ ਦੀ ਅਤੇ ਹਾਈ ਕੋਰਟ ਦੀ, ਉਹਦੀਆਂ ਕਿਹੜੀਆਂ ਪ੍ਰੋਵੀਜ਼ਨਸ ਨੇ ਹੁਣ ਆਪਾਂ ਉਹਦੇ ਉੱਪਰ ਦੇਖਾਂਗੇ। ਸੁਪਰੀਮ ਕੋਰਟ ਜਿਹੜੀ ਰਿਟਸ ਇਸ਼ੂ ਕਰ ਸਕਦਾ ਹੈ ਉਹ ਸਿਰਫ ਫੰਡਾਮੈਂਟਲ ਰਾਈਟਸ ਦੇ ਵਾਇਲੇਸ਼ਨ ਦੇ ਉੱਪਰ ਹੀ ਕਰ ਸਕਦਾ ਹੈ, ਕਿਸੇ ਹੋਰ ਦੇ ਤਹਿਤ ਨਹੀਂ ਕਰ ਸਕਦਾ। ਇਸ ਕਰਕੇ ਜਿਹੜੀ ਇਹਦੀ ਪਾਵਰ ਉਹ ਨੈਰੋ ਆ। ਜੇ ਆਪਾਂ ਇਸੀ ਗੱਲ ਕਰੀਏ ਫੰਡਾਮੈਂਟਲ ਰਾਈਟਸ ਦੇ ਰਿਟਸ ਦੇ ਕੇਸ ਦੇ ਵਿੱਚ, ਤਾਂ ਉਹਦੇ ਵਿੱਚ ਜਿਹੜੀ ਪਾਵਰ ਹੈ ਉਹ ਹੈਗੀ ਹੈ ਹਾਈ ਕੋਰਟ ਦੀ ਜ਼ਿਆਦਾ, ਕਿਉਂਕਿ ਉਹ ਫੰਡਾਮੈਂਟਲ ਰਾਈਟਸ ਦੀ ਬਰੀਚ ਤਾਂ ਕਰ ਹੀ ਸਕਦੀ ਹੈ ਰਿਟਸ। ਅਤੇ ਉਸ ਤੋਂ ਇਲਾਵਾ ਜੇ ਤੁਹਾਡਾ ਕੋਈ ਵੀ ਨੋਨ ਫੰਡਾਮੈਂਟਲ ਰਾਈਟ ਹੈ ਜੇ ਉਹ ਵੀ ਵਾਇਲੇਟ ਹੁੰਦਾ ਤਾਂ ਉਹ ਵੀ ਤੁਸੀਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਹੋ। ਇਸ ਕਰਕੇ ਜਿਹੜੀ ਪਾਵਰ ਹੈ ਵਾਈਡਰ ਹੈ। ਫਿਰ ਉਸ ਤੋਂ ਬਾਅਦ ਜਿਹੜੀ ਟੈਰੀਟੋਰੀਅਲ ਜੂਰਿਡਿਕਸ਼ਨ ਹੈ ਸੁਪਰੀਮ ਕੋਰਟ ਦੀ, ਉਹਦੀ ਉਹ ਜ਼ਿਆਦਾ ਹੈ। ਟੈਰੀਟਰੀ ਦਾ ਮਤਲਬ ਕੀ ਹੈ, ਸੁਪਰੀਮ ਕੋਰਟ ਦਾ ਵਰਡਿਕਟ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਹੁੰਦਾ, ਹਾਈ ਕੋਰਟ ਦਾ ਨਹੀਂ ਹੁੰਦਾ। ਜਿਹੜਾ ਅਪਣਾਏਗਾ ਉਹ ਸਿਰਫ ਉੱਥੇ ਹੀ ਹੋਏਗਾ। ਜਿਹੜੀ ਆਰਟੀਕਲ 32 ਦੇ ਸਾਨੂੰ ਰੈਮੇਡੀ ਦਿੱਤੀ ਗਈ ਹੈ, ਸੁਪਰੀਮ ਕੋਰਟ ਉਹ ਰਿਫਿਊਜ਼ ਨਹੀਂ ਕਰ ਸਕਦਾ ਰਿਟ ਜੂਰਿਡਿਕਸ਼ਨ, ਉਹਨੂੰ ਫੈਸਲਾ ਦੇਣਾ ਹੀ ਪਏਗਾ। ਫਿਰ ਹੁਣ ਆਪਾਂ ਜਿਹੜੀਆਂ ਇਹ 5 ਰਿਟਸ ਨੇ ਇਹ ਦੇਖਾਂਗੇ ਕਿਹੜੀਆਂ ਰਿਟਸ ਨੇ। ਸਭ ਤੋਂ ਪਹਿਲੀ ਰਿਟ ਹੈਗੀ ਹੈਬਸ ਕਾਰਪਸ ਦੀ, ਇੱਕ ਲੈਟਿਨ ਭਾਸ਼ਾ ਦੀ ਟਰਮ ਹੈ। ਇਹਦਾ ਮਤਲਬ ਹੈ ਟੂ ਹੈਵ ਦਾ ਬਾਡੀ ਆਫ। ਕਿਸੇ ਨੂੰ ਇਲੀਗਲ ਤਰੀਕੇ ਨਾਲ ਡਿਟੇਨ ਕੀਤਾ ਜਾਂਦਾ ਹੈ, ਉਹਨੂੰ ਇੰਡੀਵਿਜੂਅਲ ਫਰੀਡਮ ਦੇਣ ਦੇ ਲਈ ਹੈਬਸ ਕਾਰਪਸ ਦੀ ਰਿਟ ਹੈ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਹੜੀ ਹੈਬਸ ਕਾਰਪਸ ਦੀ ਰਿਟ ਹੈ ਇਹ ਇਸ਼ੂ ਕੀਤੀ ਜਾ ਸਕਦੀ ਹੈ ਅਗੇਂਸਟ ਐਨੀ ਪਬਲਿਕ ਐਂਡ ਪ੍ਰਾਈਵੇਟ ਇੰਡੀਵਿਜੂਅਲ, ਕਿਸੇ ਪਬਲਿਕ ਜਾਂ ਫਿਰ ਪ੍ਰਾਈਵੇਟ, ਇਹ ਗੱਲ ਵੀ ਰੱਖਣੀ ਆਪਾਂ ਯਾਦ ਹੈ, ਪ੍ਰਾਈਵੇਟ ਜਾਂ ਫਿਰ ਇੰਡੀਵਿਜੂਅਲ। ਅਗਲੀ ਰਿਟ ਹੈਗੀ ਮੈਂਡਾਮਸ। ਇਹਦਾ ਮਤਲਬ ਹੁੰਦਾ ਵੀ ਕਮਾਂਡ, ਇਟ ਮੀਨਸ ਵੀ ਕਮਾਂਡ। ਜਿਹੜੀ ਇਹ ਕਮਾਂਡ ਹੈ ਇਹ ਹਾਈ ਕੋਰਟ ਦਿੰਦਾ ਹੈ ਪਬਲਿਕ ਆਫਿਸਰਸ ਨੂੰ, ਆਫੀਸ਼ੀਅਲਸ ਨੂੰ, ਜਿਹੜੇ ਕਿ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ ਜਾਂ ਫਿਰ ਨਿਭਾਉਣ ਦੇ ਵਿੱਚ ਫੇਲ ਹੋ ਗਏ ਨੇ। ਇਟ ਲਿਟਰਲੀ ਮੀਨਸ ਵੀ ਕਮਾਂਡ। It's command issued by the court to a public official asking him to perform his duties that he fails or refuse to perform। ਜਿਹੜੀ ਇਹ ਇਸ਼ੂ ਕੀਤੀ ਜਾਂਦੀ ਹੈ ਅਗੇਂਸਟ ਪਬਲਿਕ ਬਾਡੀ, ਕਿਸੇ ਪਬਲਿਕ ਸਰਕਾਰੀ ਅਦਾਰੇ ਦੇ ਖਿਲਾਫ ਹੀ ਆਪਾਂ ਇਹ ਜਿਹੜੀ ਰਿਟ ਹੈ ਜਾਰੀ ਹੋ ਸਕਦੀ ਹੈ, ਕਿਸੇ ਪ੍ਰਾਈਵੇਟ ਕੰਮ ਦੇ ਲਈ ਜਾਂ ਫਿਰ ਪ੍ਰਾਈਵੇਟ ਆਫਿਸ ਦੇ ਲਈ ਨਹੀਂ ਹੋ ਸਕਦੀ। ਫਿਰ ਉਸ ਤੋਂ ਬਾਅਦ ਜਿਹੜੀ ਥਰਡ ਰਿਟ ਹੈ ਉਹ ਹੈਗੀ ਪ੍ਰੋਹੀਬਿਸ਼ਨ। ਪ੍ਰੋਹੀਬਿਸ਼ਨ ਦਾ ਮਤਲਬ ਹੁੰਦਾ ਹੈ ਰੋਕਣਾ, ਟੂ ਫੋਰਬਿਡ। ਇਟ ਇਜ਼ ਇਸ਼ੂਡ ਬਾਈ ਹਾਈ ਕੋਰਟ ਟੂ ਏ ਲੋਅਰ ਕੋਰਟ। ਹਾਈ ਕੋਰਟ ਦਾ ਮਤਲਬ ਹੈ ਹਾਇਰ ਕੋਰਟ। ਹਾਇਰ ਕੋਰਟ ਇੱਕ ਵੱਡਾ ਕੋਰਟ ਇੱਕ ਛੋਟੇ ਕੋਰਟ ਨੂੰ ਕਹਿ ਸਕਦਾ ਜਾਂ ਫਿਰ ਟ੍ਰਿਬਿਊਨਲ ਨੂੰ ਕਿ ਉਹ ਆਪਣੀ ਜਿਹੜੀ ਹੱਦਾਂ ਨੇ ਉਹਨੂੰ ਨਾ ਪਾਰ ਕਰੇ। ਯਾਨੀ ਕਿ ਉਹਦੇ ਜੂਰਿਡਿਕਸ਼ਨ ਦਾ ਮਤਲਬ ਇਹ ਹੈ ਕਿਸੇ ਕੋਰਟ ਦੇ ਕੋਲ ਇਹ ਪਾਵਰ ਹੁੰਦੀ ਹੈ ਕਿ ਸਿਰਫ 1 ਲੱਖ ਤੱਕ ਦੇ ਫੈਸਲੇ ਹੀ ਸੁਣਾ ਸਕਦਾ, ਉਹਦੇ ਵਿੱਚ ਉਹ 2 ਲੱਖ ਦੇ ਡੈਮੇਜ ਦੇ ਕੇਸ ਨਹੀਂ ਸੁਣਵਾਈ ਕਰ ਸਕਦਾ। ਇਹ ਹੈਗਾ ਪ੍ਰੋਹੀਬਿਸ਼ਨ, ਨੂੰ ਪਹਿਲਾਂ ਹੀ ਰੋਕ ਦਿੰਦਾ ਵੀ ਇਹ ਤੇਰੀ ਵੀ ਉਹਨੂੰ ਟਰਾਂਸਫਰ ਕਰਦੇ ਕੇਸ ਨੂੰ। ਜਿਹੜੀ ਪ੍ਰੋਹੀਬਿਸ਼ਨ ਹੈ ਇਹ ਆਪਾਂ ਸਿਰਫ ਇਸ਼ੂ ਕਰਦੇ ਹਾਂ ਜੁਡੀਸ਼ੀਅਲ ਐਂਡ ਕੁਆਸੀ ਜੁਡੀਸ਼ੀਅਲ ਅਥਾਰਟੀਜ਼ ਦੇ ਲਈ। ਇਟ ਇਜ਼ ਨਾਟ ਅਵੇਲੇਬਲ ਅਗੇਂਸਟ ਐਡਮਿਨਿਸਟ੍ਰੇਟਿਵ ਅਥਾਰਟੀਜ਼ ਜਾਂ ਫਿਰ ਲੈਜਿਸਲੇਟਿਵ ਬੋਡੀਜ਼। ਉਸ ਤੋਂ ਬਾਅਦ ਆਉਂਦੀ ਹੈ ਸਰਸ਼ਰੀ। ਜਿਹੜੀ ਸਰਸ਼ਰੀ ਦਾ ਮਤਲਬ ਹੁੰਦਾ ਟੂ ਬੀ ਸਰਟੀਫਾਈਡ ਔਰ ਟੂ ਬੀ ਇਨਫੋਰਮਡ। ਪਹਿਲੀ ਤਾਂ ਸਿਰਫ ਰੋਕਦੀ ਹੈ, ਪਹਿਲੀ ਦਾ ਨੇਚਰ ਕੀ ਹੈ ਨੈਗੇਟਿਵ ਨੇਚਰ ਹੈ ਪ੍ਰੋਹੀਬਿਸ਼ਨ, ਕਿਉਂਕਿ ਸਿਰਫ ਰੋਕ ਰਹੀ ਹੈ। ਸਰਸ਼ਰੀ ਦੇ ਵਿੱਚ ਕੀ ਹੈ ਟੂ ਕੁਐਸ਼ ਦ ਆਰਡਰਸ, ਯਾਨੀ ਕਿ
ਇੱਕ ਤਾਂ ਇਹਨੂੰ ਰੋਕਣਾ ਤੇ ਦੂਜਾ ਜੇ ਉਹਨੇ ਆਪਣੀ ਜਿਹੜੀ ਜੁਰਿਡਿਕਸ਼ਨ ਉਹ ਪਾਰ ਕਰ ਲਈ, ਕੋਈ ਹੱਦ ਪਾਰ ਕਰ ਲਈ, ਤਾਂ ਉਹਨੂੰ ਨਲ ਐਂਡ ਵਾਇਡ ਘੋਸ਼ਿਤ ਕਰ ਦਿੱਤਾ ਜਾਂਦਾ, ਯਾਨੀ ਕਿ ਇੱਕ ਸਟੈਪ ਅੱਗੇ ਉਹਦੇ ਦਿੱਤੇ ਫੈਸਲੇ ਨੂੰ ਰੱਦ ਕਰ ਦਿੱਤਾ ਜਾਂਦਾ। ਇਹ ਹੈਗੀ ਹੈ ਸਰਸਰੀ ਦੀ ਰਿਟ। ਫਿਰ ਉਸ ਤੋਂ ਬਾਅਦ ਜਿਹੜੀ ਪੰਜਵੀਂ ਤੇ ਆਖਰੀ ਰਿਟ ਹੈਗੀ ਕਿਊ ਵਰੰਟੋ। ਇਹਦਾ ਮਤਲਬ ਇਹ ਹੈ ਬਾਈ ਵਟ ਅਥਾਰਟੀ, ਵੀ ਤੁਸੀਂ ਕਿਸ ਅਥਾਰਟੀ ਦੇ ਨਾਲ ਇਸ ਪਬਲਿਕ ਆਫਿਸ ਦੇ ਵਿੱਚ ਮੌਜੂਦ ਹੋ। ਇਹ ਆਪਾਂ ਸਿਰਫ ਜਿਹੜੀ ਰਿਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਪ੍ਰਾਈਵੇਟ ਆਫਿਸਿਸ ਦੇ ਪਬਲਿਕ ਆਫਿਸ ਦੇ ਲਈ। ਆਪਾਂ ਕਿਸੇ ਵੀ ਪ੍ਰਾਈਵੇਟ ਆਫਿਸ ਦੇ ਲਈ ਇਹ ਨਹੀਂ ਯੂਜ਼ ਕਰ ਸਕਦੇ। ਕੋਈ ਵੀ ਸਰਕਾਰੀ ਆਫਿਸ ਦੇ ਵਿੱਚ ਲੱਗ ਕੇ ਜਾ ਕੇ ਉਹ ਬੰਦਾ ਕੁਆਲੀਫਾਈਡ ਨਹੀਂ ਸੀਗਾ ਬਟ ਫਿਰ ਵੀ ਉੱਥੇ ਮੌਜੂਦ ਹੈ, ਆਫਿਸਰ ਬਣ ਕੇ ਬੈਠਾ ਹੈ, ਤਾਂ ਉਹਦੇ ਖਿਲਾਫ ਇਹ ਜਾਰੀ ਹੋ ਸਕਦੀ ਹੈ ਬਾਈ ਵਟ ਅਥਾਰਟੀ, ਵੀ ਤੂੰ ਕਿਹੜੀ ਅਥਾਰਟੀ ਨਾਲ ਉਰੇ ਬੈਠਾ ਹੈ। ਨੈਕਸਟ ਹੈਗਾ ਆਰਟੀਕਲ 33। ਇਹ ਇੰਪਾਵਰ ਕਰਦਾ ਪਾਰਲੀਮੈਂਟ ਨੂੰ ਟੂ ਰਿਸਟ੍ਰਿਕਟ ਫੰਡਾਮੈਂਟਲ ਰਾਈਟਸ ਆਫ ਮੈਂਬਰਸ ਆਫ ਪੁਲਿਸ ਜਾਂ ਫਿਰ ਆਰਮਡ ਫੋਰਸਿਸ। ਆਰਟੀਕਲ 34 ਜੇ ਆਪਾਂ ਗੱਲ ਕਰੀਏ, ਇਹ ਮਾਰਸ਼ਲ ਲਾ ਦੇ ਨਾਲ ਡੀਲ ਕਰਦਾ ਹੈ। ਪ੍ਰੋਵਾਈਡ ਰਿਸਟ੍ਰਿਕਸ਼ਨ ਐਂਡ ਫੰਡਾਮੈਂਟਲ ਰਾਈਟਸ ਵਾਈਲ ਮਾਰਸ਼ਲ ਲਾ ਇਜ਼ ਇਨ ਫੋਰਸ। ਜਦੋਂ ਮਾਰਸ਼ਲ ਲਾ ਲੱਗਿਆ ਹੋਏਗਾ ਤਾਂ ਆਰਟੀਕਲ 34 ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਉਹ ਰੋਕ ਸਕਦਾ। ਤੇ ਉਸ ਤੋਂ ਬਾਅਦ ਹੈਗਾ ਆਰਟੀਕਲ 35। ਇਹ ਪਾਰਲੀਮੈਂਟ ਨੂੰ ਤਾਕਤ ਦਿੰਦਾ ਹੈ, ਆਰਟੀਕਲ 35 ਹੈ, ਟੂ ਮੇਕ ਲਾਜ਼ ਔਨ ਸਰਟੇਨ ਸਪੈਸੀਫਾਈਡ ਫੰਡਾਮੈਂਟਲ ਰਾਈਟਸ ਦੈਟ ਸਟੇਟ ਡਜ਼ ਨੋਟ ਹੈਵ। ਕੁਛ ਫੰਡਾਮੈਂਟਲ ਰਾਈਟਸ ਦੇ ਉੱਪਰ ਜਿਹੜੇ ਕੋਈ ਸਪੈਸੀਫਾਈਡ ਨੇ, ਕੋਈ ਸਪੈਸ਼ਲ ਫੰਡਾਮੈਂਟਲ ਰਾਈਟਸ ਨੇ, ਉਹਦੇ ਉੱਪਰ ਅਧਿਕਾਰ ਬਣਾਉਣ ਦਾ, ਕਾਨੂੰਨ ਬਣਾਉਣ ਦਾ ਅਧਿਕਾਰ ਹੈ ਉਹ ਸਿਰਫ ਪਾਰਲੀਮੈਂਟ ਕੋਲ ਹੈ, ਸਟੇਟ ਕੋਲ ਨਹੀਂ ਹੈਗਾ। ਉਹ ਇਹਦੀ ਗੱਲ ਕਰਦਾ ਹੈ। ਉਹ ਹੁਣ ਉਸ ਤੋਂ ਬਾਅਦ ਆਪਾਂ ਕੁਛ ਗੱਲ ਕਰਾਂਗੇ ਮਿਸਲੇਨੀਅਸ ਪੁਆਇੰਟਸ ਦੀ, ਜਿਹੜੇ ਕਿ ਕਿਸੇ ਵੀ ਟੌਪਿਕ ਹੇਠ ਨਹੀਂ ਕਵਰ ਹੁੰਦੇ ਬਟ ਪੇਪਰ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਜਿਹੜਾ ਮਿਸਲੇਨੀਅਸ ਪੁਆਇੰਟ ਹੈ ਹੋਏਗਾ ਬੈਕਵਰਡ ਕਲਾਸ ਕਮਿਸ਼ਨ। ਇਹ ਸਭ ਤੋਂ ਪਹਿਲੀ ਵਾਰ ਅਪੁਆਇੰਟ ਕੀਤਾ ਗਿਆ ਸੀ 1953 ਦੇ ਵਿੱਚ, ਤੇ ਇਹਦਾ ਪਹਿਲਾ ਚੇਅਰਮੈਨ ਬਣਿਆ ਸੀ ਕਾਕਾ ਕੈਲਕਰ। ਕਾਕਾ ਕੈਲਕਰ ਪਹਿਲਾ ਚੇਅਰਮੈਨ ਸੀਗਾ ਬੈਕਵਰਡ ਕਲਾਸ ਕਮਿਸ਼ਨ ਦਾ, ਤੇ 1953 'ਚ ਇਹ ਪਹਿਲੀ ਵਾਰੀ ਐਸਟੈਬਲਿਸ਼ ਕੀਤਾ ਗਿਆ ਸੀ। ਫਿਰ ਜਿਹੜੀ ਇੱਕ ਪ੍ਰੋਵੀਜ਼ਨ ਹੈ ਕੋਆਪਰੇਟਿਵ ਸੁਸਾਇਟੀਜ਼ ਦੀ, ਜਿਹੜੀ ਕੋਆਪਰੇਟਿਵ ਸੁਸਾਇਟੀ ਦੀ ਪ੍ਰੋਵੀਜ਼ਨ ਹੈ ਇਹ 97th ਅਮੈਂਡਮੈਂਟ ਸੀਗੀ 2011 ਦੀ, ਉਹਦੇ ਨਾਲ ਅਸੀਂ ਐਡ ਕੀਤੀ ਹੈ। ਫਿਰ ਉਸ ਤੋਂ ਬਾਅਦ ਆਪਾਂ 86th ਅਮੈਂਡਮੈਂਟ ਐਕਟ ਦੇ, ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਆਖਰੀ ਦੇਖਾਂਗੇ ਉਹ ਹੈਗਾ ਕੌਂਸਟੀਟਿਊਸ਼ਨ ਦੇ ਵਿੱਚ ਜਿਹੜਾ ਕੌਂਸਟੀਟਿਊਸ਼ਨ ਐਕਟ 2002 ਦਾ ਸੀਗਾ 86ਵੀਂ ਅਮੈਂਡਮੈਂਟ, ਤੇ ਸੀਗਾ ਇੱਕ ਰਾਈਟ ਟੂ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ, ਜਿਹੜਾ ਕਿ 2009 ਦੇ ਵਿੱਚ ਆਇਆ ਸੀਗਾ। ਇਸ ਦੇ ਤਹਿਤ ਹੀ ਜਿਹੜਾ ਸਰਵ ਸਿੱਖਿਆ ਅਭਿਆਨ ਹੈ ਉਹ ਚਾਲੂ ਹੋਇਆ ਸੀਗਾ। ਜਿਹੜਾ ਐਕਟ ਸੀਗਾ ਇਹ ਅਸਲੀਅਤ ਵਿੱਚ ਲਾਗੂ ਹੋਇਆ ਸੀ 1 ਅਪ੍ਰੈਲ 2010 ਦੇ ਵਿੱਚ। ਹੁਣ ਜੇ ਤਾਂ ਤੁਹਾਨੂੰ ਇਹ ਵੀਡੀਓ ਵੈਲਿਊਏਬਲ ਲੱਗੀ ਹੋਵੇ, ਜਾਂ ਤੁਹਾਨੂੰ ਲੱਗਿਆ ਹੋਵੇ ਕੁਛ ਤੁਹਾਨੂੰ ਨਵਾਂ ਸਿੱਖਣ ਨੂੰ ਮਿਲਿਆ, ਜਾਂ ਤੁਹਾਡੀ ਵਧੀਆ ਤਰੀਕੇ ਨਾਲ ਰਿਵੀਜ਼ਨ ਹੋਈ ਹੋਵੇ, ਜਾਂ ਤੁਹਾਨੂੰ ਕੁਛ ਨਵੇਂ ਪੁਆਇੰਟਸ ਲੱਗੇ ਹੋਣ ਇਹ 'ਚ ਐਡ ਔਨ ਤੁਹਾਡੀ ਨੌਲੇਜ ਵਿੱਚ ਹੋਏ ਨੇ, ਤਾਂ ਇਸ ਚੈਨਲ ਨੂੰ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਤੇ ਬੈਲ ਆਈਕਨ ਦਬਾਇਓ ਤਾਂ ਕਿ ਤੁਹਾਨੂੰ ਜਿਹੜੀ ਨੈਕਸਟ ਵੀਡੀਓ ਆ ਉਹ ਮਿਲ ਸਕੇ।